इतिहास है गुरु का या गुरु के प्यारिਆਂ ਦਾ है। सतनाम श्री वाहेगुरु साहिब जी। आओ सारे माई भाई अकाल पुरख की बख्शी हुई रसना, ये रसना तू अनरस राज रही, तेरी प्यास न जाए, प्यास न जाए होर किता जिचर हर रस पल्ला ना पाए, हर रस पाए पल्ला पिए हर रस, बौड़ ना तृष्णा लग आए, इहो हर रस करमी पाई है। सतगुर मिले जसाए कह नानक होर अंदरा सब ईसरे जा हर वसै मन आए। जबान का जोड़ा काम है जबान नूं करन दिओ। जबान का काम है की है नाम जपना। रसना जपै न नाम तिल तिल कर कटिया, हरियां जब बिसरै गोबिंद राय दिनों दिन घटिया। अखां दा अपना काम है, कन्नां दा अपना है, नक दा अपना है, जेबा दा अपना है, बोलना अपना है, इंद्रियां दा सारियां दा, हत्थां दा अपना काम है, विण सेवा त्रिग हथ पैर होर निर्भर करनी। ए नेत्रो मेरो हर तुम मैं जो धरी, हर नवर न देखो कोई। हे श्रवणों मेरे हो साचा सुनना न बिठाए, साचा सुनना न बिठाए, शरीर लाए सुनो सत बाणी। ये कन्ना का काम है। जुबान दो काम करती है, एक बोलण का तो एक स्वाद लैन का रस। ये रसना तू अनरस राज रही, ये जुबान का यह भी काम है। ये भी काम है जिन जेहवा दिती बोले तात, जिन्हें जबान दी है जबान ताड़ ताड़ करके बोलती है। कहते तात परज प्रयोजन के बचन कहती जरूरी। ये हथ पैर तन दे सारा अलग अलग मैटर है। जिमें आप सारे पढ़े लिखे बैठे हाँ, कोई चलो 5 पढ़िया होना, कोई 8, कोई MA, कोई PhD, कोई किन्ना, कोई इंजीनियर बनया, डॉक्टर बनया। वो एक चीज़ आती सबजैक्ट, शुरू चो लैके एक सबजैक्ट, फिर 2, हौली हौली 6, 8, फिर +2 एक सबजैक्ट ही रह जाता भी डॉक्टरी करनी है, इंजीनियरिंग करनी है। ये जिहड़े साडे अखां ने, कन नक हथ पैर है, ये सबजैक्ट है। इन्हां ने सारिਆਂ ने अलग अलग हिसाब हुंदा इन्हां दा। कुल टोटल लाए जाते नंबर। साइंस किन्ने आए ने, कहते 80 नंबर है। मैथ विचों कहते 45 है, कहते ये घट है भी। इस प्रकार इंग्लिश विचों आए ने वो 60 ही ने। सारे आप सबजैक्ट जोड़ते हैं, कंपार्टमेंट आ जाती है, 1 2 जे घट वध हो जाते हैं। हुण जे सारिਆਂ चों ही निकम्मा है तो फिर 0। ਹੁਣ ਇਹ ਜਿਹੜੇ ਸਾਡੇ ਇੰਦਰੀਏ ਨੇ, ਇਹਨਾਂ ਰਾਹੀਂ ਤੁਸੀਂ ਕੀ ਚੰਗਾ ਕੀਤਾ, ਕੀ ਗਲਤ ਕੀਤਾ, ਇਹ ਤੁਹਾਡਾ ਉੱਥੇ ਜਾ ਕੇ ਗਾਹਾਂ ਹਿਸਾਬ ਹੋਣਾ ਵੀ ਅੱਖਾਂ ਨੇ ਦਰਸ਼ਨ ਕਿੰਨੇ ਕੀਤੇ ਨੇ, ਅੱਖਾਂ ਨੇ ਮਾੜੇ ਕੰਮ ਕਿੰਨੇ ਦੇਖੇ ਨੇ, ਕੰਨਾਂ ਨੇ ਕੀ ਗਲਤ ਸੁਣਿਆ, ਕੀ ਠੀਕ ਸੁਣਿਆ, ਹੱਥਾਂ ਨਾਲ ਇਹਨੇ ਕੀ ਕੀਤਾ।
ਮਹਾਰਾਜ ਕਹਿੰਦੇ ਭਰੀਆ ਹੱਥ ਪੈਰ ਤੰਦੇ ਪਾਣੀ ਧੋਤਾ ਉਤਰੋ ਸੋ ਖੇਹ ਖੇਹ ਸੁਆਹ ਦਾ ਹੱਥ। ਜੇ ਖਰਾਬ ਹੋ ਜਾਂਦੇ ਭਾਂਡੇ ਮਾਂਜਦੇ ਫਿਰ ਧੋਨੇ ਆ, ਜੇ ਖੇਤਾਂ 'ਚ ਕੰਮ ਕਰਦੇ ਆ ਫਿਰ ਧੋਨੇ ਆ। ਹੁਣ ਦੋ ਅਰਥ ਹੁੰਦੇ ਨੇ। ਦੂਜਾ ਭਾਵ ਇਹ ਕੀ ਹੈ ਵੀ ਭਰੀਆ ਹੱਥ, ਹੱਥ ਭਰ ਜਾਂਦੇ ਨੇ ਕਈਆਂ ਦੇ ਚੋਰੀ ਕਰਕੇ, ਕਤਲ ਕਰਕੇ, ਝੂਠੇ ਅੰਗੂਠੇ, ਝੂਠੇ ਦਸਤਖਤ ਕਰਕੇ ਉਹ ਇਹਨਾਂ ਹੱਥਾਂ ਵਿੱਚ ਪਾਪ ਭਰ ਜਾਂਦਾ। ਇਹ ਹੱਥਾਂ ਤੋਂ ਹੀ ਸਜ਼ਾ ਫਿਰ ਮਿਲਣੀ ਹੈ ਕਿ ਇਹਨੇ ਇਹ ਕੀਤਾ ਤੇ ਹੱਥ ਵੱਢ ਦਿਓ। ਅਗਲਾ ਕਹਿੰਦਾ ਜੀ ਇਹ ਜਮਾਂਦਰੂ ਹੱਥ ਹੀ ਨਹੀਂ ਸੀਗੇ, ਇਹ ਪਿਛਲੇ ਜਨਮ 'ਚ ਪੁੱਠੇ ਕੰਮ ਕਰਦਾ ਰਿਹਾ। ਕਹਿੰਦੇ ਇਹਦੀ ਜੀਭ ਹੀ ਨਹੀਂ ਗੂੰਗਾ, ਇਹ ਜੀਭ ਨਾਲ ਗਲਤ ਹੀ ਬਹੁਤ ਬੋਲੇ, ਝੂਠ ਬਹੁਤ ਬੋਲੇ, ਬੋਲ ਬੋਲ ਕੇ ਲੋਕਾਂ ਦੇ ਦਿਲ ਦੁਖਾਏ ਨੇ ਜਿਹੜੇ। ਇਹ ਸਾਰੇ ਜਿੰਨੇ ਆਪਣੇ ਅੰਗ ਲੱਗੇ ਹੋਏ ਨੇ ਇਹਨਾਂ ਦਾ ਦੁਰਵਰਤੋਂ ਨਹੀਂ ਕਰਨੀ। ਗੁਰਸਿੱਖੋਂ ਤੁਸੀਂ ਸੰਗਤ 'ਚ ਆਏ ਹੋ, ਸੰਗਤ ਕੀ ਕਰਦੀ ਹੈ, ਸੰਗਤ ਕਿਉਂ ਕਰੀਦੀ ਆ, ਗੁਰੂ ਸਾਹਿਬ ਕੋਲ ਕਿਉਂ ਬੈਠੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਸਾਰੇ ਅੰਗਾਂ ਦੀ ਸਹੀ ਵਰਤੋਂ ਕਰੋ। ਜਿਹੜੇ ਜਿਹੜੇ ਅੰਗ ਜਿਹੜੇ ਜਿਹੜੇ ਕੰਮ ਨੂੰ ਮਿਲਦੇ, ਮਾੜੇ ਪਾਸੇ ਪੈਰ ਤੁਰ ਗਏ, ਪੈਰਾਂ ਤੋਂ ਵੀ ਹਿਸਾਬ ਲਿਆ ਜਾਂਦਾ ਵੀ ਤੂੰ ਉੱਧਰ ਠੇਕੇ ਨੂੰ ਤੁਰਿਆ ਰਹਿੰਦਾ ਸੀ, ਤੂੰ ਬੇਸਵਾਦੇ ਤੁਰਿਆ ਰਹਿੰਦਾ ਸੀ, ਤੂੰ ਗਲਤ ਕੰਮਾਂ 'ਚ ਤੁਰਿਆ ਰਹਿੰਦਾ। ਫਿਰ ਕਹਿੰਦੇ ਇਹ ਬੰਦਾ ਪਤਾ ਨਹੀਂ ਜਮਾਂਦਰੂ ਪੈਰ ਹੀ ਹੈ ਨਹੀਂ, ਇਹ ਲੰਗੜਾ ਕਿਉਂ ਆ। ਉਹ ਸਜ਼ਾ ਮਿਲੀ ਹੁੰਦੀ ਹੈ। ਸਾਰੀਆਂ ਚੀਜ਼ਾਂ ਸਜ਼ਾ। ਇੱਕ ਬੰਦਾ ਪਿਛਲੇ ਜਨਮ ਦੇ ਵਿੱਚ ਬਹੁਤ ਮਾੜੇ ਕੰਮ, ਬੜੇ ਮਾੜੇ ਕੀਤੇ, ਮਰਨ ਲੱਗਿਆ ਉਹਦੀ ਜੀਭ 'ਤੇ ਕੈਂਸਰ ਹੋ ਗਿਆ ਸੀ, ਜੀਭ ਵੱਢਤੀ। ਹੁਣ ਆ ਜਦੋਂ ਉਹਨੇ ਜਨਮ ਲਿਆ, ਇਹੋ ਜਿਹੇ ਗਰੀਬ ਘਰ 'ਚ ਲਿਆ ਹੋਇਆ, ਰੋਟੀ ਇੱਕ ਟਾਈਮ ਹੀ ਪੱਕਦੀ ਹੈ, ਉਹਦੀ ਜੀਭ ਹੈ ਨਹੀਂ, ਲੈ ਲਈ ਰੱਬ ਨੇ ਵਾਪਸ। ਕਰ ਤੈਨੂੰ ਜੀਭ ਕਾਹਦੀ ਦੇਣੀ ਹੈ, ਤੂੰ ਚੱਜ ਦਾ ਕੰਮ ਹੀ ਨਹੀਂ ਕੀਤਾ ਕੋਈ। ਇਸ ਕਰਕੇ ਤੁਹਾਡੇ ਸਿਰ 'ਤੇ ਹੈ ਕੋਈ, ਕੋਸ਼ਿਸ਼ ਕਰਿਆ ਉਹ ਡੰਡੇ ਵਾਲਾ ਹੈਗਾ, ਉਹਨਾਂ ਦੀਆਂ ਨੀਤੀਆਂ ਥਿਊਰੀਆਂ ਸਾਰੀਆਂ ਅਲੱਗ-ਅਲੱਗ ਆ। ਉਹ ਕਹਿੰਦੇ ਕੁਛ ਨਹੀਂ, ਭਗਵਾਨ ਜੀ ਕਹਿੰਦੇ ਕੁਝ ਨਹੀਂ ਕਿ ਬਸ ਬਣਾਤਾ ਛੱਡਤਾ, ਜਾ ਸਾਬ ਲਵਾਂਗਾ ਜਦੋਂ ਤੂੰ ਮੋੜੇਂਗਾ। ਜਾਂ ਮੁੜਦਾ ਉਹ ਕਾਪੀ ਕੱਢ ਕੇ ਬਹਿ ਜਾਂਦੇ, ਉੱਥੇ ਰਿਕਾਰਡਿੰਗ ਆ। ਤੁਸੀਂ ਹੈਰਾਨ ਹੋਵੋਗੇ, ਆਪਣੇ ਤਾਂ ਹੁਣ ਆਈ ਆ ਵੀਡੀਓ, ਧਰਮਰਾਜ ਕੋਲੇ ਪਹਿਲਾਂ ਹੀ ਹੁੰਦਾ ਸਾਰਾ ਕੁਝ, ਔਰ ਬਿਠਾ ਕੇ ਬੜੇ ਪਿਆਰ ਨਾਲ ਸਕਰੀਨ 'ਤੇ ਦਿਖਾਉਂਦਾ ਤੁਸੀਂ ਆਹ ਕੋਈ ਕਰਮ ਕੀਤਾ ਸੀ ਫਲਾਣੇ ਥਾਂ। ਉਹ ਕਹਿੰਦੇ ਨਹੀਂ ਜੀ, ਕਹਿੰਦਾ ਚਲਾਓ ਆ ਦਿਖਾ, ਆ ਮੈਂ ਆ ਕਿ ਤੂੰ ਆ, ਟਾਈਮ ਵੀ ਨਾਲ ਆ ਰਿਹਾ, ਥਾਂ ਕਿਹੜੀ ਆ ਦੇਖ ਲੈ। ਇਹਦੀ ਇਹ ਸਜ਼ਾ ਲਿਖੀ ਹੋਈ ਹੈ ਇੱਥੇ ਵੀ ਤੱਤੇ ਤੇਲ 'ਚ ਵਾੜੋ ਇਹ ਬੰਦੇ ਨੂੰ। ਉੱਥੇ ਫਿਰ ਬੰਦਾ ਨਾ ਨਹੀਂ ਕਰ ਸਕਦਾ ਵੀ ਉਬਾਲਣਾ ਹੀ ਪੈਣਾ ਤੇਲ ਵਿੱਚ। ਜਿਹੜੀਆਂ ਸਜ਼ਾਵਾਂ ਕਹੀਆਂ ਜਾਂਦੀਆਂ ਨਾ ਕਰਤਨਾ ਛੂਟੀਆਂ ਬੇਗੁਣ ਜੰਮਪੁਰ ਜਾਹੇ ਬਾਣੀ 'ਚ ਮਹਾਰਾਜ ਨੇ ਕਿਹਾ। ਇਸ ਕਰਕੇ ਹਿਸਾਬ ਕਿਤਾਬ ਹੋਣਾ, ਸੋਚ ਸਮਝ ਕੇ ਕੰਮ ਕਰਿਆ ਕਰੋ। ਇਹ ਕੜਾ ਹੱਥ 'ਚ ਤਾਂਹੀਓ ਪਾਏ ਹੁੰਦੇ ਨੇ ਆਪਣੇ ਵੀ ਇਹ ਹੱਥ ਨੂੰ ਕੱਢ ਕੇ ਰੱਖਣਾ। ਇਹ ਕੜੇ ਤੋਂ ਯਾਦ ਆ ਜਾਏ ਗਲਤ ਕੰਮ ਨਹੀਂ ਕਰਨਾ। ਗਾਤਰਾ ਇਹਨੇ ਸਾਰੇ ਦੇਹੀ 'ਤੇ ਪਾਇਆ ਹੋਇਆ। ਕਿਰਪਾ ਤੇ ਆਨ ਕਿਰਪਾਨ ਹੈ, ਕਸ਼ਹਿਰਾ ਜੱਟ ਸਾਦੀ ਨਿਸ਼ਾਨੀ ਹੈ, ਕੰਘਾ ਹੈ, ਕੇਸ ਹੈ। ਇਹ ਕਕਾਰ ਸਾਡੇ ਸਾਰੇ ਇਸ਼ਾਰਾ ਹੀ ਕਰਦੇ ਨੇ, ਕਿਉਂਕਿ ਜੇ ਇਹਨਾਂ ਦੇ ਅਸਲੀ ਵਿਚਲੂਆਂ ਜਾਂਦੇ ਆ, ਇੱਕ ਹੁੰਦੀ ਸਾਇੰਸ, ਇੱਕ ਹੁੰਦੀ ਅਧਿਆਤਮਿਕ ਸਾਇੰਸ। ਉਹ ਬਹੁਤਿਆਂ ਨੇ ਪੜ੍ਹੀ ਨਹੀਂ ਹੁੰਦੀ। ਅਧਿਆਤਮਿਕ ਸਾਇੰਸ ਕਿਸੇ ਕਿਸੇ ਨੇ ਪੜ੍ਹੀ ਹੈ। ਇਸ ਕਰਕੇ ਜਿਹੜੀ ਇਹ ਆਮ ਸਾਇੰਸ ਹੈ ਇਹ ਤਾਂ ਹੈ ਮਾਇਆ ਇੱਕ ਤਰ੍ਹਾਂ ਦੀ, ਪਰ ਇਹ ਜਿਹੜੀ ਹੈ ਕੁਆਂਟਮ ਫਿਜ਼ਿਕਸ ਹੈ ਜਿਹੜੀ ਇਹ ਨਹੀਂ ਕਿਸੇ ਨੇ ਪੜ੍ਹੀ ਹੁੰਦੀ ਜ਼ਿਆਦਾ। ਕੁਆਂਟਮ ਫਿਜ਼ਿਕਸ ਦਾ ਬਹੁਤਿਆਂ ਨੂੰ ਗਿਆਨ ਨਹੀਂ ਹੁੰਦਾ, ਉਹਦੇ 'ਚ ਬਹੁਤ ਕੁਛ ਹੈ। ਪਦਾਰਥ ਗਿਆਨ ਜਿਹਨੂੰ ਕਹਿੰਦੇ ਆਪਾਂ। ਇਸ ਕਰਕੇ ਵੀ ਇਹ ਬਈ ਸੰਭਲ ਕੇ ਚੱਲੋ ਜਰਾ। ਸੋ ਜੇ ਜਾਣਾ ਲੜ ਛੱਜਣਾ ਸੰਭਲ ਬੁੱਕ ਭਰੀ। ਮੈਨੂੰ ਪਤਾ ਹੀ ਨਹੀਂ ਸੀ ਮੇਰੀ ਗੱਠ ਖੁੱਲ੍ਹ ਜਾਣੀ ਇੱਕ ਦਿਨ 9 ਸਵਾਸਾਂ ਦੀ।
ਪਤਾ ਹੁੰਦਾ ਤਾਂ ਮੈਂ ਸੰਭਾਲ ਕੇ ਕਰਦਾ ਸਾਰਾ ਕੁਝ। ਮੈਂ ਤਾਂ ਪਹਿਲਾਂ ਹੀ ਕੰਮ ਖਰਾਬ ਕਰ ਲਿਆ ਸਾਰਾ। ਸੋ ਕਹਿੰਦੇ ਨੇ, ਕੋਈ ਬੰਦਾ ਦੱਸਦਾ ਸੀ, ਕਹਿੰਦਾ ਵਿਆਹ 'ਚ ਪੁਰਾਣੇ ਟਾਈਮਾਂ 'ਚ ਬੰਦੂਕ ਲੈ ਕੇ ਜਾਂਦੇ ਹੁੰਦੇ ਸੀ। ਬਹੁਤ ਪੁਰਾਣੀ ਗੱਲ, ਜੰਗਲਾਂ 'ਚੋਂ ਲੰਘਣਾ ਲੋਕਾਂ ਨੇ। ਉਹ ਕਹਿੰਦੇ ਸਾਡੇ ਫੁੱਫੜ ਕੋਲੇ ਬੰਦੂਕ ਸੀਗੀ ਬਸ ਦਾ ਨਾਲ ਹੀ, ਵੀ ਫੁੱਫੜ ਜੇ ਡਾਕੂ ਆ ਗਏ ਫਿਰ ਤੂੰ ਮੁਕਾਬਲਾ ਕਰੇਗਾ। ਕਹਿੰਦਾ ਮੈਂ ਭਜਾ ਦੂੰ ਸਾਰੇ। ਉਹ ਵਿਆਹ ਵਿੱਚ ਜਿਹੜਾ ਆਵੇ ਫੁੱਫੜ ਚਲਾ ਕੇ ਤਾਂ ਦਿਖਾ, ਫਿਰ ਇੱਕ ਉਹ ਚਲਾ ਦਿਆ ਕਰੇ। ਫਲਾਨਾ ਆ ਗਿਆ ਚਲਾ ਕੇ ਤਾਂ ਦਿਖਾ, ਫਿਰ ਚਲਾ ਦਿਆ ਕਰੇ। ਰੌਂਦ ਸਾਰੇ ਮੁਕਾ ਲਏ ਫੁੱਫੜ ਨੇ। ਜਾਂ ਜੰਗਲ 'ਚ ਗਏ ਡਾਕੂ ਆ ਗਏ, ਕਹਿੰਦੇ ਫੁੱਫੜ ਨੂੰ ਚਲਾ, ਕਹਿੰਦੇ ਉਹ ਤਾਂ ਉੱਥੇ ਹੀ ਚਲਾਇਆ ਸਾਰੇ। ਕਹਿੰਦੇ ਹੁਣ ਡੰਡਾ ਜਾਂ ਕੀ ਕਰਨਾ ਫਿਰ ਤੇਰਾ? ਆਹ ਤੁਸੀਂ ਵੀ ਐਂ ਕਰਦੇ ਹੋ, ਚਲਾ ਦੇ। ਸਵਾਸ ਤੁਹਾਡੇ ਵਿਕਾਰਾਂ 'ਤੇ ਚੱਲ ਗਏ ਸਾਰੇ। ਸੋ ਇਸ ਕਰਕੇ ਚਲਤੇ 18, ਜਿੰਨੇ ਚਿਰ ਦੇਖੋ ਕੈਲਕੂਲੇਸ਼ਨ ਕੱਢੀ ਹੈ, ਜਿੰਨੇ ਚਿਰ 'ਚ ਚੱਲਦੇ ਹੋ 18 ਸਵਾਸ ਨਿਕਲ ਜਾਂਦੇ ਮੂੰਹ 'ਚੋਂ, ਬੈਸਤ 12 ਸਵਾਸ ਬੈਠੇ ਹੋਏ ਨਿਕਲਦੇ, ਚੱਲਦੇ 18 ਕਿਉਂ? ਖਰਚਾ ਜ਼ਿਆਦਾ ਆਉਂਦਾ। ਸੋਵਤ ਚਾਲਾਂ 30। ਜਿਹੜਾ ਬੰਦਾ ਸੌਂਦਾ ਉਹਨੇ ਚਿਰ 'ਚ ਉਹਦੇ 30 ਸਵਾਸ ਮੁੱਕ ਜਾਂਦੇ ਨੇ। ਸੌਣ ਵਿੱਚ ਸਵਾਸ ਜ਼ਿਆਦਾ ਮੁੱਕਦੇ ਆ। ਤਾਂ ਹੀ ਕਹਿੰਦੇ ਬਾਲਾ ਨਾ ਸੋਇਆ ਕਰੋ। ਅਲਪਹਾਰ ਸੁਰਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਫਿਰ ਇਹ ਜਿਹੜੇ ਮੈਥਨ ਕਰਦੇ 64 ਚੱਲਦਾ ਹੈ। ਜਿਹੜੀ ਗ੍ਰਸਤ ਕਿਰਿਆ ਕਰਦੇ ਲੋਕ, ਇਹਦੇ 'ਚ ਉਨੇ ਚਿਰ 'ਚ 64 ਸਵਾਸ ਖਤਮ ਹੁੰਦੇ ਨੇ। ਸਵਾਸਾਂ ਦਾ ਇੱਕ ਪੂੰਜੀ ਹੈ, ਖਜ਼ਾਨਾ ਹੈ, ਜਿਹੜਾ ਆਪਾਂ ਬੇਕਾਰ ਗਵਾਉਂਦੇ, ਪਤਾ ਨਹੀਂ ਹੈ ਹਲੇ। ਜਿਵੇਂ ਕੋਈ ਨਿਆਣਾ ਆਪਣੇ ਮਾਂ-ਬਾਪ ਦਾ ATM ਕਾਰਡ ਲੈ ਗਿਆ, ਉਹ 'ਚ 16 ਲੱਖ ਰੁਪਈਆ ਸੀ, ਨਿਆਣਾ ਮੈਂ ਕੱਢੇ ਖਾ ਲਏ, ਇੱਥੇ ਜਾਵੇ ਉਹ ਖਰੀਦ ਲੈ। ਪਤਾ ਤਾਂ ਉਦੋਂ ਹੀ ਲੱਗਿਆ ਜਦੋਂ ਖਾਤਾ ਜ਼ੀਰੋ ਹੋ ਗਿਆ ਉੱਥੇ। ਤੁਸੀਂ ਉਹ ਸਵਾਸਾਂ ਨੂੰ ਐਂ ਖਰਾਬ ਕਰੀ ਜਾਂਦੇ ਹੋ। ਜਦੋਂ ਉਹ ਮੁੱਕ ਕੇ ਨੇੜੇ ਜਿਹੇ ਰਹਿ ਗਏ, ਫਿਰ ਖਰਗੋਸ਼ ਵਾਂਗੂ ਭੱਜਦੇ ਹੋ ਫਟਾਫਟ। ਲੈ ਵੀ ਹੁਣ ਤਾਂ ਥੋੜ੍ਹੇ ਸਵਾਸ ਰਹਿ ਗਏ। ਇਸ ਕਰਕੇ ਇਹ ਸਵਾਸਾਂ ਦੀ ਪੂੰਜੀ ਹੈ। ਇਹ ਸਬਜੈਕਟ ਜਿਹੜੇ ਨੇ, ਇਹਨਾਂ ਨੂੰ ਆਪਣੇ ਆਪ ਸੰਭਾਲ ਕੇ ਉਹਨਾਂ ਨੇ ਨੰਬਰ ਪੂਰੇ ਲੈਣੇ ਆ। ਪਰ ਤ੍ਰੈ ਰੂਪ ਨਾ ਪੇਖਾ ਨੇਤਰ ਸਾਧ ਕੀ ਠਹਿਲ ਸੰਤ ਸੰਗੇਰ ਕਰ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਕੋ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਜ ਦੋਖ ਤੇ ਰਾਇਤ ਨਾਨਕ ਕੋਟ ਮੱਦੇ ਕੋ ਐਸਾ ਅਪਰਸ। ਕਿਉਂਕਿ ਆਪਾਂ ਕਿੱਥੇ ਬੈਠੇ ਹਾਂ? ਸੰਤਾਂ ਦੀ ਸੰਗਤ ਵਿੱਚ। ਸੋ ਇਸ ਕਰਕੇ ਹੈ ਸਿਆਣਿਆਂ ਨੇ ਤਰੀਕੇ ਬਣਾਏ ਹੁੰਦੇ ਨੇ। ਚੀਜ਼ ਦੇਖਣ ਨੂੰ ਇੰਨੀ ਕੁ ਲੱਗਦੀ ਹੈ। ਉਹ ਐਡਾ ਤੁਹਾਡਾ ਸਰੀਰ ਹੈ, ਕੋਈ 150 ਕਿਲੋ ਦਾ ਵੀ ਹੋਊਗਾ, ਕੋਈ 100 ਕਿਲੋ ਦਾ ਵੀ ਹੋਊ, 80 ਕਿਲੋ। ਚਲੋ ਗੋਲੀ ਜਿਹੜੀ ਹੁੰਦੀ ਬਿਮਾਰੀ ਦੀ, ਕੈਪਸੂਲ, ਇੰਨਾ ਕੀ ਹੁੰਦਾ। ਲੋਕ ਕਹਿੰਦੇ ਲੈ 4 ਅੱਖਰ ਕੀ ਕਰ ਲੈਣਗੇ ਵਾਹਿਗੁਰੂ ਮੰਤਰ ਦੇ। ਗੋਲੀ ਤਾਂ ਜਿੰਨੀ ਛੋਟੀ ਓਨੀ ਖੋਟੀ ਹੁੰਦੀ ਹੈ। ਇੱਕ ਬੰਦੇ ਨੂੰ ਦਰਦ ਹੁੰਦਾ ਸੀ ਦਿੱਲੀ, ਸੱਟ ਵੱਜੀ ਲੱਕ 'ਚੋਂ, ਲੱਕ ਬੜਾ ਇਹ ਦੁਖੇ, ਚੀਕਾਂ ਮਾਰੇ। ਉਹ ਡਾਕਟਰ ਨੇ ਨਿੱਕੀ ਜਿਹੀ ਗੋਲੀ ਦਿੱਤੀ, ਦਰਦ ਹਟ ਗਿਆ, ਨੀਂਦ ਆ ਗਈ। ਅਸੀਂ ਕਿਹਾ ਵੀ ਸਾਨੂੰ ਵੀ ਦੱਸ ਦਿਓ। ਕਹਿੰਦੇ ਇਹ ਰਿਕਮੈਂਡਡ ਚੀਜ਼ ਆ, ਇਹ ਡਾਕਟਰ ਲਿਖੇ ਤਾਂ। ਕਹਿੰਦੇ ਇਹਦੇ 'ਚ ਦੇਖੋ, ਗੋਲੀ ਲੈਣ ਲਈ ਆਧਾਰ ਕਾਰਡ ਦਿਖਾਉਣਾ ਪੈਂਦਾ ਉੱਥੇ ਸਾਰਾ ਘਰ ਦਾ ਐਡਰੈਸ ਲਿਖਾਉਣਾ ਪੈਂਦਾ ਵੀ ਇਹ ਬੰਦਾ ਗੋਲੀ ਲੈ ਕੇ ਗਿਆ ਸਾਤੋਂ। ਇਹ ਗੋਲੀ ਖਤਰਨਾਕ ਬਹੁਤ ਹੈ। ਆਪਾਂ ਕਹਿੰਦੇ ਵਾਹਿਗੁਰੂ ਮੰਤਰ ਜਿਹੜਾ ਇਹ 4 ਅੱਖਰ ਹੀ ਆ, ਇਹੀ ਤਾਂ ਹੈ। ਫਿਰ ਇਹ 4 ਅੱਖਰ ਹੀ ਬਹੁਤ ਵੱਡੇ ਆ। ਵਾਹਿਗੁਰੂ, ਇਹ ਜਿਹੜੇ 4 ਅੱਖਰ ਨੇ, ਗੁਰੂ ਨਾਨਕ ਸਾਹਿਬ ਜਦ ਧਰਤੀ 'ਤੇ ਆਉਣ ਤੋਂ ਪਹਿਲਾਂ ਸ੍ਰਿਸ਼ਟੀ ਹਲੇ ਬਣੀ ਨਹੀਂ ਸੀ। ਗੁਰਮੰਤਰ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ ਹੀ ਬਣਾਤਾ ਸੀ। ਤੇ ਅੱਜ ਕੱਲ੍ਹ ਹੁਣ ਸਾਰੇ ਪੜ੍ਹੇ ਲਿਖਿਆ ਹੋਈਆਂ ਆਦਤਾਂ ਬਣ ਗਈਆਂ। ਕਿੱਥੇ ਲਿਖਿਆ? ਸਰਬਲੋ ਪ੍ਰਕਾਸ਼ ਪੜ੍ਹੋ ਕਦੇ, ਉਹ 'ਤੇ ਲਿਖਿਆ
ਵੀ ਇਹ ਜਿਹੜਾ ਸਰਬਲੋ ਪ੍ਰਕਾਸ਼ 'ਚ ਲਿਖਿਆ ਵੀ 4 ਅੱਖਰਾਂ ਦਾ ਅਭਿਆਸ ਸਤਿਗੁਰੂ ਨਾਨਕ ਸਾਹਿਬ ਨੇ ਪਹਿਲਾਂ ਨਿਰੰਕਾਰ ਜੀ ਨੇ ਗੁਰੂ ਨਾਨਕ ਰੂਪ ਹੋ ਕੇ 4 ਅੱਖਰਾਂ ਦਾ ਅਭਿਆਸ ਕਰਕੇ ਵਾਹਿਗੁਰੂ ਮੰਤਰ ਤਿਆਰ ਕੀਤਾ। ਵਾਹਿਗੁਰੂ ਵਾਹ 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 9 ਯੁੱਗ ਤੱਕ ਇਸੇ ਨੂੰ ਕਰਦੇ ਰਹੇ, 9 ਯੁੱਗ ਤੱਕ ਕਰਦੇ ਰਹੇ ਤੇ 9 ਯੁੱਗ ਤੱਕ ਫਿਰ ਹੇ 9 ਯੁੱਗ ਤੱਕ ਫਿਰ ਗੋ ਫਿਰ ਰੂ। ਇਹਨਾਂ ਦੇ ਵੀ ਅਰਥ ਨੇ, ਇਹ ਅੱਖਰ ਉਹ ਹੀ ਨਹੀਂ ਹੈਗੇ, ਇਹਨਾਂ ਵਿੱਚ ਬਹੁਤ ਕੁਝ ਛੁਪਿਆ ਪਿਆ। ਫਿਰ ਇਹ ਗੁਰਮੰਤਰ ਤਿਆਰ ਹੋਇਆ। ਜਦੋਂ ਭਾਈ ਗੁਰਦਾਸ ਜੀ ਬਨਾਰਸ ਗਏ ਕਾਸ਼ੀ, ਉੱਥੇ ਪੰਡਤਾਂ ਨੇ ਪੁੱਛਿਆ, ਜਦੋਂ ਰਾਮ ਗੋਬਿੰਦ ਦਾਮੋਦਰ ਹਰੀ ਮਾਧਵੇ ਮੁਰਾਰੀ ਅੱਖਰ ਹੈਗੇ ਆ, ਇਹ ਕੀ ਲੋੜ ਪੈ ਗਈ ਵਾਹਿਗੁਰੂ ਰਚਣ ਦੀ? ਤਾਂ ਉਸ ਵਕਤ ਭਾਈ ਗੁਰਦਾਸ ਜੀ ਕਹਿੰਦੇ, ਤੁਸੀਂ ਜਿਹੜਾ ਰਾਮ ਕਹਿੰਦੇ ਹੋ, ਰਾਮ ਇੱਕ ਯੁੱਗ ਦਾ ਜਾਪ ਹੈ ਬਸ। ਜਿਹੜਾ ਕਹਿੰਦਾ ਹਰੀ ਇੱਕ ਯੁੱਗ ਦਾ ਹੀ ਜਾਪ ਆ। ਜਿਹੜਾ ਕਹਿੰਦਾ ਓਮ ਨਮੋ ਭਗਵਤੇ ਵਾਸੁਦੇਵਾਏ, ਉਹ ਇੱਕ ਯੁੱਗ ਦਾ ਹੀ ਜਾਪ ਹੈ। ਗੋਬਿੰਦ ਹੈ ਇੱਕ ਯੁੱਗ ਦਾ ਜਾਪ ਹੈ। ਇੱਥੇ ਦੇਖੋ ਕੀ ਇਕੱਠਾ ਕੀਤਾ ਸਾਡੇ ਸਾਹਿਬਾਂ ਨੇ, ਸਤਿਗੁਰੂ ਨਾਨਕ ਸਾਹਿਬ ਨੇ। ਵਾਸੁਦੇਵ, ਦੂਜਾ ਅੱਖਰ ਆਉਂਦਾ ਹਰੀ, ਤੀਜਾ ਗਾ ਗੋਬਿੰਦ, ਚੌਥੇ 'ਚ ਆਉਂਦਾ ਰਾਮ। 4 ਯੁੱਗਾਂ ਦੇ 4 ਮੰਤਰਾਂ ਦੇ ਪਹਿਲੇ ਅੱਖਰ ਲੈ ਕੇ ਜੋੜ ਕੇ ਇਹ ਬਣਾਇਆ ਵਾਹਿਗੁਰੂ। ਇਹ 4 ਯੁੱਗਾਂ ਦਾ ਫਲ ਦੇ ਦਿੰਦਾ। ਸਿਆਣੇ ਹੁੰਦੇ ਨੇ, ਅੱਗੇ ਬਹੁਤ ਕੁਝ ਨਿਕਲਦਾ। ਮਲਟੀਵਿਟਾਮਿਨ ਕੀ ਚੀਜ਼ ਹੈ? ਕੱਲਾ B12 ਹੈ, ਹੋਰ ਇਕੱਠਾ ਉਹ ਕਰਕੇ ਤਾਂ ਕਹਿੰਦੇ ਨਹੀਂ B ਕੰਪਲੈਕਸ ਬਣਾ ਦਿਓ ਇੱਕ, ਪਰ ਇੱਕ ਹੁੰਦਾ ਮਲਟੀਵਿਟਾਮਿਨ। ਉਹ ਇਹ ਮਲਟੀਵਿਟਾਮਿਨ ਤੋਂ ਵੀ ਉੱਤੇ ਹੈ ਵਾਹਿਗੁਰੂ ਮੰਤਰ। ਇਸ ਕਰਕੇ ਕਲਗੀਧਰ ਪਿਤਾ ਜੀ ਨੇ ਬਹੁਤ ਸੋਚ ਸਮਝ ਕੇ ਬਖਸ਼ਿਆ ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਹੁਣ ਆਪਾਂ ਜਾਣੀਏ ਵੀ ਉਹਨਾਂ 'ਚ ਕੋਈ ਫਰਕ ਹੈ ਨਹੀਂ। ਅੱਜ ਗੁਰੂ ਅੰਗਦ ਦੇਵ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸਤਿਗੁਰੂ ਜੀ ਬਾਰੇ ਸੱਤਾ ਬਲਵੰਡਾ ਲਿਖਦੇ ਨੇ, ਜੋਤ 오ਹਾ ਜੋਤ ਸਾਇ ਸਹਿ ਕਾਇਆ ਫੇਰ ਪਲਟੀ ਹੈ। ਜੋਤ ਤਾਂ ਉਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਵਿੱਚ ਜੋਤ ਸੀ, ਉਹੀ ਗੁਰੂ ਅੰਗਦ ਦੇਵ ਤੇ ਅੱਗੇ ਕਹਿੰਦੇ ਗੁਰੂ ਨਾਨਕ ਸਾਹਿਬ ਕਿੱਥੇ ਨੇ? ਕਹਿੰਦੇ ਗੁਰੂ ਨਾਨਕ ਗੁਰੂ ਅੰਗਦ ਕੇ ਹੀਏ ਮੇ। 10 ਗੁਰਾਂ ਦੀ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। 2 ਰੂਪ ਨੇ ਆਪਣੇ ਸਾਰਿਆਂ ਦੇ। ਦੇਖੋ, ਇੱਕ ਤੁਹਾਡਾ ਸਰੀਰ ਹੈ, ਇਹਨੂੰ ਸਤੂਲ ਸਰੀਰ ਕਹਿੰਦੇ ਆ। ਇੱਕ ਇਹਦੇ ਅੰਦਰ ਸਰੀਰ ਦਾ ਸੂਖਮ, ਇੱਕ ਇਹਦੇ ਅੰਦਰ ਕਾਰਨ ਦੇ ਹੀ, ਇੱਕ ਹੁੰਦੀ ਆਤਮਾ। ਆਤਮਾ ਸਾਰਿਆਂ ਵਿੱਚ ਆਪਣੇ 'ਚ, ਬਸ ਉਹ ਆਪਾਂ ਨੂੰ ਦੇਖਦੇ ਨਹੀਂ ਹੈਗੇ, ਜਾਣੀ ਪਤਾ ਆਪਾਂ ਨੂੰ ਸਾਰਾ ਕੁਝ। ਇਸ ਕਰਕੇ ਜਿਵੇਂ ਕੋਈ ਪੰਡਤ ਕਥਾ ਕਰਦਾ ਸੀ, ਇੱਕ ਦੁਕਾਨਦਾਰ ਬਹਿ ਕੇ ਸੁਣਿਆ ਤੇ ਉਹਦਾ ਨਿਆਣਾ ਆ ਗਿਆ ਤਾਂ ਉਹ ਪਿਤਾ ਜੀ ਨੂੰ ਬੁਲਾਉਣ ਆਇਆ ਸੀ। ਉਹਨੇ ਥੋੜ੍ਹੀ ਜਿਹੀ ਗੱਲ ਸੁਣੀ ਵੀ ਗਊ ਮਾਤਾ ਨੂੰ ਖਿਲਾਉਣਾ ਬਹੁਤ ਫਾਇਦੇ 'ਚ ਹੁੰਦਾ, ਬੜਾ ਪੁੰਨ ਲੱਗਦਾ ਹੈ ਗੱਲ। ਨਿਆਣਾ ਸੀ, ਸਾਫ਼ ਦਿਲ ਸੀ, ਦੁਕਾਨ 'ਤੇ ਬਹਿ ਕੇ ਗਾਂ ਆ ਕੇ ਖਲ ਖਾਣ ਲੱਗ ਗਈ। ਉਹ ਬੜਾ ਖੁਸ਼ ਵੀ ਗਾਂ ਖਲ ਖਾਂਦੀ ਹੈ, ਰੱਬ ਖੁਸ਼ ਹੋਊਗਾ ਸਾਡੇ। ਇਹਨਾਂ ਨੂੰ ਉਹ ਆ ਗਿਆ ਦੁਕਾਨਦਾਰ, ਉਹ ਕਹਿੰਦਾ ਉਹ ਤੇਰੇ ਸਾਹਮਣੇ ਗਾਂ ਖਲ ਖਾਈ ਜਾਂਦੀ ਹੈ। ਚੱਕ ਕੇ ਸੋਟੀ ਮਾਰੀ, ਕਹਿੰਦਾ ਪਿਤਾ ਜੀ ਉੱਥੇ ਤਾਂ ਕਹਿੰਦੇ ਸੀ ਗਾਂ ਨੂੰ ਖਵਾਉਣਾ ਪੁੰਨ ਲੱਗਦਾ। ਕਹਿੰਦੇ ਕਾਕਾ ਕਥਾ ਦੀਆਂ ਗੱਲਾਂ ਕਥਾ ਛੱਡਿਆ ਕਰ, ਇਹ ਇੱਥੇ ਨਹੀਂ ਫਿੱਟ ਪੈਣੀ ਆਪਾਂ ਨੂੰ। ਇਸ ਕਰਕੇ ਆਪਾਂ ਵੀ ਜਿਹੜੇ ਆ ਨਾ, ਉਹ ਆਪਾਂ ਇੱਥੇ ਦੀਆਂ ਉਰੇ ਹੀ ਝਾੜ ਕੇ ਚਲੇ ਜਾਂਦੇ ਆ। ਕਹਿੰਦੇ ਇਹ ਤਾਂ ਕਹੀਓ ਜਾਣਾ ਹੈ ਨਾ। ਇਸ ਕਰਕੇ ਇਹ ਜਿਹੜਾ ਵਾਹਿਗੁਰੂ ਦਿੱਤਾ ਨਾ ਆਪਾਂ ਨੂੰ ਸਾਰਿਆਂ ਨੂੰ, ਇਹ ਬਹੁਤ ਵੱਡੀ ਬਖਸ਼ਿਸ਼ ਕੀਤੀ, ਫਤਿਹ ਦਿੱਤੀ ਮਹਾਰਾਜ ਨੇ।
ਜਾਗਦੀ ਜੋਤ ਹੈ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੇ। ਨਿਰੰਕਾਰ ਜੀ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲਦਾ। ਦਸੇ ਸਰੂਪ ਜਿਹੜੇ ਨੇ ਉਹ ਨਿਰੰਕਾਰ ਜੀ ਦਾ ਰੂਪ ਨੇ, ਸਾਰੇ ਆਪ ਪਰਮੇਸ਼ਰ ਨੇ। ਗੁਰੂ ਗ੍ਰੰਥ ਸਾਹਿਬ ਦੇ 'ਚੋਂ ਜੋਤ ਬਿਰਾਜਮਾਨ ਹੈ। ਇਹ ਬਹੁਤ ਸ਼ਾਂਤ ਮਨ ਨੇ, ਕਿਸੇ ਨੂੰ ਕੁਛ ਕਹਿੰਦੇ ਨਹੀਂ ਹੈ। ਜੇ ਪੁੱਛੋ ਤੁਸੀਂ ਕਹਿੰਦੇ ਨਹੀਂ ਕਿਸੇ ਨੂੰ ਕੁਛ, ਕਹਿੰਦੇ ਮੇਰੀ ਅੰਸੀ ਹੈ ਸਾਰੀ ਇਹ। ਕਿਹਨੂੰ ਕਹਾ? ਹਾਂ, ਲੇਖ ਭੁਗਤੂਗਾ ਜਿਹੜੀ ਗਲਤੀ ਕੀਤੀ ਇਹਨੇ। ਜਦ ਇਹ ਉਸ ਟਰੈਕ ਤੇ ਚੜ੍ਹ ਗਿਆ ਲੇਖ ਵਾਲੇ ਤੇ, ਉਦੋਂ ਰਿਹਾ ਹੀ ਨਹੀਂ ਹੈ ਭਾਈ, ਉਦੋਂ ਫਿਰ ਹਿਸਾਬ ਕਿਤਾਬ ਹੋਊਗਾ। ਇਸ ਕਰਕੇ ਵੀ ਇਹ ਜਿਹੜਾ ਤੁਹਾਡੇ ਭਲੇ ਲਈ ਹੀ ਦਿੱਤਾ ਸਾਰਾ ਕੁਛ, ਕਿਉਂਕਿ ਆਪਣੀ ਜਿਹੜੀ ਗ੍ਰਸਤੀਆਂ ਦੀ ਸੋਚ ਹੁੰਦੀ ਸਾਰਾ ਦਿਨ ਪੈਸੇ 'ਤੇ ਹੀ ਹੁੰਦੀ ਜ਼ਿਆਦਾਤਰ। ਕੋਈ ਕਰਮਾਂ ਵਾਲਾ ਹੁੰਦਾ ਜਿਹੜਾ ਲੱਗ ਜਾਂਦਾ ਨਾਮ ਵਾਲੇ ਪਾਸੇ ਨੂੰ। ਗ੍ਰਸਤੀ ਬੰਦਾ ਸਾਰਾ ਦਿਨ ਸੋਚਦਾ ਲੈਣ ਦੇਣ ਕਿੱਥੋਂ ਕਰਨਾ, ਕਿੱਥੋਂ ਬਣਨੇ ਜ਼ਿਆਦਾ, ਬਈ ਹੁਣ ਕਿੱਥੋਂ ਸਮਾਨ ਮਿਲਣਾ ਸਸਤਾ, ਕਿੱਥੋਂ ਮਹਿੰਗਾ ਮਿਲਦਾ। ਉਹ ਇਸੇ ਉਧੇੜ ਬੁਣ 'ਚ ਸਾਰੀ ਉਮਰ ਲੰਘ ਜਾਂਦੀ ਹੈ। ਭਗਤ ਕਬੀਰ ਜੀ ਕਹਿੰਦੇ ਕਿਨਹੂ ਬਾਂਝਾ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ। ਕਿਸੇ ਨੇ ਕਾਂਸੀ ਕਹੇ ਦਾ ਵਪਾਰ ਕੀਤਾ, ਕਿਸੇ ਨੇ ਤਾਂਬੇ ਦਾ ਕੀਤਾ, ਕਿਸੇ ਨੇ ਲੌਂਗ ਦਾ, ਕਿਸੇ ਨੇ ਸੁਪਾਰੀਆਂ। ਸੰਤੋ ਬਾਂਝਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਅਸੀਂ ਤਾਂ ਜਿਹੜਾ ਵਪਾਰ ਕੀਤਾ ਉਹ ਨਾਮ ਦਾ ਕੀਤਾ। ਹਰ ਕੇ ਨਾਮ ਕੇ ਵਿਆਪਾਰੀ। ਅਸੀਂ ਤਾਂ ਇਹ ਦੇਖਣਾ ਵੀ ਸਾਨੂੰ ਫਾਇਦਾ ਕਿੱਥੇ ਜ਼ਿਆਦਾ, ਫਾਇਦਾ ਕਿੱਥੇ ਆ ਇਹ ਦੇਖਣਾ। ਹੁਣ ਇੱਥੇ ਸਾਨੂੰ ਜ਼ਿਆਦਾ ਫਾਇਦਾ ਹੁੰਦਾ ਸੰਗਤ ਵਿੱਚ, ਪਰ ਇੱਥੇ ਆ ਕੇ ਸਾਡਾ ਮਨ 'ਚ ਭੱਜਦਾ। ਇੱਥੋਂ ਲੇਟ ਹੋ ਗਏ, ਜਲਦੀ ਘਰੇ ਜਾਣਾ 100 ਕੰਮ ਹੈ। ਜੇ ਵਿਆਹ 'ਚ ਜਾਣਾ, ਉੱਥੇ ਜੇ ਉਹ ਕਹਿਣ ਵੀ ਸ਼ਾਮ ਨੂੰ ਖਾਣਾ ਪੀਣਾ ਵੀ ਅੱਜ, ਤੇ ਭੰਗੜੇ ਨਾਚ ਵੀ ਆ, ਕਹਿਣਗੇ ਚੱਲ ਕੋਈ ਨਹੀਂ ਕੱਲ੍ਹ ਨੂੰ ਜਾ ਵੜਾਂਗੇ। ਤੁਹਾਨੂੰ ਇਹ ਤਾਂ ਪਤਾ ਨਹੀਂ ਵੀ ਲਾਹਾ ਕਿੱਥੇ ਆ। ਜਾ ਕੇ ਹੋਏ ਸੋਈ ਬਿਹਜ ਹੋ ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਾਹਰ ਨਾ ਹੋਏਗਾ ਫੇਰਾ। ਮਹਾਰਾਜ ਕਹਿੰਦੇ ਨੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ, ਸਸਤਾ ਵੱਖਰ ਤੂੰ ਕਿੰਨਾ ਨਾਹੀ, ਪਾਪੀ ਬਾਧਾਰੇ ਨਾਇਆ। ਬਿਜ਼ਨਸ ਦਾ ਪਤਾ ਨਹੀਂ ਹੈ, ਵਪਾਰ ਕਰਨ ਦਾ ਬਹੁਤਾ ਨਹੀਂ ਪਤਾ ਹੈ ਵੀ ਵਪਾਰ ਕਰਨਾ ਕਿਵੇਂ ਆ, ਵਪਾਰ ਦੀਆਂ। ਇਸ ਕਰਕੇ ਮੇਰਾ ਇੰਨਾ ਇਹ ਫਤਿਹ ਲਈ ਹਾਲੇ ਤੱਕ ਗਰਾਊਂਡ ਤਿਆਰ ਕੀਤਾ ਮੈਂ, ਵੀ ਤੁਸੀਂ ਕਹੋ ਜੀ ਹਾਂ ਉਹ ਸਾਰੇ ਬੁਲਾਉਂਦੇ ਆ ਵਾਹਿਗੁਰੂ, ਬਈ ਚਲੋ ਜੀ ਢੱਠੇ ਜੇ ਮਨ ਨਾਲ ਬੁਲਾਉਂਦਾ। ਕਿਉਂਕਿ ਤੁਹਾਨੂੰ ਜਿਹੜੀ ਤੁਹਾਨੂੰ ਅਧਿਆਤਮਿਕ ਸਾਇੰਸ ਆ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਕਿਸੇ ਨੂੰ। ਇੱਕ ਬੰਦਾ ਸ਼ਾਇਦ ਬੈਠਾ ਹੋਊਗਾ ਵਿੱਚ, 2 ਬੈਠੇ ਹੋਣਗੇ। ਹੱਥ ਕਿਉਂ ਜੋੜਦੇ ਅਰਦਾਸ ਵਿੱਚ, ਇਹ 'ਚ ਵੀ ਬੜੀ ਤਕੜੀ ਥਿਊਰੀ ਡੂੰਘੀ ਹੈਗੀ ਚੀਜ਼। ਹੱਥ ਕਿਉਂ ਜੋੜਦੇ ਆ? ਸਾਡਾ ਨਿੱਤ ਦਾ ਨਵਾਂ ਤਜਰਬਾ ਹੁੰਦਾ। ਕਈ ਚੀਜ਼ਾਂ ਨੇ ਜਿਹਦੇ 'ਚ ਆਪਾਂ ਐਂ ਚੌਂਕੜੀ ਮਾਰ ਕੇ ਜੇ ਕਰੀਏ ਨੁਕਸਾਨਦੇਹ ਹੁੰਦੀਆਂ। ਇੱਥੇ ਵੀ ਚੌਂਕੜੀ ਮਾਰਦੇ ਹਾਂ। ਜਦੋਂ ਆਪਾਂ ਕਥਾ ਕੀਰਤਨ ਸੁਣਦੇ, ਬਾਣੀ ਸੁਣਦੇ, ਪੜ੍ਹਦੇ ਹਾਂ, ਜਿਹੜੀ ਸਾਡੀ એનર્ਜੀ ਆ ਉਹ ਬਾਹਰ ਨੂੰ ਚਲੀ ਜਾਂਦੀ ਹੁੰਦੀ ਹੈ। ਗੁਰੂ ਦੀ ਹਜ਼ੂਰੀ 'ਚ ਹੱਥ ਜੋੜ ਕੇ ਬਹਿਣਾ, એનર્ਜੀ ਵੇਸਟ ਨਹੀਂ ਜਾਂਦੀ। ਇੱਥੇ ਹੀ ਨੇ ਸਰਕਲ ਕਰੀ ਜਾਣਾ। ਇੱਧਰੋਂ ਆਹ ਕਾਂਟਾ ਵੱਜਿਆ ਹੋਇਆ, ਇਹਨੇ ਇੱਥੇ ਹੀ ਸਰਕਲ ਕਰੀ ਜਾਣਾ ਤਾਕਤ ਨੇ। ਕਈ ਹੋਰ ਚੀਜ਼ਾਂ ਹੁੰਦੀਆਂ ਉਹਦੇ 'ਚ ਲੱਤ ਤੇ ਲੱਤ ਧਰ ਕੇ ਨਹੀਂ ਕਰੀਦੀ, ਕਿਉਂਕਿ ਉਹ ਕਟਿੰਗ ਕਰ ਦਿੰਦੀ ਆ ਉਹਨੂੰ। 2 ਚੀਜ਼ਾਂ ਨੇ। ਜਦੋਂ ਕੈਂਚੀ ਲੈ ਕੇ ਦਰਜੀ ਕੱਪੜਾ ਕੱਟਦਾ, ਉਹ ਚੰਗੇ ਨੂੰ ਕੱਟਦਾ। ਕੁੜਤਾ ਪਜਾਮਾ ਐਨ ਸਿਉਂਦੀ, ਜੇ ਘਰੇ ਆ ਕੇ ਨਿਆਣਾ ਕੈਂਚੀ ਚਲਾ ਦੇ ਸਿਉਂਤੇ ਹੋਏ ਤੇ ਉਹਦੇ ਕੁੱਟ ਪੈਂਦੀ ਹੈ। ਉਹ ਕਹਿੰਦਾ ਦਰਜੀ ਵੀ ਤਾਂ ਹੀ ਕਰਦਾ ਸੀ, ਦਰਜੀ ਤਾਂ ਕਿਸੇ ਢੰਗ ਨਾਲ ਕਰਦਾ ਹੀ, ਤੂੰ ਕੁੜਤਾ ਹੀ ਪਾੜਤਾ ਸਾਡਾ। ਇਹ ਚੀਜ਼ਾਂ ਸਿੱਖਣੀਆਂ ਪੈਂਦੀਆਂ ਵੀ ਇਹ ਹੱਥ ਹੁਣ ਜਿਹੜਾ ਅਰਦਾਸ 'ਚ ਐਂ ਖੜ੍ਹਦੇ ਨੇ ਕਿ ਕਦ ਮੁੱਕੋਗੇ, ਉਹ ਵੇਸਟ ਹੁੰਦੀ ਸਾਰੀ ਚੀਜ਼।
ਜੇ ਐਂ ਖੜਦੇ ਹਾਂ ਉਹ ਸਾਰੀ ਤਾਕਤ ਸਾਡੇ ਕੋਲੇ ਰਹਿ ਜਾਂਦੀ ਹੈ। ਜੇ ਸਮਝਾਵਾਂਗੇ, ਹੁਣ ਇਹ ਕਹਿੰਦੇ ਇਹ ਕਿਤੇ ਲਿਖਿਆ ਨਹੀਂ ਹੋਇਆ, ਇਹ ਕਿਸੇ ਗ੍ਰੰਥੀ ਕਥਾਵਾਚਕ ਨੂੰ ਨਹੀਂ ਪਤਾ, ਇਹ ਉਸ ਲਾਈਨ 'ਤੇ ਥੋੜ੍ਹੀ ਚੱਲਦੇ ਆ। ਇਹ ਤਾਂ ਵਪਾਰ ਕਰਦੇ ਆ। ਸੋ ਇਸ ਕਰਕੇ ਮਹਾਰਾਜ ਨੇ ਲਿਖਿਆ ਬਾਣੀ ਦੇ ਅੰਦਰ, ਜੋ ਜਾਨਾ ਮੈਂ ਕਥਨ ਨਹੀਂ ਕਰਤਾ, व्यापारी बसदा जो फिरता। ਜਿਹੜਾ ਕਹਿੰਦਾ ਮੈਂ ਕਥਾ ਦੇ ਕੱਢ ਦਾਂਗਾ ਵੱਟ, ਬਸ ਸਮਝ ਲਓ ਗਿਆ। ਇਸ ਕਰਕੇ ਉਹ ਜਿਹੜਾ ਬੰਦਾ ਹੈ ਉਹ ਤਾਂ ਵਪਾਰ ਕਰਦਾ ਪੈਸੇ ਦਾ। ਇਸ ਕਰਕੇ ਆ ਕਿ ਜੇ ਹੁਣ ਕਥਾ ਕਰਦੇ ਕਰਦੇ ਐ ਵੀ ਦੇਖਣਾ, ਫਿਰ ਛੇਤੀ ਫਤਿਹ ਵਧਾ ਲੈਣੀ। ਕਹਿੰਦੇ ਆਇਆ ਤਾਂ ਮੂਹਰੇ ਕੁਛ ਵੀ ਨਹੀਂ ਹੈ। ਇੱਕ ਅਮਰੀਕਾ ਤੋਂ ਪ੍ਰਧਾਨ ਸੀ ਗੁਰਦੁਆਰੇ ਦਾ, ਕਹਿੰਦੇ ਮੈਂ ਰਾਗੀ ਸਿੰਘਾਂ ਨੂੰ ਫੋਨ ਕੀਤਾ ਵੀ ਤੁਸੀਂ ਉੱਥੇ ਆਉਣਾ ਕੀਰਤਨ ਕਰਨ, ਹੋਰ ਕਿਸੇ ਗੁਰਦੁਆਰੇ ਗਏ ਹੋਏ ਸੀ। ਤਾਂ ਉਹ ਕਹਿੰਦੇ ਜੀ ਸਟੇਜ ਕਿੱਡੀ, ਕਹਿੰਦੇ ਸਟੇਜ 'ਤੇ ਭਾਵੇਂ 20 ਬੰਦੇ ਬਹਿ ਜਾਓ, ਸਾਡਾ ਸਟੇਜ ਬਹੁਤ ਵੱਡੀ ਆ। ਨਹੀਂ ਜੀ, ਉਹ ਫੇਰ ਪੁੱਛਣ ਸਟੇਜ ਕਿੰਨੀ ਕੁ ਆ, ਕਹਿੰਦਾ ਹੋਰ ਵੱਡੀ ਬਣਾ ਦਿਆਂਗੇ। ਉਹ ਫੇਰ ਪੁੱਛਿਆ ਸਟੇਜ ਕਿੰਨੀ ਕੁ ਆ, ਪ੍ਰਧਾਨ ਕਹਿੰਦਾ ਮੈਨੂੰ ਸਮਝ ਲੱਗੀ ਸਟੇਜ ਕਿੰਨੀ ਕੁ ਆ। ਕਹਿੰਦੇ ਬਲਕਿ ਜਦੋਂ ਅਸੀਂ ਕੀਰਤਨ ਕਰਾਂਗੇ ਪੈਸੇ ਕਿੰਨੇ ਕੁ ਆਉਣਗੇ। ਅਸੀਂ ਤਾਂ ਪੁੱਛਿਆ ਵੀ ਜਿੱਥੇ ਹੁਣ ਕਰਦੇ ਇੱਥੇ ਤਾਂ ਘੱਟੋ ਘੱਟ ਵੀ $700-800 $1200 ਵੀ ਹੋ ਜਾਣਾ ਦਿਹਾੜੀ ਦਾ। ਇਹ ਨਾ ਅਸੀਂ ਉੱਥੇ ਆਈਏ ਵੀ ਇੱਥੋਂ ਛੱਡ ਕੇ ਵੀ ਆਈਏ, ਉੱਥੇ ਤੁਸੀਂ ਦੇ ਕੇ $200-300 ਤੋੜ ਦਿਓ। ਸੋਚਣੀ ਦਾ ਫਰਕ ਹੁੰਦਾ। ਇੱਕ ਹੁੰਦੇ ਨੇ ਜਿਹੜੇ ਰੱਬ ਆਸਰੇ ਚੱਲਦੇ ਨੇ, ਮਾਇਆ ਦਾ ਤਿਆਗ ਕਰਕੇ ਚੱਲਦੇ ਨੇ, ਮਾਇਆ ਪਿੱਛੇ ਪਿੱਛੇ ਆ, ਉਹ ਅੱਗੇ ਅੱਗੇ ਆ। ਮਾਇਆ ਰੋਂਦੀ ਫਿਰਦੀ ਮਗਰ ਮਗਰ, ਕਿਤੇ ਲਾ ਦਿਓ ਚੱਜ ਦੇ ਕੰਮ 'ਤੇ। ਇਸ ਕਰਕੇ ਆ ਕਿ ਆਪਣੀ ਬਿਰਤੀ ਸੁਰਤੀ ਨੂੰ ਬਦਲੋ। ਬੜੇ ਪਿਆਰ ਨਾਲ ਜੇ ਕਿਸੇ ਨੂੰ ਕਹੀਏ ਲਾ ਗੋਲੀ ਖਾ ਲੈ ਸਰੀਰ ਤਕੜਾ ਹੋ ਜਾਊ, ਨਾ ਆਹ ਗੋਲੀ ਆ ਕੋਈ, ਫਿਰ ਉਹਨੂੰ ਉਹਦਾ ਸਾਲਟ ਪੜ੍ਹਾਈ ਦਾ ਸਾਰਾ, ਅੱਛਾ ਹੈ ਤਾਂ ਤਗੜੀ ਤਾਂ ਕਿੰਨੇ ਦੀ ਆ ਇਹ ਇੱਕੋ ਹੀ ਗੋਲੀ 200 ਦੀ ਆ। ਫਿਰ ਉਹ ਹੋਰ ਕੰਨ ਖੜੇ ਕਰਦਾ, ਅੱਛਾ 200 ਦੀ ਗੋਲੀ, ਇਹ ਤਾਂ ਬੜੀ ਮਹਿੰਗੀ ਆ ਵੀ, ਚੀਜ਼ ਆ ਇੱਕ, ਖਾ ਕੇ ਤਾਂ ਦੇਖ। ਇਸ ਕਰਕੇ ਉਹਦੇ ਵਿੱਚ ਜਦੋਂ ਇਹ ਸਾਰੀ ਇਹੀ ਪ੍ਰਚਾਰ ਹੁੰਦਾ, ਤੁਸੀਂ ਕਹਿੰਦੇ ਹੋ ਵਾਹਿਗੁਰੂ ਵਾਹਿਗੁਰੂ ਕਰਦਾ, ਵਾਹਿਗੁਰੂ ਕਰਦਾ। ਉਹ ਮੈਂ ਤਾਂ ਤੁਹਾਨੂੰ ਦੱਸਾਂ, ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਬਲੂ ਸਟਾਰ ਜਿਹੜੇ ਸੰਤ ਕਰਤਾਰ ਨੇ ਸਪੁੱਤਰ ਸੀ, ਸ਼ਹੀਦ ਹੋਏ, ਉਹਨਾਂ ਨਾਲ ਮੈਂ ਗੱਲ ਕਰਦਾ ਰਹਿਣਾ ਸੀ। ਉਹ ਛੋਟੇ ਛੋਟੇ ਹੁੰਦੇ ਸੀ ਉਦੋਂ। ਉਹ ਮੈਂ ਕਿਹਾ ਭਾਈ ਸਾਹਿਬ ਜਿਹੜੀ PhD ਤੁਸੀਂ ਕਰ ਰਹੇ ਹੋ ਖਾਲਸਾ ਕਾਲਜ 'ਚ, ਇਹ PhD ਕੀ ਹੁੰਦੀ ਹੈ? ਉਦੋਂ ਸਾਨੂੰ ਪਤਾ ਨਹੀਂ ਸੀ ਹੁੰਦਾ। ਲੋਕਾਂ ਦਾ ਇੱਕ ਅੱਖਰ ਦੇ ਉੱਤੇ ਥੀਸਿਸ ਲਿਖਿਆ ਜਾਂਦਾ। ਮੈਂ ਕਿਹਾ ਹੁਣ ਕਿੰਨਾ ਕਿਤਾਬਾਂ, ਕਹਿੰਦੇ ਬਸ ਕਿਤਾਬ ਕਤੂਬ ਤਾਂ ਠੀਕ ਹੀ ਹੁੰਦੀ ਹੈ। ਮੈਂ ਬਚਪਨ ਤੋਂ ਲੈ ਕੇ ਐਡਾ ਭਾਰਾ ਬਸਤਾ ਚੱਕਦੇ ਚੱਕਦੇ ਇੰਨੀਆਂ ਕਿਤਾਬਾਂ, ਇੰਨੇ ਸਬਜੈਕਟ, ਬਸ ਇੱਕ ਕਿਤਾਬ 'ਤੇ ਆ ਗਿਆ, ਇੱਕ ਕਿਤਾਬ ਦੇ ਅੱਖਰ 'ਤੇ ਆ ਗਿਆ। ਕੀ ਅੱਖਰ ਹੈ ਤੁਹਾਡਾ? ਕਹਿੰਦੇ ਕਿਰਪਾ। ਮੈਂ ਕਿਰਪਾ ਦੇ ਉੱਤੇ PhD ਕਰ ਰਿਹਾ, ਮੈਂ ਉਹਦਾ ਥੀਸਿਸ ਲਿਖ ਰਿਹਾ। ਇਹ ਗੱਲ ਹੈ, ਤੁਸੀਂ ਪੜ੍ਹ ਜਿੰਨਾ ਮਰਜ਼ੀ ਲਓ, ਦੁਕਾਨਦਾਰੀ ਕਰ ਲਓ, ਅਫੀਸਰੀ ਕਰ ਲਓ, ਜਾਓ ਜਿੱਥੇ ਮਰਜ਼ੀ, ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਰੋਟੀਆਂ ਉਹੀ ਮੂਹਰੇ ਹੋਣਗੀਆਂ, 2 ਕਣਕ ਦੀਆਂ ਅਤੇ ਨਾਲ ਸਬਜ਼ੀ ਹੋ, ਮੂੰਗੀ ਦੀ ਦਾਲ ਖਾਓਗੇ। ਖਾਣਾ ਇਹੀ ਹੈ। ਹੀਰੇ ਬਣਾ ਲਓ, ਉਹਨੂੰ ਕਿਹੜਾ ਫੱਕਾ ਮਾਰ ਲੈਣਾ ਤੁਸੀਂ? ਸੋਨੇ ਨੂੰ ਕਿਹੜਾ ਖਾ ਲੈਣਾ ਆਪਾਂ ਨੇ? ਇਹ ਜਿਹੜੀਆਂ ਬਿਰਤੀਆਂ ਨੇ ਸਿੱਖ ਦੀਆਂ ਨਹੀਂ ਹੋਣੀਆਂ ਚਾਹੀਦੀਆਂ। ਸਿੱਖ ਦੀਆਂ ਬਿਰਤੀਆਂ ਹੋਰ ਹੁੰਦੀਆਂ, ਆਮ ਲੋਕਾਂ ਦੀਆਂ ਬਿਰਤੀਆਂ ਹੋਰ ਹੁੰਦੀਆਂ। ਬਿਰਤੀ ਨੂੰ ਸਮਝਣ ਦਾ ਫਰਕ ਹੁੰਦਾ। ਇਸ ਕਰਕੇ ਕਈ ਬਾਹਰੋਂ ਰੀਸ ਕਰਦੇ ਆ ਵੀ ਲੈ ਸੰਤਾਂ ਕੋਲ ਲੰਬੀ ਗੱਡੀ ਅਸੀਂ ਵੀ ਲੈ ਲਈ, ਉਹਨਾਂ ਕੋਲ ਆਹ ਚੀਜ਼ ਅਸੀਂ ਵੀ ਬਣਾ ਲਈ। ਇਹ ਤਾਂ ਛੋਟੀਆਂ ਗੱਲਾਂ ਨੇ। ਤੂੰ ਆ ਤਾਂ ਜਰਾ, ਤੂੰ ਕੰਠ 'ਚ ਜਾਪ ਚੱਲਦਾ, ਰੋਮ ਰੋਮ ਹੁੰਦਾ ਤੇਰੇ, ਤੂੰ ਸਾਰੀ ਰਾਤ ਬਹਿ ਕੇ ਅਭਿਆਸ ਕਰਦਾ। ਨਹੀਂ ਕਹਿੰਦਾ ਉਹ ਤਾਂ ਨਹੀਂ ਕਰਦਾ, ਫਿਰ ਮੁਕਾਬਲਾ ਕਾਹਦਾ ਕਰਦਾ?
इस करके आ कि गुरमंत्र जिहड़ा है ये तां इन्हां दस्सिया भी कथा मैं भी मेरे तो अपना अभ्यास अपना स्टाइल है। मैं कई चिर ना फतेह की एक माला रोज़ करन लग पिया सी। जिवें आपां कहने वाहिगुरू 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 वाहिगुरू, मैं फतेह की माला करदा ही वाहिगुरू जी का खालसा वाहिगुरू जी की फतेह, वाहिगुरू जी का खालसा वाहिगुरू जी की फतेह, वाहिगुरू जी का खालसा वाहिगुरू। अपने आप जिवें पावर महसूस हुंदी सी, बड़ी ताकत है बई फतेह च। पंज बाणियां च इन्नी ताकत है, जे तुसीं पंज बाणी एक बार पढ़दे हो वो उन्नी ताकत है। पंज बाणियां पंज बारी पढ़ लो उन्नी ताकत है। कदे ये छुट्टी छाटी लैके कदे तजर्बा करके देख लिओ, ये पंज बाणियां पंज बारी पढ़ो, पंज बाणियां 7 बारी पढ़ो, 10 बारी पढ़ो, ये विच बहुत कुछ रखा होया है, वो एवें नहीं है। इस करके सारिया संगतां फतेह विच भी बहुत कुछ है। ढाडी सिंह कहने जिहदी जबान ते फतेह दी हर मैदान च फतेह है। कई कहणगे भी यह जी कोई चीज़ दो भी जिधर जाइए सारे काम बनते जान मेरे, जिधर जाइए तो यही तो है वो फतेह। फतेह भई मन जीत, बाणी च फतेह अखर कई बार आया, इस करके सारे यही है। गुरु साहब अगे अरदास करके तुरो किसी काम नूं, सारे राह फतेह पढ़ते जाओ, जाके फतेह बुलाओ, मोर्चा फतेह, कारज फतेह। ਜਿਹੜੀਆਂ ਪੁਰਾਣੀਆਂ ਸਾਰੀਆਂ ਚੀਜ਼ਾਂ ਸੀ ਉਹ ਹੁਣ ਖਤਮ ਕਰ ਦਿੱਤੀਆਂ, ਕਹਿ ਕਹਿ ਕੇ ਵੀ ਇਹ ਤਾਂ ਐਵੇਂ ਹੀ, ਇਹ ਤਾਂ ਐਵੇਂ ਹੀ, ਇਹ ਤਾਂ ਐਵੇਂ ਹੀ ਹੈ। ਐਵੇਂ ਨਹੀਂ ਹੈ। ਸੋ ਇਸ ਕਰਕੇ ਆਓ, ਇਹ ਤਾਂ ਫਤਿਹ ਦੀ ਹੀ ਸਾਰੀ ਗਰਾਊਂਡ ਬਣਿਆ। ਆ ਹੁਣ ਬੁਲਾਓ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਜੀ ਇੱਕ ਸਾਇੰਸਾਤਮਕ, ਹੁਣ ਮੈਂ ਚਾਹਾਂ ਮੈਂ ਸਾਰੀ ਦਿਹਾੜੀ ਵਿੱਚ ਤੇ 1000 ਵਾਰੀ ਫਤਿਹ ਬੁਲਾਉਣੀ ਆ, ਟਾਈਮ ਤਾਂ ਲੱਗੂ 1010 ਮਾਲਾ ਹੋ ਜਾਂਦੀ ਹੈ। ਮੰਨ ਲਓ ਰੱਬ ਦੀ ਕਿਰਪਾ ਨਾਲ ਉਰੇ 1000 ਬੰਦਾ ਬੈਠਾ, ਆਪਾਂ ਇੱਕ ਵਾਰ ਫਤਿਹ ਬੁਲਾਈ ਆ, ਉਹ 1000 ਫਤਿਹ ਹੋ ਗਈ ਤੇ 1000 ਸਭ ਦੀ ਝੋਲੀ 'ਚ ਪੈਣਾ। ਉਹ ਸਿਸਟਮ ਇੱਦਾਂ ਦਾ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਇਸ ਸੰਗਤ ਵਿੱਚ ਇੱਕ ਬਹੁਤ ਤਕੜਾ ਲਾਹਾ ਮਿਲਦਾ ਹੁੰਦਾ। ਗੁਰੂ ਸਾਹਿਬ ਸਾਹਮਣੇ ਪ੍ਰਕਾਸ਼ ਨੇ, ਮਹਾਰਾਜ ਜੀ ਦੇਣ ਵਾਲੇ ਨੇ, ਆਪਾਂ ਨੂੰ ਮਹਾਰਾਜ ਨੇ ਦੇਣਾ ਹੁੰਦਾ ਆਪਾਂ ਨੂੰ ਸਭ ਨੂੰ। ਇਸ ਕਰਕੇ ਇਹਦੇ ਵਿੱਚ ਆਪਣੇ ਮਨਾਂ 'ਚ ਚਾਅ ਰੱਖੋ, ਵੀ ਚਾਅ ਦੇ ਨਾਲ ਪਿਆਰ ਦੇ ਨਾਲ ਜਿਹਨੂੰ ਤਾਂ ਲੱਗੇ ਸਮਝ, ਉਹ ਤਾਂ ਫਤਿਹ ਜੇ ਨਹੀਂ ਵੀ ਬੁਲਾਉਣੀ ਤਾਂ ਵੀ ਬੁਲਾਉਂਦਾ। ਤੇ ਜਿਹੜੇ ਨਿਹੰਗ ਸਿੰਘ ਫੌਜਾਂ ਹੁੰਦੀਆਂ, ਜੇ ਦੂਰੋਂ ਨਿਸ਼ਾਨ ਸਾਹਿਬ ਦਿਖ ਜੂਗਾ ਉੱਥੇ ਹਾਲ ਕਰ ਦੇਣਗੇ, ਜਾਈ ਫਤਿਹ ਬੁਲਾ ਦੇਣਗੇ ਉੱਧਰ ਨੂੰ। ਉਹਨਾਂ ਨੂੰ ਸਮਝ ਆਏਗਾ ਵੀ ਇੱਧਰ ਨੂੰ ਅਕਾਲ ਜੀ ਬੈਠੇ ਨੇ, ਖੰਡਾ ਹੈ। ਕਈ ਕਹਿੰਦੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ, ਮੈਂ ਕਿਹਾ ਉਹ ਜਿਹੜਾ ਉੱਤੇ ਖੰਡਾ ਲੱਗਿਆ ਉਹ ਸ਼ਸਤਰ ਹੈ। ਉਹ ਇੱਕ ਨਿਸ਼ਾਨ ਸਾਹਿਬ ਨੂੰ ਖੜਾ ਕਰਨ ਲਈ ਕਿੰਨੇ ਲੱਖ ਸਿਰ ਲੱਗਿਆ ਹੋਇਆ ਆਪਣਾ। ਨਿਸ਼ਾਨ ਸਾਹਿਬ ਉਹ ਨਹੀਂ ਖੜਾ ਹੋਇਆ, ਫੌਜ ਦਾ ਝੰਡਾ ਡਿੱਗ ਪਿਆ ਨਾ ਫੌਜ ਵਿੱਚ, ਉਹ ਫੌਜ ਹਾਰ ਜਾਂਦੀ ਹੁੰਦੀ ਹੈ। ਇਸ ਕਰਕੇ ਜਾਂ ਕੇਸਰੀ ਚੰਦ ਨਾਲ ਜੰਗ ਹੋਇਆ ਸੀ, ਮੈਂ ਉਹ ਅਨੰਦਪੁਰ ਸਾਹਿਬ ਦਾ ਜੰਗ ਕੀਤਾ, ਜਦੋਂ ਕਥਾ ਸੁਣਾਇਆ ਸੀ ਉਦੋਂ ਮੈਂ ਇਹ ਚੀਜ਼ਾਂ, ਤੁਸੀਂ ਥੋੜ੍ਹਾ ਹੋਰ ਤਰ੍ਹਾਂ ਚੱਲਦੇ ਹੋ, ਤੁਸੀਂ ਤਾਂ ਸਾਖੀ ਸੁਣਾ ਪਏ। ਅਸੀਂ ਸਾਖੀ ਰੂਪ 'ਚ ਨਹੀਂ ਚੱਲਦੇ, ਅਸੀਂ ਉਹਦੇ ਵਿੱਚੋਂ ਪੁਆਇੰਟ ਫੜਦੇ ਹਾਂ। ਮੈਂ ਜਦੋਂ ਕਥਾ ਕਰਦਾ, ਹੁਣ ਮੈਂ ਵੀ ਚਲੋ ਬਾਹਲਾ ਤਾਂ ਨਹੀਂ ਪੜ੍ਹਿਆ, ਪਰ ਫਿਰ ਵੀ ਸਾਡੇ ਟਾਈਮ 10 ਪੜ੍ਹੇ DC ਲੱਗ ਜਾਂਦੇ ਸੀ, 8 ਪੜ੍ਹੇ ਨੂੰ DC ਲਾਉਂਦੇ ਹੁੰਦੇ ਸੀ। ਉਦੋਂ ਕਹਿੰਦੇ ਬੜਾ ਪੜ੍ਹਿਆ ਲਿਖਿਆ। ਸਾਡੇ ਵੇਲੇ ਤਾਂ 10ਵੀਂ ਵਾਲੇ ਵੀ ਤਕੜਾ ਹੁੰਦਾ ਸੀ, ਆਹ ਤਾਂ ਹੁਣ +2 ਤਾਂ ਕੁਛ ਵੀ ਨਹੀਂ ਹੈਗੀ, ਵਿਚਾਰੇ ਰੁਲਦੇ ਫਿਰਦੇ ਆ, ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਰੋਲੇ ਫਿਰਦੇ ਹੁਣ ਤਾਂ। ਸੋ ਇਸ ਕਰਕੇ ਹੈ ਕਿ ਉਹ ਜੇ ਇੰਨਾ ਬੰਦਾ ਪੜ੍ਹਿਆ ਹੋਵੇ ਨਾ, ਉਹਨੇ ਇਹਨਾਂ ਚੀਜ਼ਾਂ ਦੀ ਸੋਝੀ ਹੋਣੀ ਚਾਹੀਦੀ ਹੈ।
ਪੜ੍ਹਾਈ ਕਾਹਦੇ ਲਈ ਕੀਤੀ ਜਾਂਦੀ ਆ? ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਆ ਗਿਆਨ ਬਹੁਤਾ ਨਹੀਂ। ਜਦੋਂ ਅਸੀਂ ਇੱਕ ਗ੍ਰੰਥ ਸੀਗਾ ਸੰਤ ਕਰਤਾਰ ਸਿੰਘ ਜੀ ਕਹਿੰਦੇ ਚਲੋ ਤੁਸੀਂ ਅਧਿਆਤਮਕ ਪ੍ਰਕਾਸ਼ ਤੱਕ ਤਾਂ ਪੜ੍ਹ ਲਿਆ, ਇਹ ਵਿਚਾਰ ਸਾਗਰ ਕਰਾ ਤਾਂ ਮੈਂ ਦਿੰਦਾ, ਪਰ ਨਾਸਤਕ ਟਾਈਪ ਜੇ ਹੋ ਜਾਓਗੇ ਤੁਸੀਂ। ਕਹਿੰਦੇ ਰਹਿਣ ਹੀ ਦਿਓ ਇਹਨੂੰ, ਆਪਾਂ ਇੰਨੇ 'ਚ ਠੀਕ ਆ। ਸੋ ਇਸ ਕਰਕੇ ਕਿਉਂਕਿ ਸਾਰੇ ਬੰਦੇ ਉਹ ਚੀਜ਼ ਨੂੰ ਝੱਲ ਨਹੀਂ ਸਕਦੇ ਹੁੰਦੇ। ਹਰੇਕ ਚੀਜ਼ ਦਾ ਬੇਸ ਹੈ ਬੰਦਗੀ। ਬੰਦਗੀ ਬਹੁਤ ਹੋਣੀ ਚਾਹੀਦੀ ਹੈ ਤਾਂ ਉਹ ਗੱਲ ਬਣਦੀ ਹੈ। ਜਿਵੇਂ ਕੋਈ ਚੀਜ਼ਾਂ ਹੁੰਦੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਜਦੋਂ ਆ ਜਾਂਦੀਆਂ, 9 ਨਿੱਧੀਆਂ 18 ਸਿੱਧੀਆਂ ਆ ਜਾਂਦੀਆਂ, ਤਾਕਤਾਂ ਆ ਜਾਂਦੀਆਂ। ਹੁਣ ਜਿਵੇਂ ਪਿੰਡ 'ਚ ਕਿਸੇ ਕੋਲ ਜ਼ਮੀਨ ਆ, ਹਲਕਾ ਬੰਦਾ ਥੋੜ੍ਹਾ ਜਿਹਾ ਵੀ 50 ਕਿੱਲਿਆਂ 'ਚ ਜਿਹੜੀ ਫਸਲ ਨਿਕਲੀ ਵੇਚ ਕੇ ਆ ਕੇ ਜਾਂ ਲੱਖਾਂ ਰੁਪਏ ਉੱਥੋਂ ਮਿਲਦੇ ਨੇ, ਉਹ ਬਹੁਤ ਤੋਂ ਵੱਧ ਕਿੱਥੇ ਜਾਊ? ਠੇਕੇ 'ਤੇ ਜਾਊਗਾ। ਉੱਥੇ ਸ਼ਰਾਬ ਪੀ ਕੇ ਬੱਕਰੇ ਬੁਲਾਊਗਾ। ਕਿਉਂ? ਉਹ ਤਾਂ ਉਹ ਸੰਭਾਲੀ ਨਹੀਂ ਗਈ ਚੀਜ਼। ਥੋੜ੍ਹਾ ਨਾਲ ਤਾਂ ਬਾਣੀਏ ਚੰਗੇ ਆ। ਕਈ ਸ਼ਹਿਰਾਂ 'ਚ ਬਾਣੀਏ ਦੇਖੇ ਨੇ, ਉਹੀ ਕੁੜਤਾ ਪਜਾਮਾ ਪਾਟਿਆ ਜਾਂ ਮੈਲਾ ਜਿਹਾ, ਅਤੇ ਇੰਨਾ ਰੁਪਈਆ ਬੋਰੀਆਂ 'ਚ ਭਰਿਆ ਪਿਆ ਹੁੰਦਾ ਉਹਨਾਂ ਦੇ ਘਰੇ, ਜਰਾ ਵੀ ਮਹਿਸੂਸ ਨਹੀਂ ਹੋਣ ਦਿੰਦੇ ਵੀ ਸਾਡੇ ਕੋਲ ਪੈਸੇ ਆ। ਇੱਕ ਬੰਦਾ ਮੈਨੂੰ ਕਹਿੰਦਾ ਸੀਗਾ, ਮਾਰਵਾੜੀ ਸੀ ਬਾਹਰ, ਕਹਿੰਦਾ ਤੁਹਾਡੇ ਪੰਜਾਬੀਆਂ ਨੂੰ ਫੌੜ ਮਾਰਨ ਦੀ ਬੜੀ ਆਦਤ। ਮੈਂ ਕਿ 8 ਲੱਖ ਮੈਂ ਉੱਥੋਂ ਲਿਆਂਦਾ, 10 ਲੱਖ 50 ਲੱਖ। ਕਹਿੰਦਾ ਕਦੇ ਸਾਡੇ ਬੰਦਿਆਂ ਨੇ ਸੁਣਾ, ਉਹ 2 ਪੈਸੇ ਬਚ ਜਾਣਗੇ, 4 ਪੈਸੇ ਆ ਜਾਣਗੇ। ਕਹਿੰਦਾ ਅਸੀਂ 2 ਪੈਸੇ 4 ਪੈਸੇ 10 ਪੈਸੇ ਤੋਂ ਵੱਧਦੇ ਹੀ ਨਹੀਂ ਹੁੰਦਾ, ਉਹ ਲੱਖ ਹੀ ਹੈ ਸਾਡਾ। 2 ਪੈਸੇ 2 ਲੱਖ ਨੂੰ 2 ਪੈਸੇ ਕਹਿਣਗੇ। ਆਪਣੇ ਵਾਲੇ ਟੌਰ ਕੱਢ ਕੱਢ ਕੇ ਦਿਖਾਉਂਦੇ ਵੀ ਮੈਂ ਕਰਦਾ, ਇੰਨੇ ਕਮਾਲ ਐ ਕਰਤੇ। ਇਹ ਚੀਜ਼ਾਂ, ਇਹੀ ਚੀਜ਼ ਹੁੰਦੀ ਜਦੋਂ ਇੱਧਰਲੇ ਪਾਸੇ ਵੀ ਅਧਿਆਤਮਕ ਤੌਰ 'ਤੇ ਸ਼ਕਤੀ ਆਉਣ ਲੱਗਦੀ ਹੈ। ਸ਼ਕਤੀ ਸਾਹਮਣੀ ਬਹੁਤ ਔਖੀ, ਜਰਨੀ ਬਹੁਤ ਔਖੀ। ਹਲਕੇ ਬੰਦੇ ਨੂੰ ਮਹਾਰਾਜ ਦਿੰਦੇ ਨਹੀਂ ਹੈ ਉਹ ਚੀਜ਼, ਤਾਕਤ ਨਹੀਂ ਦਿੰਦੇ ਕਿਸੇ ਬੰਦੇ ਨੂੰ। ਮੈਂ ਕਈ ਬੰਦੇ ਦੇਖੇ ਨੇ, ਕਈ ਸਾਧੂ ਸੰਤ ਵੀ ਦੇਖੇ ਨੇ, ਜਦੋਂ ਉਹਨਾਂ ਕੋਲ ਚੀਜ਼ਾਂ ਆਉਣ ਲੱਗ ਜਾਂਦੀਆਂ, ਸ਼ਕਤੀਆਂ ਆਉਣ ਲੱਗ ਗਈਆਂ, ਬਹੁਤ ਪੈਸਾ, ਮੱਥੇ ਟੇਕਣ ਵਾਲੇ ਜ਼ਿਆਦਾ ਹੀ ਆ ਗਏ ਕੁਛ, ਬਸ ਉਹ ਫਿਰ ਨਾ ਡਾਵਾਂਡੋਲ ਸਥਿਤੀ 'ਚ ਹੋ ਜਾਂਦੇ ਨੇ। ਕਿਉਂ? ਉਹ ਡਾਵਾਂਡੋਲ ਇਸ ਕਰਕੇ ਹੁੰਦੇ ਕਿ ਉਹਦੀ ਕਮਾਈ ਨਹੀਂ ਹੁੰਦੀ। ਬਿਨਾਂ ਕਮਾਈ ਤੋਂ ਇਹ ਚੀਜ਼ਾਂ ਸਾਂਭੀਆਂ ਨਹੀਂ ਜਾਂਦੀਆਂ ਹੈ, ਚੀਜ਼ਾਂ ਹੀ ਉਹਨੂੰ ਸਿੱਟ ਲੈਂਦੀਆਂ। ਪਿੱਛੇ ਜੇ ਇੱਕ ਸਿੰਘ ਮੈਨੂੰ ਮਿਲਿਆ, ਮੈਨੂੰ ਤਜਰਬਾ ਹੋਇਆ, ਮੈਂ ਕਥਾ ਵਿੱਚ ਤੁਹਾਨੂੰ ਦੱਸਿਆ ਸੀ ਵੀ ਕਿਸੇ ਮਹਾਤਮਾ ਦੀ ਸਾਖੀ ਪੜ੍ਹੀ ਸੀ। ਉਹ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਇਹਦਾ ਅਭਿਆਸ ਕਰ ਭਾਈ, ਤੈਨੂੰ ਮਾਇਆ ਬਹੁਤ ਮਿਲੂਗੀ। ਸੋ ਸੰਤ ਬਾਬਾ ਸ਼ਾਇਦ ਕਿਰਪਾਲ ਸਿੰਘ ਜੀ ਸੀਗੇ, ਮੀਰ ਭੰਡਾਰ ਵਾਲੇ, ਸੱਤੋ ਗਲੀ ਅੰਮ੍ਰਿਤਸਰ ਵਾਲੇ। ਉਹ ਮੁਸਲਮਾਨ ਕੋਈ ਸੀ, ਕਹਿੰਦਾ ਮਹਾਰਾਜ 47 ਜਿਹੀ ਤਾਂ ਇੱਧਰ ਰਹਿ ਗਏ, ਪਰ ਗਰੀਬੀ ਬਹੁਤ ਹੈ। ਕਹਿੰਦੇ ਇਹ ਕਲਾਮ ਪੜ੍ਹ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਕਹਿੰਦੇ ਇੱਕ ਦਿਨ ਮੈਂ ਮਹਾਂਪੁਰਖਾਂ ਤੁਰਿਆ ਜਾਵਾਂ, ਗੱਡੀ 'ਚੋਂ ਇੱਕ ਬੰਦਾ ਉਤਰਿਆ, ਗੋਡੀ ਹੱਥ ਲਾਉਣ ਲੱਗ ਗਿਆ। ਕਹਿੰਦੇ ਪਛਾਣਿਆ ਮਹਾਰਾਜ? ਕਹਿੰਦੇ ਮੜੰਗਾ ਤਾਂ ਜਾਣਾ ਪਛਾਣਾ ਇਹਦਾ। ਕਹਿੰਦਾ ਉਹ ਫਲਾਨਾ ਤੁਸੀਂ ਕਿਹਾ ਸੀ ਪ੍ਰਭ ਕੈ ਸਿਮਰਨ ਸਿੱਧ। ਹਾਂ ਜੀ ਮਹਾਰਾਜ, ਮੇਰੇ ਕੋਲ ਕਈ ਟਰੱਕ ਨੇ, ਅੱਜ ਮੇਰੇ ਕੋਲ ਸਭ ਕੁਛ ਹੈ। ਹੁਣ ਮੈਂ ਉਹ ਸੁਣੀ ਸੁਣਾਈ 'ਚ ਮੈਂ ਸੰਗਤ ਨੂੰ ਬੋਲਤੀ। ਇੱਕ ਬੰਦਾ ਕਹਿੰਦਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਮੈਂ 1.25 ਲੱਖ ਦਾ ਕਰ ਲਿਆ, ਉਹ ਤਾਂ ਸਾਰਾ ਕੁਝ ਹੁਣ ਆ ਗਿਆ, ਖੜ ਵੀ ਗਈਆਂ ਆ ਕੇ, ਬੜਾ ਕੁਛ ਆਇਆ, ਪਰ ਉਹ ਤਾਂ ਕੰਟਰੋਲ ਨਹੀਂ ਸੀ ਹੁੰਦਾ। ਹੁਣ ਕੰਟਰੋਲ ਇਹ ਤਾਂ ਹੁੰਦਾ ਜੇ ਉਹ ਨਾਲ ਇਹ ਪੜ੍ਹਦਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤਤ ਬੁੱਧ ਤੋਂ ਬਿਨਾਂ ਰਿੱਧ ਸਿੱਧ ਨਹੀਂ ਸਾਂਭ ਸਕਦੇ। ਉਹ ਮੈਨੂੰ ਇੱਕ ਤਜਰਬਾ ਹੋਇਆ, ਮੈਂ ਹੁਣ ਨਹੀਂ ਕਿਸੇ ਨੂੰ ਕਹਿਣਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਅੱਗੇ ਮੈਂ ਇੱਕ ਪੌੜੀ ਜਪਜੀ ਸਾਹਿਬ ਦੱਸਦਾ ਸੀ, ਉਹਦੇ ਨਾਲ ਚਲੋ ਸਿੰਘ ਨੂੰ ਮਾਇਆ ਹੀ ਖੜ ਗਈ ਸੀ ਆ ਕੇ। ਮਾਇਆ ਨੇ ਹੁਣ ਉਹਨੂੰ ਕੀ ਕਹਿਣਾ, ਜਿਹੜੀ ਗੱਲ ਕਿਹਾ ਕਰੇ ਉਹ ਕਰ ਦਿਆ ਕਰੇ, ਉਹ ਜਿਹੜੀ ਗੱਲ ਕਹੇ ਕਰ ਦਿਆ ਕਰੇ, ਪੁੱਠੀ ਗੱਲ ਕਹੇ ਉਹ ਵੀ ਕਰ ਦਿਆ ਕਰੇ। ਉਹ ਕਹਿੰਦੇ ਇਸ ਤਾਂ ਦਾਸ ਹਾਂ। ਡਿੱਗ ਪਿਆ, ਫਿਰ ਕੁਰੈਤੀਆ ਹੋ ਗਿਆ, ਕਈ ਕੁਝ ਹੋ ਗਿਆ। ਮੈਂ ਕਿਹਾ ਹੁਣ ਕਿੱਥੇ ਉਹ? ਕਹਿੰਦਾ ਗਈ। ਮੈਂ ਕਿਉਂ? ਕਹਿੰਦਾ ਮੈਂ ਹੀ ਡਿੱਗ ਪਿਆ।
ਸਾਂਭੀ ਨਹੀਂ ਗਈ। ਇਹ ਜਿਹੜੀ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਸਾਂਭਣਾ ਬਹੁਤ, ਹਰੇਕ ਮੈਨੂੰ ਇਹ ਬੜਿਆਂ ਦੇ ਫੋਨ ਆਉਂਦੇ, ਤੁਸੀਂ ਵੀ ਮੈਂ ਚੰਡੀ ਕਰ ਲਾਂ। ਫਿਰ ਮੈਂ ਤਾਂ ਕਈ ਵਾਰ ਹਾਲੇ ਵੀ ਸ਼ੀਸ਼ੇ 'ਚ ਮੂੰਹ ਦੇਖਦਾ ਹੋਇਆ, ਚੰਡੀ ਵਾਲਾ ਤੇਰਾ ਮੂੰਹ, ਐਵੇਂ ਚੰਡੀ ਕਰ ਲਾਂ। ਚੰਡੀ ਤੋਂ ਪਹਿਲਾਂ ਬਹੁਤ ਕੁਛ ਹੈ। ਮੈਂ ਕਿਹਾ ਜੇ ਗੈਸ ਸਿਲੰਡਰ ਦੇਖੋ ਕਦੇ ਉਹਦੀ ਤਹਿ ਕਿੰਨੀ ਮੋਟੀ ਹੁੰਦੀ ਹੈ, ਤਾਂ ਹੀ ਟਿਕਦੀ ਆ ਉਹ। ਜੇ ਤੁਸੀਂ ਉਹਨੂੰ ਪੀਪੇ 'ਚ ਪਾ ਦਿਓ, ਪੀਪਾ ਤਾਂ ਹੁਣੇ ਫਟ ਜਾਊਗਾ। ਤੁਸੀਂ ਹੈਗੇ ਪੀਪੇ ਵਰਗੇ ਖੜਖੜ ਕਰਦੇ ਫਿਰਦੇ ਆ, ਤਾਕਤ ਮੰਗਦੇ ਵੱਡੀ। ਚੰਡੀ ਤਾਂ ਸਹਾਰਨੀ, ਤੇਜ ਪ੍ਰਤਾਪ ਸਹਾਰਨੀ ਬਹੁਤ ਔਖੀ ਹੈ। ਹਾਲਾਂਕਿ ਇੱਕ ਵਾਰ ਕਿਸੇ ਗੁਰਸਿੱਖ ਕੋਲ ਬੈਠੇ ਸੀ ਸ਼ਾਮ ਦੇ ਟਾਈਮ, ਮੈਂ ਕਿਹਾ ਭਜੰਪਰੀਆ ਛੰਦ ਪੜ੍ਹਨ ਲੱਗਿਆ, ਦੇਖੀ ਕੌਣ ਆਊਗਾ। ਭਰੇ ਜੋਗਨੀ ਪੱਤਰ 64 ਚਾਰਿੰਗ ਚਲੀ ਠਾਮ ਠਾਮ ਡਕਾਰ ਡਕਾਰ ਨੇ ਪੜ੍ਹਿਆ। ਮੈਨੂੰ ਦੇਖਿਆ ਕੁਛ ਨਹੀਂ, ਉਹ ਕਹਿੰਦਾ ਆ ਗਏ। ਐਡਾ ਪ੍ਰਤਾਪ, ਇੰਨੀਆਂ ਬਾਹਾਂ ਤੇ ਇੰਨਾ ਪ੍ਰਕਾਸ਼, ਸਿੰਘ ਤੋਂ ਜਰ ਨਹੀਂ ਹੋਇਆ। ਮੈਂ ਤਾਂ ਦੇਖਿਆ ਵੀ ਕੁਛ ਸੀ, ਮੇਰਾ ਤਾਂ ਵੀ ਜੀ ਕਰੇ ਸਿਰ ਹੀ ਛੱਡ ਦਿਆਂ। ਮੈਥੋਂ ਵੀ ਜਰ ਹੋਇਆ, ਹਾਲਾਂਕਿ ਕੁਛ ਵੀ ਨਹੀਂ ਸੀ ਦੇਖਿਆ ਮੈਂ। ਨਾਲੇ ਸਰੀਰ ਛੱਡਣ ਵਾਲੇ ਹੋ ਗਏ। ਫਿਰ ਮੂਲ ਮੰਤਰ ਕੀਤਾ, ਉਹ ਵੀ ਉਸਤਾਦਾਂ ਨੇ ਦੱਸਿਆ ਜੇ ਐਂ ਕੋਈ ਹੋ ਜਾਏ, ਮੂਲ ਮੰਤਰ ਸਭ ਤੋਂ ਉੱਤੇ ਹੈ। ਫਿਰ ਜਾਂ ਬ੍ਰਹਮ ਕਵਚ ਉੱਤੇ ਹੈ ਜਾਂ ਮੂਲ ਮੰਤਰ। 2-3 ਦਿਨ ਸਰੀਰ ਸੈੱਟ ਨਹੀਂ ਆਇਆ ਮੇਰਾ। ਫਿਰ ਹੁਣ ਤੁਸੀਂ ਕੋਈ ਬੰਦਾ ਕਹਿੰਦਾ ਮੈਂ ਸਾਂਭ ਲੂੰ। ਅੱਜ ਮੈਂ ਨਿਆਣੇ ਆਪਣੀ ਗੋਦੀ 'ਚ ਬਹਿ ਗੱਡੀ 'ਚ ਕਹਿਣਾ ਮੈਨੂੰ ਚਾਬੀ ਦੇ, ਮੈਨੂੰ ਸਟੇਅਰਿੰਗ ਦੇ ਬਈ ਇਹਨੂੰ, ਤੈਨੂੰ ਸਾਰੇ ਟੱਬਰ ਨੂੰ ਨਹਿਰ ਸਿੱਟੂਗਾ ਇਹ, ਜਾਂ ਦਰਖਤ 'ਚ ਮਾਰੂ ਗੱਡੀ। ਤੁਹਾਡੀ ਆਉਂਦੀ ਤਾਂ ਹੈ ਨਹੀਂ ਇਹਨੂੰ। ਕਈ ਨਿਆਣੇ ਤਾਂ ਬੰਦੂਕਾਂ ਚੱਲ ਗਈਆਂ ਘਰਾਂ 'ਚ, ਕਈ ਨਿਆਣੇ ਤਾਂ ਰਿਵਾਲਵਰ ਚੱਲ ਗਏ, ਬੰਦੇ ਮਾਰਤੇ, ਮਾਂ ਬਾਪ ਨੂੰ ਮਾਰ ਛੱਡਦੇ ਨਿਆਣੇ, ਔਰ ਕੰਟਰੋਲ ਨਹੀਂ ਹੁੰਦਾ ਉਹਨਾਂ ਤੋਂ। ਇਸ ਕਰਕੇ ਸ਼ਕਤੀ ਨੂੰ ਪਾਉਣ ਤੋਂ ਪਹਿਲਾਂ ਭਗਤੀ ਦੀ ਲੋੜ ਹੁੰਦੀ। ਭਗਤੀ ਮੇਂ ਸ਼ਕਤੀ, ਬਾਬਾ ਦੀਪ ਸਿੰਘ ਦੀ ਫੋਟੋ ਲਿਖਿਆ ਨਾ, ਭਗਤੀ ਮੇਂ ਸ਼ਕਤੀ, ਸ਼ਕਤੀ ਮੇਂ ਭਗਤੀ ਨਹੀਂ ਹੈ। ਜੇ ਪਹਿਲਾਂ ਸ਼ਕਤੀ ਆ ਗਈ, ਸਿਵ ਸਖਤ ਆਪ ਉਪਾਇ ਕਾ ਕਰਤਾ, ਆਪੇ ਹੁਕਮ ਰਤਾਏ। ਇਹ ਸ਼ਿਵ ਤੇ ਸ਼ਕਤ ਉਹਨੇ ਪੈਦਾ ਕੀਤੇ ਨੇ, ਇਹ ਵੀ ਉਹਦਾ ਹੀ ਰੂਪ ਹੈ। ਸ਼ਿਵ ਈਸ਼ਵਰ ਜਿਹੜਾ ਸ੍ਰਿਸ਼ਟੀ ਸਾਜਦਾ, ਸ਼ਕਤ ਮਾਇਆ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇਹ ਜਿਹੜੀ ਸ਼ਕਤੀ ਹੈ ਨਾ, ਸ਼ਕਤੀ ਨੂੰ ਸਾਂਭਣਾ ਬਹੁਤ ਔਖਾ ਹੁੰਦਾ। ਆ ਤਾਂ ਗਈ, ਕੰਟਰੋਲ ਨਹੀਂ ਹੁੰਦੀ। ਪਰ ਇੰਨੀ ਮੇਰੀ ਜ਼ਿੰਦਗੀ ਲੰਘੀ ਕਰਦਿਆਂ ਕਰਦਿਆਂ, ਮੈਂ ਵੀ ਭਾਈ ਬਰੀਕ ਸਿੰਘੋਂ, ਉਹ ਕਹੇ ਸੀ ਇੱਕ ਅੱਖਰ 'ਤੇ ਆ ਗਿਆ। ਮੈਂ ਵੀ ਇੱਕ ਅੱਖਰ 'ਤੇ ਠੀਕ ਹਾਂ, ਬਾਕੀ ਤਾਂ ਠੀਕ ਹੈ ਸਾਰੇ ਅੱਖਰ, ਪਰ ਜਿਹੜਾ ਆਨੰਦ ਵਾਹਿਗੁਰੂ ਮੰਤਰ 'ਚ ਉਹ ਕਿਤੇ ਨਹੀਂ ਹੋ, ਇਹ ਖਿਲਾਰਾ ਨਹੀਂ ਪਾਉਂਦਾ ਇਹ। ਕਿਉਂਕਿ ਦੂਜਿਆਂ 'ਚ ਫੇਰ ਉਹ ਗੱਲ ਆ ਜਾਣੀ ਹੈ। ਯਾਰ ਮੂਲ ਮੰਤਰ ਹੀ ਲਾ ਲਓ, ਇੱਕ ਓਂਕਾਰ, ਓਂਕਾਰ ਸਭ ਦਾ ਪ੍ਰਕਾਸ਼, ਕਿ ਇੱਕ ਅਦਵੈਤ ਸਰੂਪ ਪਰਮਾਤਮਾ ਜੀ ਦਾ ਨਾਮ ਸੱਚਾ ਹੈ, ਕਰਤਾ ਸਾਰੀ ਸ੍ਰਿਸ਼ਟੀ ਦਾ ਪੁਰਖ ਪੂਰਨ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ, ਹਸਤੀ ਹੈ, ਜੂਨਾਂ 'ਚ ਨਹੀਂ ਆਉਂਦਾ। ਕਿੰਨਾ ਕੁਛ ਆ ਗਿਆ। ਸੁਤੇ ਪ੍ਰਕਾਸ਼ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਪਣੇ ਯੋਗ ਹੈ, ਆਦਿ ਕਾਲ ਤੋਂ ਸੱਚ ਸਰੂਪ ਹੈ, ਯੁੱਗਾਂ ਦੇ ਸ਼ੁਰੂ ਵਿੱਚ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਤੋਂ ਵੀ ਸੱਚ ਹੋਵੇਗਾ। ਇਹ ਤਾਂ ਖਾਸਾ ਖਲਾਰਾ ਜਿਹਾ ਹੋ ਗਿਆ। ਹਾਂ, ਮਨ ਦੀ ਅਵਸਥਾ ਦੀ ਗੱਲ ਕਰਦਾ। ਸਭ ਤੋਂ ਪਹਿਲਾਂ ਜਿਹੜਾ ਮਲ ਵਿਖੇਪ ਵਰਨ ਤਿੰਨ ਮੈਲਾ ਹੋਣਾ, ਪਹਿਲਾ ਮਲ ਹੈ। ਮਲ ਸੋ ਇਸ ਤਰ੍ਹਾਂ ਜਦੋਂ ਮੈਲ ਆਪਣੇ ਅੰਦਰ ਚੜ੍ਹੀ ਹੋਈ ਹੈ, ਵਿਕਾਰਾਂ ਦੀ, ਵਿਸ਼ਿਆਂ ਦੀ, ਹੋਰ ਮੈਲਾਂ ਕਈ ਨੇ। ਮੈਲ ਨੂੰ ਲਾਉਣਾ ਕਿਵੇਂ ਆ? ਮਲ ਫਿਰ ਵਿਖੇਪਤਾ ਹੁੰਦੀ ਹੈ, ਨਾਨਾਪਣ ਦੇਖਣਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨੇ ਕੋਈ ਇਹ ਅਵਸਥਾ, ਉਹਦੇ ਉਲਟ ਹੈ। ਪਰ ਸਾਰਿਆਂ ਦੇ ਵਿੱਚ ਅਲੱਗ-ਅਲੱਗ ਰੂਪ ਦੇਖਣਾ। ਫਿਰ ਆਉਂਦੀ ਆ ਅਵਰਨ। ਅਵਰਨ ਹੁੰਦਾ ਪਰਦਾ ਪੈ ਜਾਣਾ, ਪਰਦੇ ਵਿੱਚ ਸਾਰਾ ਕੁਝ ਢਕਿਆ ਹੋਇਆ, ਪਤਾ ਨਹੀਂ ਲੱਗਿਆ। ਇਹਨਾਂ ਦੇ ਬਰਾਬਰ ਬਰਾਬਰ ਇੱਕ ਇੱਕ ਚੀਜ਼ ਚੱਕ ਕੇ ਲਿਆਉਂਦੇ ਆ। ਮਲ ਦੇ ਸਾਹਮਣੇ ਰੱਖੋ ਕਰਮ,
ਕਰਮ ਦੇ ਨਾਲ ਮਲ ਕੱਟੀ ਜਾਂਦੀ ਹੈ। ਮਲ ਕਾਟੀ ਕਟਿਤ ਉਤਾਰੀ। ਕਰਮ ਨਾਲ ਕਿਵੇਂ ਮਲ ਕੱਟੀ ਜਾਂਦੀ? ਜਿਹੜੇ ਪਹਿਲਾਂ ਭਾਂਡੇ ਮਾਂਜਣੇ ਆ, ਮੋਟੀ ਮੋਟੀ ਮੈਲ ਲਾਹਾਂਗੇ ਪਹਿਲਾਂ, ਜਿਹੜੇ ਝਾੜੂ ਦੇਣਾ ਹੈ, ਜਿਹੜੇ ਜੋੜੇ ਝਾੜਨੇ ਆ। ਕਈ ਲੈਟਰੀਨਾਂ ਸਾਫ਼ ਕਰਦੇ ਰਾਤ ਨੂੰ, ਦਿਖਦੇ ਨਹੀਂ ਆ ਉਹ। ਕਈ ਜੋੜੇ ਝਾੜਦੇ ਛੁਪ ਕੇ, ਕਈ ਭਾਂਡੇ ਮਾਂਜਦੇ ਆ। ਉਹ ਮੋਟੀ ਮੋਟੀ ਮੈਲ ਜਿਹੜੀ ਹੈ ਇਹ ਸੇਵਾ ਲਾਉਂਦੀ ਆ ਹੌਲੀ 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 ਹੌਲੀ। ਔਰ ਮੈਲ ਵੀ ਐਸੀ ਕਿ ਦਿਖਦੀ ਨਹੀਂ। ਔਰ ਮੈਂ ਕਹਾਂ ਵੀ ਐਨਕ ਨਾਲ ਮੈਨੂੰ ਧੁੰਦਲਾ ਦਿਖਦਾ, ਲੱਗਿਆ ਤਾਂ ਕੁਛ ਨਹੀਂ, ਪਰ ਜਦ ਲਾ ਕੇ ਆਪਾਂ ਐਂ ਕਰਕੇ ਦੇਖਦੇ ਹਾਂ ਕਈ ਨਿਸ਼ਾਨ ਜੇ ਬਣ ਗਏ ਉੱਤੇ। ਉਹ ਫਿਰ ਇੱਕ ਕੱਪੜਾ ਜਿਹਾ ਹੁੰਦਾ ਉਹਨੂੰ ਸਾਫ਼ ਕਰਦੇ, ਐਨਕ ਸਾਫ਼ ਹੋ ਜਾਂਦੀ। ਇਹ ਜਿਹੜੀ ਮਲ ਹੈ, ਮਲ ਦਿਖਦੀ ਨਹੀਂ ਹੁੰਦੀ ਪਰ ਲੱਗੀ ਹੁੰਦੀ ਹੈ। ਇਹਨੂੰ ਸੇਵਾ ਰਾਹੀਂ ਹੀ ਕਰ ਸਕਦੇ ਹਾਂ। ਇਹ ਸੇਵਾ ਤੋਂ ਬਿਨਾਂ ਲੈਂਦੀ ਨਹੀਂ, ਮਲ ਕਰਮ ਨਾਲ ਲੈਂਦੀ ਹੈ। ਬਖਸ਼ੇਪਤਾ ਹੁੰਦੀ, ਨਾਨਾਪਣ ਦਿਖਣਾ। ਇਹ ਮੇਰਾ ਹੈ, ਤੇਰਾ ਹੈ, ਚੋਰ ਹੈ, ਠੱਗ ਹੈ, ਡਾਕੂ ਹੈ, ਦਰਖਤ ਹੈ, ਪਸ਼ੂ ਹੈ, ਪੰਛੀ ਹੈ, ਤਾਰੇ ਹੈ, ਚੰਦਰਮਾ ਹੈ, ਉਹ ਹੈ, ਉਹ ਹੋ ਜੋ। ਆਹ ਦੀਵਾਲੀ ਆਊਗੀ, ਆਪਾਂ ਖੰਡ ਦੇ ਖਿਡੌਣੇ ਲੈਂਦੇ ਆ। ਖੰਡ ਸਾਰਿਆਂ 'ਚ ਤਾਂ ਇੱਕੋ ਹੀ ਹੁੰਦੀ ਹੈ। ਕੋਈ ਚਿੜੀ ਬਣਿਆ, ਕੋਈ ਸ਼ੇਰ ਬਣਿਆ, ਕੋਈ ਬਘੇਰਾ ਬਣਿਆ, ਕੋਈ ਕੁਛ ਬਣਿਆ। ਖਾ ਸਾਰਿਆਂ ਨੂੰ ਲੈਂਦੇ ਆਪਾਂ। ਖੰਡ ਸਾਰਿਆਂ 'ਚ ਇੱਕੋ ਜੀ। ਇਸੇ ਪ੍ਰਕਾਰ ਸਾਰਿਆਂ ਵਿੱਚ ਇੱਕ ਬ੍ਰਹਮ ਹੈ। ਬ੍ਰਹਮ ਗਿਆਨੀ ਸਾਰਿਆਂ 'ਚ ਬ੍ਰਹਮ ਦੇਖਦਾ, ਉਹ ਸਰੀਰਾਂ ਨੂੰ ਨਹੀਂ ਦੇਖਦਾ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਕੋਲੇ ਸਿੰਘ ਆ ਗਏ 5-6, ਕਹਿੰਦੇ ਆਓ ਭਾਈ। ਕਹਿੰਦੇ ਮਹਾਰਾਜ ਵੀ ਇਹ ਕਹਿੰਦਾ ਸੰਤ ਮੈਨੂੰ ਬਹੁਤ ਪਿਆਰ ਕਰਦੇ ਆ, ਉਹ ਕਹਿੰਦਾ ਮੈਨੂੰ ਬਹੁਤ ਕਰਦੇ ਆ, ਉਹ ਕਹਿੰਦਾ ਮੈਨੂੰ ਬਹੁਤ ਕਰਦੇ। ਸੰਤ ਹੱਸ ਪਏ, ਕਹਿੰਦੇ ਨਹੀਂ ਭਾਈ ਤੁਹਾਨੂੰ ਵਹਿਮ ਹੈ, ਭੁਲੇਖਾ। ਮੈਂ ਤਾਂ ਤੁਹਾਡੇ ਅੰਦਰ ਜਿਹੜੀ ਜੋਤ ਹੈ ਨਾ, ਮੈਨੂੰ ਤਾਂ ਉਹ ਦਿਖਦੀ, ਮੈਂ ਤਾਂ ਜੋਤ ਨੂੰ ਪਿਆਰ ਕਰਦਾ। ਕਹਿੰਦਾ ਮੈਂ ਸਰੀਰਾਂ ਨੂੰ ਪਿਆਰ ਨਹੀਂ ਕਰਦਾ। ਫਿਰ ਭਾਈ ਉਹ ਦੇਖਣਾ ਪੈਂਦਾ ਵੀ ਇਹਦੇ ਅੰਦਰ ਕਿੰਨੀ ਕੁ 0 ਵਾਟ ਦਾ ਬਲਬ ਹੈ, ਜੇ 10 ਵਾਟ ਦਾ ਬਲਬ ਜਗਦਾ ਹੈ, ਇਹ 1000 ਵਾਟ ਦਾ ਜਗਦਾ ਹੈ, ਇਹ ਤਾਂ ਸੂਰਜ ਹੀ ਚੜ੍ਹਿਆ ਪਿਆ। ਉਹ ਅਲੱਗ-ਅਲੱਗ ਅਵਸਥਾਵਾਂ ਫੇਰ ਹੁੰਦੀਆਂ ਅੱਗੇ। ਸੋ ਇਸ ਕਰਕੇ ਇਹ ਜਿਹੜਾ ਮਲ ਤੇ ਬਾਅਦ ਬਖੇਪ ਆਉਂਦਾ ਹੈ, ਇਹ ਜਾਂਦਾ ਹੈ ਉਪਾਸਨਾ ਕਰਨ ਨਾਲ। ਉਪਾਸਨਾ ਕਰਨੀ ਹੈ, ਬਹਿ ਕੇ ਤੂੰ ਸੇਵਾ ਕਰਿਆ ਭਾਈ, ਹਾਂ ਮਹਾਰਾਜ ਹੁਣ ਕੀ ਕਰੀਏ? ਜਾਂ ਉੱਥੇ ਪਰੇ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲੈ, 5 ਬਾਣੀਆਂ ਕਰ ਲੈ, ਨਿਤਨੇਮ ਕਰ ਲੈ, ਹੋਰ ਕਰ ਲੈ, ਆਹ ਕਰ ਲੈ। ਬੜਾ ਚਿਰ ਪਾਠ ਹੀ ਕਰਾਇਆ। ਬਾਣੀ ਨੂੰ ਪੜ੍ਹਿਆ ਕਰ, ਬਾਣੀ ਨੂੰ ਸੁਣਿਆ ਕਰ, ਬਸ। ਹੁਣ ਅੱਗੇ ਕੀ ਕਰੀਏ ਜੀ? ਅਵਰਨ ਮੇਟਣ ਲਈ ਜਿਹੜਾ ਪੜਦਾ ਪਿਆ ਹੋਇਆ ਦਿਮਾਗ ਦੇ ਉੱਤੇ, ਬੁੱਧੀ 'ਤੇ, ਇਹ ਭਾਈ ਗਿਆਨ ਨੇ ਮਿਟਣਾ। ਪੜਦਾ ਜਿਹੜਾ ਗਿਆਨ ਹੁੰਦਾ ਹੈ, ਗੁਰ ਗਿਆਨ ਦਿਓ ਮਨ ਸਮਝਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਜਿਹੜਾ ਗਿਆਨ ਹੈ, ਗਿਆਨ ਦੇ ਨਾਲ ਅਵਰਨ ਮਿਟਦਾ। ਗਿਆਨ ਕਿੱਥੋਂ ਮਿਲਦਾ? ਕਥਾ 'ਚੋਂ। ਗੁਰ ਗਿਆਨ ਕਥਾ ਹਰ ਚੰਗੀ, ਕਥਾ ਵਿੱਚੋਂ ਫਿਰ ਗਿਆਨ ਲੈਂਦੇ ਆਪਾਂ। ਹੌਲੀ ਹੌਲੀ ਫਿਰ ਇਹ ਗਿਆਨ ਇੱਥੋਂ ਫਿਰ ਗਿਆਨ ਅੱਗੇ ਹੋ ਜਾਂਦਾ। ਜਿਉਂ-ਜਿਉਂ ਬਿਰਤੀ ਸੂਖਮ ਹੁੰਦੀ ਹੈ, ਪਹਿਲਾਂ ਸੇਵਾ, ਫਿਰ ਉਪਾਸਨਾ, ਫਿਰ ਗਿਆਨ। ਜੇ ਹੁਣ ਕਈ ਵਾਰ ਜੀ ਕਰਦਾ ਗੁਰਮੰਤਰ ਨੂੰ ਨਹੀਂ ਜੀ ਕਰਦਾ, ਫਿਰ ਅਸੀਂ ਸਮਝ ਜਾਂਦੇ ਵੀ ਅੱਜ ਮੋਟਾ ਜਿਹਾ ਹੋਇਆ ਮਨ, ਚਲੋ ਅੱਜ ਫਿਰ ਹੁਣ ਸੁਖਮਨੀ ਸਾਹਿਬ ਕਰਦੇ ਹਾਂ। ਅੱਜ ਸੁਖਮਨੀ ਸਾਹਿਬ ਨੂੰ ਨਹੀਂ ਕਰਦਾ ਹੈ, ਚਲੋ ਫਿਰ ਲੰਗਰ 'ਚ ਭਾਂਡੇ ਹੀ ਮਾਂਜਦੇ। ਕਹਿੰਦੇ ਬੈਗ ਮਾਰ ਗਿਆ। ਕਈ ਵਾਰ ਐਂ ਹੁੰਦਾ ਵੀ ਤੜਕੇ ਉੱਠਦੇ ਹਾਂ, ਗੁਰਮੰਤਰ 'ਚ ਐਸਾ ਚਿੱਤ ਜੁੜਿਆ ਵੀ 2 ਘੰਟੇ ਬੈਠਾ ਹੀ ਰਿਹਾ। ਅੱਜ ਇਕਾਗਰ ਆ ਵੀ। ਇਕਾਗਰ ਮਨ ਸਿਮਰਨ ਉੱਤੇ ਜ਼ਿਆਦਾ ਕੇਂਦਰਿਤ ਹੁੰਦਾ। ਤੁਸੀਂ ਸਮਝ ਲਿਆ ਕਰੋ। ਕਈ ਵਾਰ ਨਿਤਨੇਮ ਕਰਦਿਆਂ ਬੜੇ ਪਿਆਰ ਵਿੱਚ, ਰਸ ਵਿੱਚ ਆਪਾਂ ਪੜ੍ਹਦੇ ਹਾਂ, ਕਹਿੰਦੇ ਅੱਜ ਤਾਂ ਜੀ ਨਹੀਂ ਸੀ ਕਰਦਾ ਹਟਣ ਨੂੰ, ਬਹੁਤ ਰਸ ਆਇਆ, ਭਾਗਾਂ ਵਾਲਾ ਦਿਨ ਸੀ। ਪਰ ਇਹਦੀ ਅੰਦਰੂਨੀ ਗੱਲ ਕੀ ਹੈ? ਅੱਜ ਕੋਈ ਚੰਗੀ ਆਤਮਾ ਲਾਗੇ ਬੈਠੀ ਸੀ ਤੇਰੇ। ਬੋਲੇ ਸੋ ਨਿਹਾਲ।
ਜਦੋਂ ਕੋਈ ਸਿੱਖ ਕਿਤੇ ਵੀ ਪਾਠ ਕਰਦਾ ਮਰਿਆਦਾ ਨਾਲ ਸੁਣ ਕੇ ਸ਼ੁੱਧ ਪਾਠ ਕਰਦਾ, ਸ਼ਹੀਦ ਸਿੰਘਾਂ ਨੂੰ ਆਦਤ ਹੈ ਇਹ ਜ਼ਰੂਰ ਆਉਂਦੇ ਆ। ਚਲੋ ਉੱਥੇ ਨਿਊਯਾਰਕ ਕਿਸੇ ਘਰ ਦੇ ਸੁਖਮਨੀ ਸਾਹਿਬ ਦਾ ਪਾਠ ਲੱਗਿਆ ਤੇ ਇੱਕ ਸਿੰਘ ਕਹਿੰਦਾ ਵੀ ਮੈਂ ਪਾਠ ਸੁਣ ਰਿਹਾ ਸੀ ਤੇ ਕਹਿੰਦਾ ਦੋ ਸਿੰਘ ਬਰਛਿਆਂ ਵਾਲੇ ਦਰਵਾਜ਼ੇ 'ਚ ਖੜ੍ਹ ਗਏ ਸਾਡੇ। ਕਹਿੰਦਾ ਸਮਝ ਤਾਂ ਮੈਂ ਵੀ ਗਿਆ ਵੀ ਸ਼ਹੀਦ ਸਿੰਘ ਨੇ। ਕਹਿੰਦਾ ਜਦੋਂ ਭੋਗ ਪਿਆ ਕਹਿੰਦਾ ਦੂਜਾ ਕਹਿੰਦਾ ਚੱਲ ਚੱਲੀਏ। ਉਹ ਸਿੰਘ ਕਹਿੰਦਾ ਵੀ ਮਹਾਰਾਜ ਮੇਰੇ ਗਿਆਨੀ ਜੀ ਦਾ ਪਾਠ ਸੀ, ਹੁਣ ਕਥਾ ਸੁਣ ਲਓ ਉਹਨਾਂ ਦੀ। ਕਹਿੰਦੇ ਸਿੰਘਾਂ ਦਾ ਆਨੰਦ ਹੀ ਇੰਨਾ ਬਣ ਗਿਆ, ਇਹ ਤਾਹਾਂ ਦੀ ਚੀਜ਼ ਆ, ਹੁਣ ਠਾਹ ਨੂੰ ਆਉਣ ਜੀ ਨਹੀਂ ਕਰਦਾ। ਇਹ ਫਰਕ ਹੁੰਦਾ। ਜਦੋਂ ਤੁਹਾਡਾ ਮਨ ਕਦੇ ਕਦੇ ਬਹੁਤ ਟਿਕਾਊ 'ਚ ਹੁੰਦਾ ਤਾਂ ਮਤਲਬ ਕਿ ਅੱਜ ਕੋਈ ਚੰਗੀ ਰੂਹ ਗੇੜਾ ਲਾ ਕੇ ਗਈ ਹੈ। ਕਈ ਕਹਿਣਗੇ ਅੱਜ ਬੜੀ ਖੁਸ਼ਬੂ ਜੀ ਆਈ ਸੀ। ਖੁਸ਼ਬੂ ਵੀ ਆਉਂਦੀ ਹੈ ਜਦੋਂ ਕੋਈ ਚੰਗੀ ਰੂਹ ਗੇੜਾ ਲਾ ਕੇ ਜਾਂਦੀ ਹੈ। ਬਹੁਤ ਕੁਛ ਹੁੰਦਾ। ਇਹ ਹੋਰ ਦੁਨੀਆ, ਤੁਹਾਡੀ ਦੁਨੀਆ ਹੋਰ ਹੈ। ਮਾਇਆ ਤਾਂ ਨਿਰੀ ਗੰਦਗੀ ਹੋਈ ਆ। ਇਸ ਕਰਕੇ ਆ ਕਿ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਬਾਬਾ ਭਗਵਾਨ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਅੱਜ ਦਿਨ ਮਨਾ ਰਹੇ ਆ 22ਵੀਂ ਕਿ 24ਵੀਂ ਬਰਸੀ ਅੱਜ ਬਾਬਾ ਜੀ। ਅੱਜ ਹੀ ਦੇਖੋ ਕੁਦਰਤ ਦੇਵ ਨੇਤ ਨਾਲ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਹੈ। ਬੜੀ ਸੇਵਾ ਕੀਤੀ ਹੈ। 1591 'ਚ ਸ੍ਰੀ ਕਰਤਾਰਪੁਰ ਸਾਹਿਬ ਆਏ, ਆ ਕੇ ਦਰਸ਼ਨ ਵਾਸਤੇ ਵੀ ਸੋਚਿਆ ਵੀ ਜਾਂਦੇ ਰਹਿੰਦੇ ਆ। ਇਹਨਾਂ ਦੇ ਪਿਤਾ ਜੀ ਅਸਲ ਜਾਂਦੇ ਹੁੰਦੇ ਸੀਗੇ, ਜਵਾਲਾ ਜੀ। ਇਹ ਵੀ ਉਹ ਦੇਖਾ ਦੇਖੀ ਫਿਰ ਉਦੋਂ ਨਹੀਂ ਸੀ ਗੁਰੂ ਨਾਨਕ ਸਾਹਿਬ। ਇਹ ਜੀ ਭਾਈ ਇੱਕ ਜੋਧ ਰਾਏ ਹੁੰਦਾ ਸੀਗਾ ਇਹਨਾਂ ਦੇ ਪਿੰਡ ਦਾ। ਉਹਦੇ ਇਹ ਆਸਾ ਦੀ ਵਾਰ ਦੀ ਇੱਕ ਪੌੜੀ ਪੜ੍ਹੀ, ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈ ਆਪਣਾ ਸਾਹ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਰ ਨਿਹਾਲੀ ਹੈ। ਇਹ ਉਹ ਪੜ੍ਹਦਾ ਜਾਂਦਾ ਸੀ। ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਨੇ ਉਦੋਂ ਬਾਬਾ ਲਹਿਣਾ ਰੂਪ ਸੀਗੇ, ਕਹਿੰਦੇ ਭਾਈ ਮਾੜਾ ਰੁਕ, ਬੜੀ ਸ਼ਾਂਤੀ ਜੀ ਆਈ। ਕਿ ਫੇਰ ਸੁਣਾ, ਕਹਿੰਦੇ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈ ਆਪਣਾ ਸਾਹ ਘਾਲ ਬੁਰੀ ਕਿਉਂ ਘਾਲੀ ਹੈ, ਬੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ, ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੇ, ਕਿਛ ਲਾਹੇ ਉੱਪਰ ਘਾਲੀਆ। ਕਹਿੰਦੇ ਕਿੰਨਾ ਦੀ ਕਲਾਮ ਹੈ। ਉਦੋਂ ਮੁਸਲਮਾਨੀ ਰਾਜ ਹੋਣ ਕਰਕੇ ਨਾ ਇਹ ਬਾਣੀ ਦਾ ਹਾਲੇ ਪ੍ਰਚਲਿਤ ਨਹੀਂ ਸੀ ਹੋਇਆ, ਉਦੋਂ ਕਲਾਮ ਹੀ ਕਹਿੰਦੇ ਸੀ। ਸਮੇਂ ਸਮੇਂ ਦੀ ਗੱਲ ਹੈ। ਗੁਰੂ ਅਮਰਦਾਸ ਜੀ ਨੇ ਵੀ ਆਪਣੀ ਨੂੰਹ ਨੂੰ ਇਹੀ ਕਿਹਾ ਸੀ, ਬੀਬੀ ਅਮਰ ਨੂੰ, ਇਹ ਕਿੰਨਾ ਦੀ ਕਲਾਮ ਹੈ। ਉਹ ਕਹਿੰਦੇ ਜੀ ਇਹ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਦਰਸ਼ਨ ਹੋ ਜਾਣਗੇ। ਕਹਿੰਦੇ ਕਰਤਾਰਪੁਰ ਸਾਹਿਬ ਅੱਜ ਕੱਲ੍ਹ ਰੌਣਕਾਂ ਲੱਗੀਆਂ ਹੋਈਆਂ, ਉੱਥੇ ਗਏ ਸੰਗ ਨੂੰ ਕਹਿੰਦੇ ਤੁਸੀਂ ਇੱਥੇ ਖੜੋ, ਮੈਂ ਹੋ ਕੇ ਆਉਣਾ। ਘੋੜੀ 'ਤੇ ਚੜ੍ਹੇ ਹੋਏ ਗਏ। ਗੁਰੂ ਨਾਨਕ ਸਾਹਿਬ ਨੇ ਇੱਧਰੋਂ ਗੜਬਾ ਜਲ ਦਾ ਭਰਿਆ, ਬਹਾਨਾ ਜਿਹਾ ਲਾ ਕੇ ਵੀ ਖੇਤਾਂ ਨੂੰ ਚੱਲੇ ਆ। ਮੂਹਰੋਂ ਆ ਗਏ ਬਜ਼ੁਰਗ, ਦੇਖ ਕੇ ਪੁੱਛਿਆ, ਬਜ਼ੁਰਗੋ ਇੱਥੇ ਕੋਈ ਤਪਾ ਜੀ ਰਹਿੰਦੇ ਨੇ? ਕਹਿੰਦੇ ਆਓ ਜੀ, ਮੈਂ ਉੱਧਰ ਨੂੰ ਜਾਣਾ। ਲਗਾਮ ਫੜ ਲਈ ਤਾਂ ਆ ਪੈਦਲ, ਉਹ ਘੋੜੇ 'ਤੇ ਜਾਂ ਉਤਰੇ। ਕਹਿੰਦੇ ਇੱਥੇ ਬੰਨ੍ਹ ਦਿਓ ਘੋੜੀ, ਉਹ ਖੂਹ 'ਤੇ ਮੂੰਹ ਹੱਥ ਧੋ ਲਓ, ਉੱਥੇ ਅੰਦਰ ਨੇ। ਜਾਂਦਿਆਂ ਨੂੰ ਦੂਜੇ ਰਸਤੇ ਮਹਾਰਾਜ ਚਲੇ ਗਏ, ਪਲੰਘ 'ਤੇ ਬੈਠ ਕੇ ਜਾ ਕੇ ਜਦ ਜਾ ਕੇ ਦੇਖਿਆ, ਉਹ ਬੜਾ ਅੱਖਾਂ 'ਚੋਂ ਜਲ ਵਗਿਆ। ਤੁਸੀਂ ਸੀਗੇ? ਤੁਸੀਂ ਤਾਂ ਤੁਰ ਕੇ ਆਏ। ਮੈਂ ਕਹਿੰਦੇ ਚੰਗਾ ਹੋ ਗਿਆ ਨਾ, ਤੇਰਾ ਨਾਂ ਕੀ ਆ? ਕਹਿੰਦੇ ਮੇਰਾ ਨਾਂ ਲੈਣਾ। ਕਹਿੰਦੇ ਮੈਂ ਦੇਣਾ। ਲੈਣ ਵਾਲਾ ਵੱਡਾ ਹੁੰਦਾ, ਤੂੰ ਲੈਣਾ ਭਾਈ ਪਿਛਲਾ, ਮੈਂ ਤੇਰਾ ਦੇਣਾ। ਜਾਂ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਇਸ਼ਨਾਨ ਪਾਣੀ ਕਰ। ਪਰ ਨਾਲ ਦਿਆਂ ਨੂੰ ਕਹਿੰਦੇ ਜਾਓ ਭਾਈ, ਮੰਜ਼ਿਲ ਆ ਗਈ ਮੇਰੀ ਤਾਂ ਹੁਣ। ਰਾਤ ਨੂੰ ਫਿਰ ਦੇਵੀ ਉੱਥੇ ਝਾੜੂ ਦਿੰਦੇ ਦੇਗੀ। ਆ ਕਈਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਸ਼ਾਮ ਨੂੰ ਰਹਿ ਰਾਸ ਵੇਲੇ ਆਉਂਦੀ ਨੈਣਾ ਦੇਵੀ। ਲੰਬੇ ਲੰਬੇ ਵਾਲ ਹੁੰਦੇ ਉਹਦੇ, ਲੰਬੇ ਧਰਤੀ ਨੂੰ ਲੱਗਦੇ, ਵਾਲਾਂ ਨਾਲ ਦਿੰਦੀ ਝਾੜੂ। ਕਿ ਮਹਾਤਮਾ ਨੇ ਕਿਸੇ ਸਿੰਘ ਨੂੰ ਦਿਖਾਤਾ ਸੀ, ਕਹਿੰਦੇ ਦੇਖ ਲਓ ਹੈ ਕਿ ਨਹੀਂ।
ਕਰਦੇ ਕਿ ਨਹੀਂ ਸੇਵਾ? ਇਹ ਤਾਂ ਰਾਤ ਨੂੰ 12 ਤੋਂ 2 ਦੇਵੀ ਦੇਵਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ। 12 ਤੋਂ 2 ਦੇ ਵਿੱਚ ਜਦ ਆਪਾਂ ਸੌਂ ਜਾਂਦੇ ਹਾਂ, ਇਹ ਆਪਣੇ ਢੰਗ ਦੀ ਸੇਵਾ ਕਰਦੇ, ਪੋਚਾ ਵੀ ਲਾਉਂਦੇ ਆ, ਸਭ ਕੁਝ ਕਰਦੇ ਆ। ਲੀਲਾ ਅਜਬੀ ਇਹਨਾਂ ਦੀ। ਗੁਰੂ ਗ੍ਰੰਥ ਸਾਹਿਬ ਨੂੰ ਇਹ ਜ਼ਿਆਦਾ ਮੰਨਦੇ ਇਸ ਕਰਕੇ ਕਿਉਂਕਿ ਇਹਨਾਂ ਦੀ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ। ਇਹਨਾਂ ਨੂੰ ਪਤਾ ਅਸਲ ਨਿਰੰਕਾਰ ਜੀ ਇਹੀ ਨੇ। ਬਹੁਤ ਸੇਵਾ ਕਰਦੇ ਆ, ਮੰਗਦੇ ਰਹਿੰਦੇ ਜਾ ਕੇ, ਮਹਾਰਾਜ ਇੱਕ ਵਾਰ ਮਨੁੱਖਾ ਦੇਹੀ ਦੇ ਦਿਓ, ਸਿੱਖਾਂ ਦੇ ਘਰੇ ਜਨਮ ਦੇ ਦਿਓ ਮਹਾਰਾਜ, ਇੱਕ ਵਾਰ ਮੈਂ ਵੀ ਹੁਣ ਸੇਵਾ ਕਰ ਲਾਂ ਤੁਹਾਡੀ। ਸਤਿਗੁਰੂ ਹੱਸ ਕੇ ਟਾਲ ਦਿੰਦੇ ਆ, ਦੇਵਤਾ ਤਾਂ ਤੈਨੂੰ ਬਣਾਇਆ ਹੋਇਆ, ਹੋਰ ਕੀ ਬਣਾ ਦਈਏ। ਫਿਰ ਮੁੜੇ ਆਉਂਦੇ ਉੱਥੋਂ। ਸ਼ਹੀਦ ਸਿੰਘ ਵੀ ਜਾ ਕੇ ਕਹਿ ਦਿੰਦੇ ਕਈ ਵਾਰੀ, ਮਹਾਰਾਜ ਜੀ ਮੈਨੂੰ ਸਿੱਖਾਂ ਦੇ ਘਰੇ ਜਨਮ ਦਿਓ, ਮੈਨੂੰ ਟਕਸਾਲ 'ਚ ਪੜ੍ਹਨਾ, ਮੈਂ ਪ੍ਰਚਾਰ ਕਰਨਾ ਸਿੱਖੀ ਦਾ। ਮੈਂ ਕਹਿੰਦੇ ਕੋਈ ਨਹੀਂ ਭਾਈ, ਸਮਾਂ ਆਊ ਦੇਖਾਂਗੇ। ਸਤਿਗੁਰ 'ਚ ਇਹ ਕਦੇ ਨਹੀਂ, ਸਤਿਗੁਰ ਬਾਹਲਾ ਨਹੀਂ ਬੋਲਦੇ ਆ, ਮਹਾਰਾਜ ਕਰ ਦੇਣਗੇ ਪਰ ਮੂੰਹੋਂ ਨਹੀਂ ਕਹਿਣਗੇ। ਕੋਈ ਗੱਲ ਹੋ ਉਹਨਾਂ ਨੇ 100 ਤੁਸੀਂ 100 ਪ੍ਰਸ਼ਨ ਕਰ ਦਿਓ ਨਾ ਮਹਾਰਾਜ ਨੂੰ, ਮਹਾਰਾਜ ਕਹਿਣਗੇ ਅੱਛਾ ਭਾਈ ਦੇਖਾਂਗੇ। ਅਗਾਂਹ ਗਾਹਾਂ ਬੋਲਦੇ ਹੀ ਨਹੀਂ ਹੈ, ਪਰ ਪਤਾ ਤਾਂ ਉਦੋਂ ਹੀ ਲੱਗਦਾ ਜਦੋਂ ਹੋਇਆ ਪਿਆ ਹੁੰਦਾ ਸਾਰਾ ਕੁਝ। ਕਰ ਦਿੰਦੇ ਆ। ਇਸ ਗੱਲ ਨੂੰ ਅਨੁਭਵ ਕਰੋ। ਕਥਾ ਹੋ ਰਹੀ ਹੈ, ਮੇਰੀ ਨਹੀਂ ਹੈ, ਸਤਿਗੁਰੂ ਬਿਰਾਜਮਾਨ ਨੇ, ਸੰਗਤ ਬੈਠੀ ਹੈ। ਜਦੋਂ ਇੱਥੇ ਕਥਾ ਹੁੰਦੀ ਹੈ, ਸੱਚਖੰਡ ਵਾਲੇ ਟੇਕ ਕੇ ਬੈਠ ਜਾਂਦੇ, ਸਾਰੇ ਸੁਣਦੇ ਨੇ। ਜਿੰਨੀ ਸੰਗਤ ਇੱਥੇ ਬੈਠੀ ਹੈ ਸਭ ਦੀ ਹਾਜ਼ਰੀ ਉੱਥੇ ਵੀ ਲੱਗ ਰਹੀ। ਫਿਰ ਮੈਂ ਕਿਸੇ ਮਹਾਤਮਾ ਨੂੰ ਪੁੱਛਿਆ, ਮੈਂ ਇਹ ਸਾਡੀ ਹਾਜ਼ਰੀ ਉੱਥੇ ਕਿਵੇਂ ਲੱਗ ਗਈ? ਅਸੀਂ ਤਾਂ ਉਰੇ ਬੈਠੇ ਹਾਂ। ਕਹਿੰਦੇ ਮੰਨ ਲਓ ਐ, ਮੈਂ ਇੱਕ ਉਦਾਹਰਨ ਦੇ ਦਿੰਦਾ ਤੈਨੂੰ, ਜਿਵੇਂ ਸਾਰੇ ਗੁਰਦੁਆਰੇ ਦੀ ਛੱਤ 'ਤੇ ਇੱਕ ਸ਼ੀਸ਼ਾ ਲਾ ਦਿਓ, ਮੂੰਹ ਦੇਖਣ ਵਾਲਾ, ਥੱਲੇ ਬਹਿ ਜਾਓ ਤੇ ਤਾਹਾਂ ਨੂੰ ਮੂੰਹ ਕਰਕੇ ਦੇਖੋ, ਸਾਰੀ ਸੰਗਤ ਦਿਖੂਗੀ, ਕਥਾ ਵਾਲਾ ਵੀ ਦੇਖੂ, ਪ੍ਰਕਾਸ਼ ਵੀ। ਐਂ ਕਹਿੰਦੇ ਸੱਚਖੰਡ ਵਿੱਚ ਸਾਰੀ ਸੰਗਤ ਉੱਥੇ ਚਲੀ ਜਾਂਦੀ ਹੈ। ਤਾਂ ਹੀ ਆਪਾਂ ਕਹਿੰਦੇ ਜਿਵੇਂ ਸੰਗਤ ਦੇ ਵਿੱਚ ਬੈਠ ਕੇ ਸਾਡੀ ਹਾਜ਼ਰੀ ਸੱਚਖੰਡ ਚਲੀ ਜਾਂਦੀ ਹੈ। ਸੰਗਤ ਕਾ ਗੁਣ ਬਹੁਤ ਅਧਿਕਾਈ, ਬੜ ਸੂਆ ਗਨਕ ਉਧਾਰੇ। ਥੋੜ੍ਹਾ ਪੜ੍ਹ ਲਿਖ ਕੇ ਜਾ ਰਿਹਾ, ਪੜ੍ਹਨ ਕਰਕੇ ਕੰਮ ਖਰਾਬ ਹੋ ਗਿਆ। ਇਹ ਪੜ੍ਹਾਈ ਮਾੜੀ ਨਹੀਂ ਸੀਗੀ, ਇਹ ਤਾਂ ਜਰਮਨ ਵਾਲੇ ਪਾਸੇ ਇੱਕ ਬੰਦਾ ਹੋਇਆ ਫਿਲਾਸਫਰ ਜਿਹਾ, ਉਹ ਬਦੀ ਦਾ ਹੀ ਰੂਪ ਸੀ ਇੱਕ। ਬਸ ਉਹਨੇ ਰਾਜਿਆਂ ਨੂੰ ਪ੍ਰੇਰਨਾ ਦੇ ਲਈ ਵੀ ਜਿਹੜੀ ਆਪਾਂ ਧਾਰਮਿਕ ਵਿੱਦਿਆ ਪੜ੍ਹਾਉਂਦੇ ਆ ਇਹ ਸਕੂਲਾਂ ਕਾਲਜਾਂ 'ਚੋਂ ਬੰਦ ਕਰੀਏ, ਆਪਾਂ ਇਹਨਾਂ ਨੂੰ ਐਂ ਪੜ੍ਹਾਈਏ ਐਂ ਪੜ੍ਹਾਈਏ। ਉਹ ਹੌਲੀ ਹੌਲੀ ਰਾਜਿਆਂ ਨੇ ਵਿੱਦਿਆ ਬੰਦ ਕਰਤੀ। 10ਵੀਂ ਤੱਕ ਜਾਂਦਾ ਜਾਂਦਾ ਬੱਚਾ ਨਾਸਤਕ ਹੋ ਜਾਂਦਾ। ਕਿੱਥੇ 10ਵੀਂ ਤੱਕ ਬਹੁਤ ਨੌਲੇਜ ਹੋ ਜਾਣੀ ਸੀ। ਜਿਹੜੇ ਪੁਰਾਣੇ ਲੋਕ ਹੁੰਦੇ ਸੀ ਉਹ ਆਪਣੇ ਬੱਚੇ ਨੂੰ ਧਾਰਮਿਕ ਸਕੂਲ 'ਚ ਪੜ੍ਹਾਉਂਦੇ, ਚਾਹੇ ਹੁਣ ਚਾਹੇ ਕਿਵੇਂ ਵੀ ਆ, ਚਾਹੇ ਚਲੋ ਮੰਨ ਲਓ ਹੁਣ ਆ ਜਿਹੜੇ ਬੱਚੇ ਪੜ੍ਹਦੇ ਨੇ ਬੜੂ ਸਾਹਿਬ ਅਕੈਡਮੀ 'ਚ ਪੜ੍ਹਦੇ, ਮੰਨ ਲਓ ਉਹ 5 ਬਾਣੀਆਂ ਕੰਠ ਕਰਾਉਂਦੇ ਪਹਿਲੇ। ਉਹ ਕਈ ਬਾਣੀਆਂ ਹੋਰ ਇਤਿਹਾਸ ਦੀਆਂ ਗੱਲਾਂ ਉਹਨਾਂ ਨੂੰ ਕੰਠ ਕਰਾਉਂਦੇ ਆ। ਇੱਕ ਵਾਰ ਉਹ ਛੋਟੇ ਹੁੰਦੇ ਚੀਜ਼ ਅੰਦਰ ਚਲੀ ਗਈ, ਫਿਰ ਅੰਦਰ ਹੀ ਰਹਿੰਦੀ ਹੈ। ਜਦੋਂ ਆਪਾਂ ਉਹ ਬੱਚਿਆਂ ਨੂੰ ਪੜ੍ਹਾਈ ਹੁਣ ਅੱਜ ਕੱਲ੍ਹ ਕੌਨਵੈਂਟ 'ਚ ਪੜ੍ਹਾਉਣਾ, ਫਲਾਣੇ ਥਾਂ ਪੜ੍ਹਾਉਣਾ, ਉੱਥੇ ਇਹੀ ਜਿਹੀ ਸਿੱਖਿਆ ਦਿੱਤੀ ਜਾਂਦੀ ਹੈ ਕੌਨਵੈਂਟ ਸਕੂਲਾਂ ਦੇ ਵਿੱਚ। ਜਿਹੜੇ ਵਧੀਆ ਕਹਿੰਦੇ ਵੀ ਬਹੁਤ ਮਹਿੰਗਾ ਸਕੂਲ ਆ ਕੌਨਵੈਂਟ, ਉੱਥੇ ਕੀ ਕਹਿੰਦੇ ਨੇ, ਕਹਿੰਦੇ 10ਵੇਂ ਪਾਤਸ਼ਾਹ ਨਾ ਸਹੀ ਪੁੱਤ ਸਾਬਤ ਹੋਇਆ, ਨਾ ਸਹੀ ਪਿਤਾ ਸਾਬਤ ਹੋਇਆ। ਆਪਣਾ ਪਿਤਾ ਉਹਨਾਂ ਨੇ ਸ਼ਹੀਦ ਕਰਨ ਨੂੰ ਭੇਜਤਾ, ਬੱਚੇ ਸ਼ਹੀਦ ਕਰਾਤੇ, ਕਾਹਦਾ ਪਿਓ ਆ। ਬੱਚਿਆਂ ਦੇ ਮਨ ਵਿੱਚ ਇਹ ਗੱਲ ਕੌਨਵੈਂਟ ਸਕੂਲਾਂ 'ਚ ਪਾਈ ਜਾਂਦੀ ਹੈ। ਇੰਗਲਿਸ਼ ਹੀ ਬੋਲਦੇ ਆ, ਕਹਿੰਦੇ ਪੱਗ ਨਾ ਹੀ ਬੰਨੋ ਤਾਂ ਚੰਗਾ। ਤੁਸੀਂ ਕੀ ਸਮਝਦੇ ਹੋ? ਸਾਰੀ ਸਿੱਖ ਕੌਮ ਕੀ ਸਮਝਦੀ ਹੈ ਵੀ ਅਸੀਂ ਪੜ੍ਹਾ ਕੇ ਇਹਨਾਂ ਨੂੰ ਕੀ ਬਣਾਉਣਾ? ਤੁਸੀਂ ਹੌਲੀ ਹੌਲੀ ਬੱਚਾ ਬਿਲਕੁਲ ਖਤਮ ਹੋ ਜੂ ਤੁਹਾਡਾ। ਅਧਿਆਤਮਕ ਵਿੱਦਿਆ ਦਿੱਤੀ ਨਹੀਂ ਬੱਚੇ ਨੂੰ ਆਪਾਂ ਨੇ। ਇਸ ਕਰਕੇ ਆਹ ਤਾਂ ਹੁਣ ਚੱਲੇ ਸਕੂਲ, ਤਾਂ ਪਹਿਲਾਂ ਕਿੱਥੇ ਹੁੰਦੇ ਸੀ ਇਹ ਸਕੂਲ?
ਆ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਹੋਏ ਹਾਂ ਅਸੀਂ। ਹੁਣ ਜੇ ਕਹੀਏ ਵੀ 10ਵੇਂ ਸਰੂਪ ਤਾਂ ਕਦੇ ਸਕੂਲ ਹੀ ਨਹੀਂ ਗਏ ਹੈ, ਕਬੀਰ ਫਰੀਦ ਨਹੀਂ ਕਦੇ ਸਕੂਲ ਗਏ ਹੈ। ਇੱਕ ਮਸਕੀਨ ਜੀ ਕੋਈ ਬੰਬੇ ਕਥਾ ਕਰਦੇ ਜੋ ਕਹਿੰਦੇ ਇੱਕ ਬੰਦਾ ਮੈਨੂੰ ਕਹਿੰਦਾ ਹੁੰਦਾ ਸੀ, ਕਹਿੰਦੇ ਯਾਰ ਕੀ ਕਬੀਰ ਫਰੀਦ ਅਨਪੜ੍ਹ ਬੰਦੇ ਸੀ, ਕਹਿੰਦੇ ਕਦੇ ਕਾਲਜ ਨਹੀਂ ਗਏ, ਸਕੂਲ ਨਹੀਂ, ਉਹਨਾਂ ਨੇ ਗੱਲਾਂ ਸੁਣਾਉਂਦਾ ਰਹਿਣਾ ਤੂੰ। ਕਹਿੰਦਾ ਕਈ ਸਾਲਾਂ ਬਾਅਦ ਜਦੋਂ PhD ਕਰਨ ਲੱਗ ਗਿਆ ਕੀਤੀ ਹੋਈ ਕਬੀਰ ਫਰੀਦ 'ਤੇ, ਕਹਿੰਦਾ ਫਿਰ ਉਹਨਾਂ ਬਾਰੇ ਹੀ ਆ ਕੇ ਪੁੱਛੇ ਮੈਨੂੰ। ਕਹਿੰਦਾ ਮੈਂ ਕਿਹਾ ਵੀ ਇਹ ਹੁਣ ਤੂੰ ਕਿਉਂ ਪੁੱਛਦਾ, ਉਹ ਤਾਂ ਅਨਪੜ੍ਹ ਸੀ। ਕਹਿੰਦਾ ਯਾਰ ਉਦੋਂ ਅਕਲ ਨਹੀਂ ਸੀ, ਕਿਉਂਕਿ ਜਿਹੜੀ ਬੁੱਧੀ ਹੈ ਇਹ ਆਤਮਾ ਤੋਂ ਪ੍ਰਕਾਸ਼ ਲੈਂਦੀ ਹੈ। ਆਤਮਾ ਵੱਡੀ ਹੈ ਨਾ ਕਿ ਬੁੱਧੀ। ਬੁੱਧੀ ਚੰਚਲ ਹੈ, ਬੁੱਧੀ ਮਿਥਿਆ ਉੱਤੇ ਨਿਸ਼ਚਾ ਕਰਦੀ ਹੈ, ਝੂਠੀਆਂ ਚੀਜ਼ਾਂ 'ਤੇ ਜ਼ਿਆਦਾ ਵਿਸ਼ਵਾਸ ਕਰਦੀ ਬੁੱਧੀ। ਮਹਾਰਾਜ ਜੀ ਕਹਿੰਦੇ ਨੇ ਇਹ ਬੁੱਧ ਬਦਲੀ ਤੋਂ ਸਿੱਧ ਪਾਈ, ਬੁੱਧ ਪ੍ਰਗਾਸ ਭਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਐਸੀ ਗੁਰਮਤ ਪਾਈਏ ਲੈ ਬੂੜਤ ਘੋਰ ਅੰਧਕੂਪ ਮੈਂ ਨਿਕਸੋ ਮੇਰੇ ਭਾਈ ਰੇ। ਇਹ ਬੁੱਧੀ ਘੁੰਮ ਗਈ, ਰਾਵਣ ਦੀ ਘੁੰਮ ਗਈ, ਹੋ ਜਾਂ ਬੁੱਧੀਆਂ ਹੀ ਘੁੰਮ ਜਾਂਦੀਆਂ ਬੰਦੇ ਦੀ। ਆਤਮਿਕ ਤੌਰ 'ਤੇ ਜਿਹੜਾ ਬੰਦਾ ਤਰੱਕੀ ਕੀਤੀ ਆ ਉਹ ਬੰਦਾ ਹੁੰਦਾ ਅਸਲ। ਇਸ ਕਰਕੇ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਖਾਂ ਬਹੁਤ ਲਈਆਂ ਗੁਰੂ ਅੰਗਦ ਦੇਵ ਜੀ ਨੇ, ਸਾਰਿਆਂ ਨੂੰ ਪਤਾ ਹੀ ਆ, ਪਰ ਫਿਰ ਗਲ ਨਾਲ ਲਾ ਲਿਆ। ਅੱਜ ਤੋਂ ਤੁਸੀਂ ਬਾਬਾ ਲਹਿਣਾ ਜੀ ਨਹੀਂ, ਸਾਡੇ ਅੰਗਾਂ ਨੂੰ ਲੱਗੇ ਹੋ, ਤੁਸੀਂ ਅੱਜ ਤੋਂ ਅੰਗਦ ਹੋਏ, ਗੁਰੂ ਅੰਗਦ ਦੇਵ ਦੀ ਪਦਵੀ ਬਖਸ਼ੀ ਹੈ। ਇੱਕ ਉਹਨਾਂ ਦੀ ਪਤਨੀ ਹੈ ਮਹਿਲ ਨੇ, ਜਿਹਦਾ ਨਾਮ ਬਾਣੀ ਕਹਿੰਦਾ ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾ ਲਈ। ਮਾਤਾ ਖੀਵੀ ਨੇਕ ਜਨ, ਜਨ ਨਹੀਂ ਜਨ, ਜਨ ਅੱਖਰ ਹੈ ਉਹ, ਨੇਕ ਜਨ ਇਸਤਰੀ ਨੂੰ ਕਹਿੰਦੇ ਨੇ। ਇਹ ਵੀ ਇਹ ਅਰਬੀ ਫਾਰਸੀ ਵਾਲੇ ਜਨ ਕਹਿੰਦੇ, ਜਨ। ਇੱਕ ਬੰਦਾ ਕਹਿੰਦਾ ਮੇਰੇ ਕੋਲ ਅਰਬੀ ਫਾਰਸੀ ਦਾ ਆਇਆ ਸੀ, ਗ੍ਰੰਥ ਤੋਂ ਆਇਆ ਸੀ, ਮੈਂ ਪੌੜ ਤੇ ਮੇਰਾ ਕਰ ਹੁਣ ਕੋਈ ਜਾਣਦੇ। ਮੈਂ ਕਿਹਾ ਭਲਿਆ ਲੋਕਾਂ, ਪੰਜਾਬੀ ਯੂਨੀਵਰਸਿਟੀ 'ਚ PhDਆਂ ਕਰ ਰਹੇ ਨਾ ਛੋਟੇ ਛੋਟੇ ਮੁੰਡੇ ਅਰਬੀ ਫਾਰਸੀ 'ਤੇ, ਕਦੇ ਆ ਕੇ ਦੇਖੀ। ਮੈਂ ਕਿਹਾ ਐਂ ਫਟਾਫਟ ਪੜ੍ਹਦੇ ਅਰਬੀ ਫਾਰਸੀ। ਤੂੰ ਕੀ ਕਹਿਣਾ ਹੁਣ ਅਰਬੀ ਫਾਰਸੀ ਵਾਲੇ ਰਹੇ ਨਹੀਂ, ਇਹ ਨਹੀਂ ਖਤਮ ਹੁੰਦੀ ਚੀਜ਼। ਉਹਨਾਂ ਦਾ ਜ਼ਫਰਨਾਮਾ ਸਾਰਾ ਪਤਾ, ਉਹ ਤਾਂ ਜ਼ਬਾਨੀ ਕੰਠ ਕਰੀ ਫਿਰਦੇ ਨੇ, ਉਹ ਤਾਂ ਉਹਦੇ ਅਰਥ ਕਰਦੇ ਬੜੇ ਵਧੀਆ, ਉਹ ਤਾਂ ਗਲਤੀਆਂ ਵੀ ਕੱਢਦੇ ਹੋਰਾਂ ਦੀਆਂ। ਇਸ ਕਰਕੇ ਇਹਨਾਂ ਗੱਲਾਂ ਦਾ ਸਾਰੀ ਸੰਗਤ ਖਿਆਲ ਰੱਖੋ। ਸਤਿਗੁਰੂ ਅੰਗਦ ਦੇਵ ਜੀ ਨੇ ਬੜੀ ਕਿਰਪਾ ਕੀਤੀ। ਅੱਜ ਬਸ ਇੱਕ ਚੀਜ਼ ਹੁੰਦੀ ਹੈ, ਕਹਿੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਇੱਕ ਗੱਲ ਯਾਦ ਰੱਖੋ, ਜਿਹਦੇ ਕੋਲ ਪੈਸੇ ਆ, ਜਿਹਦੇ ਕੋਲ 100 ਕਿੱਲਾ ਜ਼ਮੀਨ ਆ, ਚਾਹੇ ਉਹ ਸਿੱਧਰਾ ਜਿਹੀ ਆ, ਚਾਹੇ ਕਮਲਾ ਜਿਹੀ, ਝਾਕੜ ਖਾਂ ਹੋਵੇ, ਕਹਿੰਦੇ ਆ ਸਰਦਾਰ ਜੀ ਆ ਗਏ ਜੀ, ਕਿਉਂਕਿ ਪੈਸਾ ਬਹੁਤ ਹੈ। ਉਹਨੂੰ ਲੋਕ ਸਿਆਣਾ ਮੰਨਦੇ ਆ, ਪਰ ਸਾਡੇ 'ਚ ਸਿਆਣਾ ਕੌਣ ਹੈ? ਮਹਾਰਾਜ ਕਹਿੰਦੇ ਕਹੋ ਕਬੀਰ ਨਿਰਤਨ ਹੈ ਸੋਈ ਜਾ ਕੇ ਹਿਰਦਾ ਨਾਮ ਨਾ ਹੋਏ, ਉਹ ਤਾਂ ਨਿਰਤਨ ਹੈ। ਸਾਡੇ 'ਚ ਕੌਣ ਅਮੀਰ ਆ? ਭਾਗਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ, ਨਾਮ ਹਿਰਦੇ 'ਚ ਵਸਿਆ ਹੋਵੇ, ਨਾਮ ਧਨ ਕੋਲ ਹੋਵੇ, ਫਿਰ ਉਹ ਤਿੰਨਾਂ ਲੋਕਾਂ ਦਾ ਮਾਲਕ ਹੋ ਜਾਂਦਾ। ਸਾਰੇ ਬ੍ਰਹਿਮੰਡ, ਤਾਰੇ, ਚੰਦਰਮਾ, ਦਰਖਤ ਉਹਦੀ ਆਗਿਆ 'ਚ ਹੁੰਦੇ ਨੇ। ਗੁਰੂ ਨਾਨਕ ਸਾਹਿਬ ਦੇਖੋ, ਸਾਰੇ ਸਰੂਪਾਂ ਦੇਖੋ, ਬ੍ਰਹਮ ਗਿਆਨੀਆਂ ਦੀ ਦੇਖੋ। ਕਟਕ ਸ਼ਹਿਰ ਮੈਂ ਗਿਆ, ਪੁਲ ਦੇ ਉੱਤੇ ਉਹਨਾਂ ਨੇ ਗੱਡੀ ਖੜੀ ਕੀਤੀ, ਪੁਰਾਣੀ ਗੱਲ ਹੈ 40 ਸਾਲ ਪਹਿਲਾਂ, ਉਹ ਵੈਸੇ ਘੁੰਮਣ ਚਲੇ ਗਏ ਸੀ। ਕਹਿੰਦੇ ਉਹ ਦਰਸ਼ਨ ਕਰ ਲਓ ਸਾਹਮਣੇ, ਉਹ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਪੁਲ ਤੋਂ ਪੌੜੀਆਂ ਉਤਰ ਕੇ ਜਾਂਦੇ ਆ। ਕਹਿੰਦੇ ਇੱਥੇ ਤੱਕ ਦਰਿਆ ਕਟਕ ਆਉਂਦਾ, ਇਦੋਂ ਗਾਂਹ ਫਿਰ ਆਉਂਦਾ ਨਹੀਂ ਹੈ। ਮੈਂ ਕਿਹਾ ਕਿਉਂ? ਕਹਿੰਦੇ ਗੁਰੂ ਨਾਨਕ ਸਾਹਿਬ ਦਾਤਨ ਕਰਦੇ ਸੀ ਨਿੰਮ ਦੀ, ਉਹ ਇਕੱਠੇ ਹੋ ਕੇ ਆ ਗਏ ਕਟਕ ਵਾਸੀ ਵੀ ਮਹਾਰਾਜ ਇਹ ਸਾਡੇ ਸ਼ਹਿਰ 'ਤੇ ਦਰਿਆ ਹਰ ਸਾਲ ਚੜ੍ਹਦਾ, ਡੋਬਦਾ ਚੜ੍ਹਦਾ, ਇਹਨੂੰ ਕਹੋ ਆ ਨਾ ਆਵੇ ਅੱਗੇ। ਇੱਥੇ ਟ੍ਰਿਪਲ PhD ਕਰਕੇ ਤੁਸੀਂ ਕਹੋ ਤਾਂ ਕੋਈ ਵੀ ਦੁਨੀਆ ਦਾ ਵਿਅਕਤੀ ਦਰਿਆ ਨੂੰ ਨਹੀਂ ਕਹਿ ਸਕਦਾ ਵੀ ਨਾ ਹੀ ਅੱਗੇ। ਗੁਰੂ ਨਾਨਕ ਸਾਹਿਬ ਨੇ ਬਾਰਡਰ ਲਾਤਾ, ਆਹ ਗੜਤੀ ਦਾਤਣ, ਇਸ ਤੋਂ ਅੱਗੇ ਨਹੀਂ ਆਉਣਾ ਕਦੇ, ਅੱਗਾ ਸ਼ਹਿਰ ਨਹੀਂ ਡੁੱਬਣਾ ਹੁਣ ਤੋਂ। ਇਹ ਹੁੰਦਾ ਆਰਡਰ।
ਨਿਰੰਕਾਰ ਜੀ ਦਾ। ਅੱਜ ਤੱਕ ਉੱਥੇ ਕੰਧ ਨੂੰ ਪਾਣੀ ਲੱਗਦਾ ਆ ਕੇ ਗੁਰਦੁਆਰੇ ਦੀ ਤੇ ਬੈਕ ਮੁੜ ਜਾਂਦਾ। ਹਜੂਰ ਸਾਹਿਬ ਜਿੰਨਾ ਮਰਜ਼ੀ ਪਾਣੀ ਚੜ੍ਹ ਜੇ, ਤਖਤ ਸਾਹਿਬ ਦੀ ਪਹਿਲੀ ਪੌੜੀ ਨੂੰ ਟੱਚ ਕਰੂਗਾ ਵਾਪਸ। ਪਟਿਆਲੇ ਪਾਣੀ ਚੜ੍ਹ ਗਿਆ ਬਹੁਤ, ਜੋਤ ਨੂੰ ਟੱਚ ਕਰਕੇ ਵਾਪਸ। ਬਹੁਤ ਕੁਛ ਹੈ। ਇਸ ਕਰਕੇ ਇਹ ਜਿਹੜੀਆਂ ਜਿੱਥੇ ਆਪਾਂ ਚੱਲ ਰਹੇ ਨਾ, ਆਪਣਾ ਹਿਸਾਬ ਕਿਤਾਬ ਹੋਰ ਆ ਅਸਲ ਵਿੱਚ। ਆਪਾਂ ਹੁਣ ਪਰਿਵਾਰ ਹੀ ਬੈਠੇ, ਮੰਨ ਲਓ ਇੱਕ ਟੱਬਰ 'ਚ ਬਹਿ ਕੇ ਆਪਾਂ ਇੱਕ ਗੱਲ ਕਰਦੇ ਹਾਂ। ਇੱਕ ਕੁੱਤਾ ਤੁਰਿਆ ਜਾਂਦਾ, ਉਹਨੂੰ ਹੱਡੀ ਲੱਭ ਗਈ, ਪਤਾ ਨਹੀਂ ਕਦ ਦੀ ਪਈ ਹੈ, ਉਹ ਹੱਡੀ ਨੂੰ ਖਾਈ ਜਾਂਦਾ। ਕੁੱਤੇ ਦੇ ਦੰਦਾਂ 'ਚੋਂ ਖੂਨ ਆਉਣ ਲੱਗ ਗਿਆ। ਕੁੱਤੇ ਨੂੰ ਲੱਗੇ ਹੱਡੀ 'ਚੋਂ ਖੂਨ ਆਉਂਦਾ ਹੈ, ਕੁੱਤੇ ਨੂੰ ਸਵਾਦ ਆਉਣ ਲੱਗ ਗਿਆ, ਉਹ ਹੱਡੀ ਖਾਏਗਾ। ਇਹਨੂੰ ਕਹਿੰਦੇ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ। ਜਿਹੜਾ ਆਪਾਂ ਨੂੰ ਸਵਾਦ ਪੈ ਗਏ ਨੇ, ਇਹ ਕੁੱਤੇ ਦੀ ਹੱਡੀ ਵਾਲੇ ਆ। ਪੈਸੇ ਇਕੱਠੇ ਕਰ ਲਓ, ਮਾਇਆ ਇਕੱਠੀ ਕਰ ਲਓ, ਇਹ ਸੂਟ ਇਕੱਠੇ ਕਰ ਲਓ, ਇਹ ਸੋਨਾ ਇਕੱਠਾ ਕਰ ਲਓ, ਇਹ ਇਕੱਠੇ ਕਰ ਲਓ। ਮੈਂ ਤੁਹਾਨੂੰ ਕਹਿਤਾ ਵੀ ਜੇ ਤੁਸੀਂ ਜਪਜੀ ਸਾਹਿਬ ਕੰਠ ਨਹੀਂ ਕੀਤਾ, ਜੇ 5 ਬਾਣੀਆਂ ਨਹੀਂ ਪੜ੍ਹੀਆਂ, ਜੇ ਤੁਸੀਂ ਅੰਮ੍ਰਿਤ ਨਹੀਂ ਛਕਿਆ, ਜੇ ਕ੍ਰਹਿਤਾਂ ਤੋਂ ਨਹੀਂ ਬਚੇ, ਦੇਖੋ ਉਦੋਂ ਮੌਕੇ 'ਤੇ ਫਿਰ ਬਚਾਅ ਨਹੀਂ ਕਰ ਸਕਦੇ ਸੀ ਤੁਹਾਡਾ। ਠੀਕ ਆ ਕਿ ਨਹੀਂ? ਬਚਾਅ ਤੁਹਾਡਾ ਇਹ ਨਿਤਨੇਮ ਨਹੀਂ ਕਰਨਾ, ਇਹ 5 ਕਕਾਰੀ ਨੂੰ ਸੱਚਖੰਡ 'ਚੋਂ ਹੀ ਦੇਖ ਲੈਣਾ, ਉਹ ਆਪਣਾ ਸਿੰਘ ਜਾਂਦਾ ਬਈ। 5 ਕਕਾਰ ਜਿਹੜੇ ਜਿੱਥੇ ਵੀ ਹੋ ਗਏ, ਉਹ ਮੇਰਾ ਹੈ, ਨਿਤਨੇਮੀ ਸਿੰਘ ਮੇਰਾ ਹੈ। ਇਸ ਕਰਕੇ ਇਹਨਾਂ ਗੱਲਾਂ ਦਾ ਸਾਰੇ ਖਿਆਲ ਰੱਖੋ ਵੀ ਆਪਾਂ ਕਕਾਰ ਪਹਿਲੋਂ ਅੰਮ੍ਰਿਤ ਛਕੋ। ਹੈ ਕੀ ਕਿਹੜੀ? ਅੱਛਾ, ਇਸ ਕਰਕੇ ਇਹ ਗੱਲ ਦਾ ਖਿਆਲ ਰੱਖੋ। ਰੱਬ ਲੰਬਾ ਲੰਬਾ ਮੌਕਾ ਦਿੰਦਾ ਹੁੰਦਾ, ਉਹ ਛੋਟਾ ਜਿਹਾ ਕਿਉਂ? ਕੰਮ ਬਾਹਲਾ ਵੱਡਾ ਨਾ। ਕਹਿੰਦੇ ਸਰਕਾਰ ਦੇ ਕੰਮ ਬੜੇ ਲੰਬੇ ਹੁੰਦੇ ਆ, ਵੀ ਅੱਜ ਕੋਈ ਮਤਾ ਪਾਸ ਹੋਇਆ, ਹੌਲੀ ਹੌਲੀ ਅਮਲ 'ਚ ਆਊਗਾ। ਕਹਿੰਦੇ 5 ਸਾਲ ਹੋ ਗਏ। ਅੱਜ ਰਾਹ 'ਚ ਕਹੇ ਸੀ ਸੜਕ ਨਹੀਂ ਬਣਾਈ, ਪਟਿਆਲਿਓਂ ਕੁਰਾਲੀ ਤੱਕ ਡਬਲ ਸੜਕ ਪਾਸ ਹੋਈ ਵੀ ਹੈ, ਬਣੀ ਨਹੀਂ ਹਾਲ ਤੱਕ। ਬਣ ਜੂਗੀ, ਹੌਲੀ ਹੌਲੀ ਬਣੂ। ਇਹਦੇ ਲਈ ਪੈਸੇ ਦੀ ਲੋੜ ਹੈ। ਮੈਂ ਇੱਕ ਠੇਕੇਦਾਰ ਨੂੰ ਪੁੱਛਿਆ ਸਰਕਾਰੀ ਨੂੰ, ਮੈਂ ਯਾਰ ਤੁਸੀਂ ਪਾਸ ਕਰ ਦਿੰਦੇ ਫਿਰ ਬਣਾਉਂਦੇ ਤਾਂ ਹੈ ਨਹੀਂ। ਕਹਿੰਦਾ ਗਿਆਨੀ ਜੀ ਕੀ ਕਰੀਏ? ਕਹਿੰਦਾ ਅੱਜ ਚੀਜ਼ ਪਾਸ ਹੋ ਗਈ, ਪੈਸੇ ਵੀ ਦੇ ਤੇ। ਕਹਿੰਦਾ ਇੱਕ ਚੀਜ਼ ਮੰਨ ਲਓ 500 ਰੁਪਏ ਦੀ ਹੈ, ਜਦ ਤੱਕ ਬਿੱਲ ਪਾਸ ਹੋਇਆ ਸੀ ਉਦੋਂ ਤੱਕ ਉਹ 1000 ਦੀ ਹੋ ਗਈ। ਕਹਿੰਦਾ ਉੱਥੇ ਸਗੋਂ ਪੈਸੇ ਘਟ ਗਏ, ਐਂ ਨਹੀਂ ਬਣਦੀ ਚੀਜ਼। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਹੌਲੀ ਹੌਲੀ ਤੁਸੀਂ ਮਹਾਰਾਜ, ਮੈਂ ਤੁਹਾਨੂੰ ਕਹਿੰਦਾ ਵੀ ਇਹ ਸਾਰਾ ਰੁੜ ਜਾਣਾ, ਇਹ ਡੁੱਬ ਜਾਣਾ, ਇਹ ਖਤਮ ਹੋ ਜਾਣਾ, ਹੁਣ ਨਹੀਂ ਲੱਗਦਾ ਹੈ। ਪਹਿਲਾਂ ਮੈਂ ਕਿਹਾ ਸੀ ਵੀ ਆਟਾ ਨਹੀਂ ਮਿਲੂਗਾ ਤੁਹਾਨੂੰ, ਆਹ ਨਹੀਂ ਮਿਲੂਗਾ ਤੁਹਾਨੂੰ, ਐਂ ਹੋ ਜੂ ਤੁਹਾਨੂੰ। ਉਹ ਮੈਨੂੰ ਨੈੱਟ ਦੇ ਉੱਤੇ ਭੰਡਿਆ ਰੱਖ ਕੇ ਗਪੌੜੀ ਆ, ਗੱਪੀ ਆ, ਝੂਠ ਬੋਲਦਾ, ਐਵੇਂ ਬਕਵਾਸ ਮਾਰਦਾ। ਜਦ ਫਿਰ ਅਮਰੀਕਾ, ਕਨੇਡਾ, ਇੰਗਲੈਂਡ ਆਟਾ ਨਾ ਲੱਭਿਆ ਫਿਰ ਇਹਨਾਂ ਨੂੰ। ਮੈਂ ਕਿਹਾ ਸੀ 5 ਪਿਆਰੇ ਨਹੀਂ ਮਿਲਣੇ, ਗੁਰਦੁਆਰੇ ਬੰਦ ਹੋ ਜਾਣਗੇ। ਇਹ ਤਾਂ ਇੱਕ ਟ੍ਰੇਲਰ ਜਿਹਾ ਸੀ ਮਾੜਾ ਜਿਹਾ, ਅਸਲ ਤਾਂ ਹਲੇ ਸਾਹਮਣੇ ਆਉਣਾ ਤੁਹਾਡੇ। ਸੱਚਮੁੱਚ ਦਾ ਜਿਹੜਾ ਆਉਣਾ ਨਾ, ਉਹ ਤਾਂ ਜਰਿਆ ਨਹੀਂ ਜਾਣਾ। ਇਹ ਮੈਂ ਤਾਂ ਕਹਿਣਾ ਕਿ ਤੁਹਾਡਾ ਹਮਦਰਦੀ ਹੈ, ਹੋਰ ਤਾਂ ਕੁਝ ਨਹੀਂ। ਐ ਮਨ ਹੁੰਦਾ ਵੀ ਚੱਲ ਬਚਾ ਲਓ ਜਿੰਨੇ ਕੁ ਬਚਦੇ। ਇੱਕ ਬੰਦਾ ਕਹਿੰਦਾ ਜਦ ਮਰਨਾ ਹੀ ਲਿਖਿਆ ਰੱਬ ਨੇ, ਤੁਸੀਂ ਕਾਹਨੂੰ ਰੌਲਾ ਪਾਇਆ ਇਹਨਾਂ ਨੂੰ, ਐਵੇਂ ਹੀ ਮਰਨ ਦਿਓ। ਮੈਂ ਕਿਹਾ ਗੱਲ ਸੁਣੋ, ਹੁਣ ਤੇਰੇ ਸਾਹਮਣੇ ਬੱਸ ਮਨੀਕਰਨ ਦੇ ਕੋਲੇ ਦਰਿਆ 'ਚ ਡਿੱਗ ਪਏ, ਤੂੰ ਕੀ ਕਹੇਂਗਾ? ਚਾਹੇ ਰੁੜ ਜਾਣ ਦੋ। ਕਹਿੰਦੇ ਸੀ ਵੀ 70 ਬੰਦੇ ਸੀ, 37 ਬਚਾ ਲਏ ਨਾ 37। ਮੈਂ ਵੀ ਐਂ ਚਾਹੁੰਦਾ ਵੀ ਇਹ ਸਾਰੇ ਨਾ ਮਰ ਜਾਣ, ਇਹਨਾਂ 'ਚੋਂ ਥੋੜ੍ਹੇ ਜਿਹੇ ਕੱਢ ਲਓ, ਬਚਾ ਤਾਂ ਲਈਏ ਥੋੜ੍ਹੇ ਜਿਹੇ। ਕਈਆਂ ਨੂੰ ਵੈਸੇ ਹੀ ਨਹੀਂ ਅਕਲ ਹੁੰਦੀ, ਉਹ ਕਹਿੰਦੇ ਅਕਲ ਦੇਣੀ ਪੈਂਦੀ ਵੀ ਉਹ ਭਾਈ ਜੇ ਤੂੰ ਬਚਣਾ ਤਾਂ ਆਹ ਕੰਮ ਕਰ ਲਾ। ਇਸ ਕਰਕੇ ਮੈਂ ਤਾਂ ਬਾਰ-ਬਾਰ ਕਹਿਣਾ, ਇਹ ਮਹਾਰਾਜ ਕਾਲੇ ਨਹੀਂ ਪੈਂਦੇ, ਮੌਕਾ ਦੇ ਰਹੇ ਆ। ਉਹ ਫਿਰ ਕਹਿੰਦੇ ਜਾਂ ਹੋਰ ਇੱਕ ਵਾਰ ਕਿਹਾ, ਜਾਂ ਇੱਕ ਵਾਰ ਹੋਰ ਕਿਹਾ ਇਹਨਾਂ ਨੂੰ,
ਇਹ 2004 ਦੀ ਗੱਲ ਹੈ ਜੇ ਮੈਂ ਟੋਰਾਂਟੋ 'ਚ ਕਿਹਾ ਸੀ। 5 ਵਿੱਚ ਮੈਂ ਵੈਨਕੂਵਰ ਸੰਗਤ ਨੂੰ ਕਿਹਾ, ਸੰਗਤ ਮੈਨੂੰ ਮਖੌਲ ਕਰਦੀ ਸੀ। ਮੈਂ ਮਹਾਂਪੁਰਸ਼ਾਂ ਨੂੰ ਫੋਨ ਕੀਤਾ, ਮੈਂ ਕਿਹਾ ਇਹ ਤਾਂ ਮੈਨੂੰ ਇੱਦਾਂ ਬੋਲਦੇ ਵੀ ਇਹ, ਉਹ ਕਹਿੰਦੇ ਮਹਾਰਾਜ ਕਹਿੰਦੇ ਵੀ ਇੱਕ ਵਾਰ ਸੁਨੇਹਾ ਦੇਣਾ ਦਿਆ, ਤੂੰ ਮੁੜਿਆ। ਕੱਲ੍ਹ ਨੂੰ ਜਦੋਂ ਇਹ ਆ ਕੇ ਇੱਥੇ ਉੱਤੇ ਕਹਿਣਗੇ ਐਂ ਹੋ ਗਿਆ, ਐਂ ਹੋ ਗਿਆ, ਤੁਸੀਂ ਐਂ ਨਹੀਂ ਕੀਤਾ, ਕਹਿੰਦੇ ਬੰਦਾ ਭੇਜਿਆ ਸੀ ਤੁਹਾਡੇ ਕੋਲ, ਤੁਸੀਂ ਸੁਣੀ ਨਹੀਂ ਉਹਦੀ। ਜੇ ਸੁਣ ਲੈਂਦੇ ਤਾਂ ਤੁਹਾਡਾ ਉਧਾਰ ਹੋ ਜਾਣਾ ਸੀ, ਬਚਣਾ ਸੀ। ਉਹ ਕਹਿੰਦੇ ਭਗਤ ਕਿਸੇ ਭਗਤ ਨੇ ਵੀ ਕਿਹਾ ਸੀ ਰੱਬ ਨੂੰ, ਕਹਿੰਦੇ ਮੈਂ ਤੁਰਿਆ ਜਾਂਦਾ ਹਾਥੀ ਉੱਪਰ ਆ ਚੜ੍ਹਿਆ, ਤੁਸੀਂ ਮੇਰੀ ਰੱਖਿਆ ਨਹੀਂ ਕੀਤੀ। ਉਹ ਕਹਿੰਦੇ ਤੂੰ ਕਹਿੰਦਾ ਸਾਰਿਆਂ 'ਚ ਰੱਬ ਬੈਠਾ, ਕਹਿੰਦੇ ਹਾਂ। ਕਹਿੰਦੇ ਹਾਥੀ ਦੇ ਉੱਤੇ ਮਹਾਵਤ ਬੈਠਾ ਕਹਿ ਰਿਹਾ ਸੀ ਹਾਥੀ ਪਾਗਲ ਹੋ ਗਿਆ ਓਏ, ਪਰੇ ਹੋ ਜੋ ਓਏ। ਕਹਿੰਦੇ ਉਹ ਮੈਂ ਹੀ ਬੋਲਦਾ ਸੀ, ਤੂੰ ਪਰੇ ਨਾ ਹੋਇਆ, ਹਾਥੀ ਥੱਲੇ ਦੇ ਤਾ। ਹੁਣ ਤੁਹਾਨੂੰ ਰੱਬ ਕਿਤੇ ਇਹ ਤਾਂ ਨਹੀਂ ਗਿਆ ਵੀ ਤੁਹਾਡੇ ਮੂਹਰੇ ਖੜੂਗਾ ਆ ਕੇ, ਰੱਬ ਤਾਂ ਐਂ ਕਿਸੇ ਬੰਦੇ 'ਚੋਂ ਹੀ ਬੋਲੂ, ਕਹਿੰਦੇ ਜ਼ਰੀਆ ਬਣ ਜਾਂਦਾ ਇੱਕ। ਗੁਰਦੁਆਰਿਆਂ 'ਚ ਆਵਾਜ਼ਾਂ ਆਉਂਦੀਆਂ ਸਪੀਕਰਾਂ 'ਚ, ਬਾਜੋ ਓਏ, ਹਰੇਕ ਨੂੰ ਕਹਿੰਦੇ ਬਚ ਜੋ, ਟਾਈਮ ਖਰਾਬ ਆ ਗਿਆ ਸੰਗੋ, ਖਰਾਬ ਆ ਗਿਆ ਟਾਈਮ, ਅੱਗੇ ਮੌਕਾ ਦੇ ਰਹੇ ਤੁਹਾਨੂੰ। ਔਰ ਜਦੋਂ ਹੋਣਾ ਨਾ, ਜਿਹੜੇ ਮਹਾਂਪੁਰਖ ਸਾਨੂੰ ਦੱਸਦੇ ਆ ਵੀ ਮੈਨੂੰ ਐਸੇ ਹੁਕਮ ਨਹੀਂ ਗਾ ਇਹ ਦੱਸਣ ਦਾ, ਹੁਣ ਮੈਨੂੰ ਗੁੱਸੇ ਹੁੰਦੇ ਆ, ਕਹਿੰਦੇ ਤੂੰ ਬਾਰ-ਬਾਰ ਨਾ ਕਹਿ ਇਹਨਾਂ ਨੂੰ। ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਰਾਤ ਨੂੰ ਸੌਣਾ, ਸਵੇਰ ਨੂੰ ਇੱਕ ਦੂਜੇ ਫਤਿਹ ਤਾਂ ਮਿਲਾਵਾਂਗੇ ਜੇ ਹੋਵਾਂਗੇ, ਰਾਤੇ ਰਾਤ ਹੀ ਐਂ ਹੋ ਜਾਣਾ, ਐਂ ਪਲਟ ਜਾਣਾ। ਕਹਿੰਦੇ ਜਿਹੜੇ ਬਚਣਗੇ ਉਹ ਕਹਿਣਗੇ ਵਾਹ, ਇਹਨੂੰ ਕਹਿੰਦੇ ਵਾਹਿਗੁਰੂ ਵਾਹ। ਆਹ ਕੀ ਹੋ ਗਿਆ? ਜਿਵੇਂ ਹੀਰੋਸ਼ੀਮਾ ਨਾਗਾਸਾਕੀ 'ਚ ਐਟਮ ਬੰਬ ਡਿੱਗਿਆ, ਹੁਣ ਤਾਂ ਖੈਰ ਬੰਦੇ ਵੱਡੇ ਵੱਡੇ ਹੋ ਗਏ, ਬੰਦੇ ਬਣ ਗਏ, ਨਿਆਣੇ ਸੀ ਉਹ ਕਹਿੰਦੇ 5-6, ਕਹਿੰਦਾ ਅਸੀਂ ਐ ਸਾਰੇ ਰਲ ਕੇ ਟੁੱਬੀ ਲਾਈ ਐ ਸਮੁੰਦਰ 'ਚ ਵੀ ਆਪਾਂ ਕਿ ਦੇਖਦੇ ਕਿੰਨਾ ਚਿਰ ਰਹਿ ਸਕਦੇ ਹਾਂ। ਕਹਿੰਦੇ ਬਸ ਐਂ ਟੁੱਬੀ ਲਾ ਕੇ ਰੱਖੀ, ਕੋਈ ਅੱਧਾ ਮਿੰਟ ਕੱਢਿਆ, ਕਿਸੇ ਨੇ ਮਿੰਟ ਕੱਢਿਆ, ਜਦ ਸਿਰ ਕੱਢੇ ਤਾਂ ਨੂੰ ਚਾਰੇ ਪਾਸੇ ਸਭ ਕੁਝ ਖਤਮ ਹੋ ਚੁੱਕਿਆ। ਇੰਨਾ ਹੀ ਸਮਾਂ ਲੱਗਦਾ। ਸ੍ਰਿਸ਼ਟੀ ਰਚਨ ਵਿੱਚ ਇੱਕ ਕਿੰਨਾ ਟਾਈਮ ਲੱਗਿਆ ਸੀ? ਓੰਕਾਰ, ਸ੍ਰਿਸ਼ਟੀ ਬਣ ਗਈ। ਅਤੇ ਰਚਨ ਨੂੰ ਵੀ ਇੰਨਾ ਹੀ ਲੱਗਦਾ ਅਤੇ ਖਤਮ ਕਰਨ ਨੂੰ ਵੀ ਇੰਨਾ ਲੱਗਦਾ। TV ਨੂੰ ਔਨ ਕਰੋ, ਥੋੜ੍ਹਾ ਟਾਈਮ ਲੱਗਦਾ, ਉਹ ਮੂਹਰੇ ਕਈ ਕੁਛ ਆ ਊ ਕੇ ਜੇ ਚੱਲਦਾ। ਜੇ ਸੁੱਚ ਮਰੋੜੋ ਬੰਦ ਕਰਨ ਵਾਲੀ, ਫਿਰ ਤਾਂ ਜਦੇ ਉਹ ਮੂਹਰੋਂ ਕਾਲਾ ਜਿਹਾ ਹੋ ਜਾਂਦਾ, ਜਦੇ ਥੋੜ੍ਹਾ ਜਿਹਾ ਜਾਏ, ਇੱਕ ਸਕਿੰਟ ਵੀ ਨਹੀਂ ਲੱਗਣਾ। ਡਰਾਉਂਦਾ ਨਹੀਂ ਹਾਂ ਮੈਂ, ਆਪਦੇ ਨਿਆਣਿਆਂ ਨੂੰ ਸਾਰੇ ਬਚਾਉਂਦੇ ਆ। ਆਪਣੇ ਬੱਚਿਆਂ ਨੂੰ ਤੁਸੀਂ ਕਿੱਦਾਂ ਸਮਝਾਉਂਦੇ ਹੋ? ਅਸੀਂ ਆਪਣੀ ਕੌਮ ਸਮਝਦੇ ਹਾਂ, ਆਪਣੇ ਸਮਝਦੇ ਹਾਂ ਸਭ ਨੂੰ ਵੀ ਚੱਲ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਲੱਗੇ ਪੱਲਾ ਸਭ ਕੁਛ ਪਾਏ। ਕੋਸ਼ਿਸ਼ ਕਰਦੇ ਕੋਈ ਨਹੀਂ, ਜੇ ਬੁਰਾ ਤਾਂ ਕੀ ਹੋ ਗਿਆ, ਇਹਨੂੰ ਸਮਝਾ ਤਾਂ ਦਈਏ, ਖਬਰੇ ਦੇ ਮਨ 'ਚ ਹੀ ਗੱਲ ਵੜ ਜੇ। ਹੰਸਾਲੀ ਵਾਲੇ ਸੰਤਾਂ ਨੇ ਇਹ ਮੈਨੂੰ ਕਿਹਾ ਸੀ, ਕਹਿੰਦੇ ਭਾਈ ਸਾਹਿਬ ਜੀ 2-2 ਫੁੱਟ 'ਤੇ ਬੰਬ ਡਿੱਗਣਾ, 2-2 ਫੁੱਟ 'ਤੇ ਇੰਨਾ ਬੰਬਾਰਡਮੈਂਟ ਹੋਊਗੀ। ਕਹਿੰਦੇ ਪਾਣੀ ਇੰਨਾ ਆਊਗਾ ਵੀ ਲੱਭੂ ਕੱਖ ਨਾ। ਬਾਬਾ ਜੀ ਕਹਿੰਦੇ ਵੀ ਹੁਣ ਵੀ ਸਿੰਘ ਉੱਥੇ ਹੈਗੇ ਆ, ਕਹਿੰਦੇ ਜਾਓ ਟਰੈਕਟਰ ਲੈ ਜਾਓ, ਗੋਪਾਲ ਵਾਲੇ ਸੰਤਾਂ ਕੋਲ ਜਾਓ, ਬਾਬਾ ਗੁਰਦਰਸ਼ਨ ਸਿੰਘ ਜੀ ਕੋਲੇ, ਉਹਨਾਂ ਨੂੰ ਜਾ ਕੇ ਕਹੋ ਮਹਾਰਾਜ ਹੰਸਾਲੀ ਨੂੰ ਬਖਸ਼ ਦਿਓ। ਉਹ ਗਏ, ਕਹਿੰਦੇ ਮਹਾਰਾਜ ਹੰਸਾਲੀ ਨੂੰ ਬਖਸ਼ ਦਿਓ। ਕਹਿੰਦੇ ਚੰਗਾ ਭਾਈ, ਹੰਸਾਲੀ ਨਾ ਪਾਣੀ ਮਾਰੂ ਨਾ ਬੰਬ ਡਿੱਗੂ, ਹੰਸਾਲੀ ਤੁਹਾਡੀ ਬਚ ਜੂਗੀ। ਜਿਵੇਂ ਆਹ 10ਵੇਂ ਪਾਤਸ਼ਾਹ ਨੂੰ ਪੰਡਤ ਨੇ ਜਾ ਕੇ ਵੀ ਸਾਡਾ ਕੀ ਕਸੂਰ ਹੈ, ਤੁਸੀਂ ਕਿਹਾ ਸਰਹੰਦ ਦਾ ਇੱਟ ਦੇ ਖੜ ਜਾਓ। ਮਹਾਰਾਜ ਕਹਿੰਦੇ ਜਦ ਸੰਖ ਵਜਾ ਦੇ ਕੋਠੇ ਚੜ੍ਹ ਕੇ, ਜਿੱਥੇ ਤੱਕ ਆਵਾਜ਼ ਜਾਊ ਉਹਦੀ ਸਰਹੰਦ ਵੱਜ ਜੂਗੀ। ਬਹੁਤ ਕੁਝ ਬਚਾਇਆ ਸੱਚੇ ਪਾਤਸ਼ਾਹ ਨੇ। ਤੁਸੀਂ ਵੀ ਬੇਨਤੀਆਂ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿ ਮਹਾਰਾਜ ਮੈਂ ਜਦ ਰੋਟੀ ਖਾਂਦਾ, ਸੋਹਣੀ ਰੋਟੀ ਮੂਹਰੇ ਆ ਗਈ ਤਾਂ ਮੈਂ ਕਹਿਣਾ ਮਹਾਰਾਜ ਦਿੰਦਾ ਰਹੀ, ਇਹ ਨਾ ਹੋਵੇ ਕਿਤੇ ਮੁੜ ਕੇ ਇਸ ਰੋਟੀ ਤੋਂ ਮਥਾਜ ਹੀ ਹੋ ਜਾਈਏ, ਪੱਤੇ ਹੀ ਖਾਂਦੇ ਫਿਰੀਏ। ਇਹ ਨਾ ਹੋ ਜਾਏ ਜੀ ਹੁਣ ਦਰਖਤ 'ਤੇ ਇੱਕ ਬੰਦਾ ਡਾਂਗ ਲੈ ਕੇ ਖੜਾ ਹੋਏ, ਮੇਰਾ ਦਰਖਤ ਹੈ, ਮੇਰੇ ਪੱਤੇ ਤੂੰ ਹੱਥ ਨਹੀਂ ਲਾ ਸਕਦਾ, ਫਿਰ ਕੁੱਟ ਵੀ ਪਊਗੀ ਆਪਾਂ ਨੂੰ। ਇਸ ਕਰਕੇ ਬੇਨਤੀ ਕਰੋ ਮਹਾਰਾਜ ਅੰਨ ਦਾ ਸਤਿਕਾਰ ਕਰੋ, ਅੰਨ ਦੇਵਤੇ ਦਾ ਸਤਿਕਾਰ ਕਰ ਲਓ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਵਿੱਚ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਕੋ ਦਾਈ ਦਾ ਖੇਲਾ ਸਗਲ ਜਗਤ। ਇਹ ਸਤਿਕਾਰ ਕਰੋ, ਸਤਿਕਾਰ ਕਰਨਾ ਹੈ। ਅੰਨ ਨੂੰ ਕਦੇ ਪੈਰ ਨਾ ਲਾਓ, ਅੰਨ ਨੂੰ ਕਦੇ ਕੂੜੇ 'ਚ ਨਾ ਸਿੱਟੋ। ਅੰਨ ਦੇਵਤਾ, ਇਹਦੇ ਬਿਨਾਂ ਛਿੰਨ ਵੀ ਨਹੀਂ ਕੱਢ ਹੋਣਾ ਆਪਣੇ ਤੋਂ, ਠੀਕ ਹੈ ਕਿ ਨਹੀਂ। ਪਾਣੀ, ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਪਾਣੀ ਨਾ ਮਿਲੇ ਬੰਦਾ ਮਰ ਜੇ ਉੱਦਾਂ ਹੀ। ਰੱਬ ਨੂੰ ਕਹੋ ਪਾਣੀ ਦਿੰਦਾ ਰਹੀ, ਅੰਨ ਪਾਣੀ ਮੁੱਚੋ ਪਾਏ, ਦਾਲ ਦੁੱਖ ਭੰਨ ਤਰ। ਇਹ ਸ਼ਬਦ ਵੀ ਆਉਂਦਾ। ਇਸ ਕਰਕੇ ਸਤਿਕਾਰ ਕਰੋ। ਫਿਰ ਅੰਨ ਜਿੰਨਾ ਦਾਨ ਕਰੋ ਓਨਾ ਹੀ ਤੁਹਾਨੂੰ ਮਿਲੂ। ਇਹ ਦਾਨ ਮੁੜ ਆਉਂਦਾ ਹੁੰਦਾ ਵਾਪਸ। ਕਦੇ ਦੇਖਿਆ ਕਿਸੇ ਦੀ FD RD ਮਰੀ ਹੋਈ? RD ਕਰਾਉਣੇ ਆ 10,000 ਦੀ ਕਿਰਾਈ, ਜੋ 19 ਸਾਲ 'ਚ ਮੁੜ ਆਉਣੇ ਆ। ਆਪਦੇ ਹੀ ਮੁੜ ਆਏ ਵਿਆਜ ਲੱਗ ਕੇ। ਸਤਿਗੁਰ ਦੇ ਦਰ ਦੇ ਉੱਤੇ 100 ਰੁਪਈਆ ਦਿਓ ਅਤੇ 900 ਲਓ, 900 ਲਓ। ਇੱਕ ਗੱਲ ਹੋਰ, ਹੁਣ ਸਰਦੀਆਂ ਸ਼ੁਰੂ ਹੋ ਗਈਆਂ, ਸਾਰੇ ਸੁਣ ਲਓ ਮਾਈ ਭਾਈ। ਤੁਹਾਡੇ ਘਰਾਂ 'ਚ ਪੁਰਾਣੇ ਕੰਬਲ ਪਏ ਨੇ, ਤੁਹਾਡੇ ਘਰਾਂ 'ਚ ਪੁਰਾਣੇ ਸੂਟ ਪਏ ਨੇ, ਪੁਰਾਣੀਆਂ ਜੁੱਤੀਆਂ ਪਈਆਂ। ਜੋ ਵੀ ਪੁਰਾਣਾ, ਜੋ ਵੀ ਕੁਛ ਪੁਰਾਣਾ ਹੈ, ਇਤਿਹਾਸਕ ਚੀਜ਼ ਨੂੰ ਛੱਡ ਕੇ ਸਾਰੇ ਗਰੀਬਾਂ 'ਚ ਵੰਡ ਦਿਓ। ਆਪ ਨਵੇਂ ਲਿਆਓ। ਨਾਲੇ ਤਾਂ ਤੁਸੀਂ ਖੁਸ਼ ਵੀ ਨਵੀਂ ਚੀਜ਼ ਆ ਗਈ, ਨਾਲੇ ਗਰੀਬ ਖੁਸ਼ ਵੀ ਮੈਨੂੰ ਪਾਉਣ ਨੂੰ ਕੁਛ ਮਿਲ ਗਿਆ। ਡਬਲ ਖੁਸ਼ੀ ਹੋ ਗਈ ਆਪਣੀ। ਇਹ ਸਾਰਾ ਕੁਛ ਗਰੀਬਾਂ 'ਚ ਵੰਡ ਦਿਓ। ਕਦੇ ਗਰੀਬ ਨੂੰ ਦੇ ਕੇ ਤਾਂ ਦੇਖੋ। ਆਪ ਵਧੀਆ ਚੀਜ਼ਾਂ ਖਾਂਦੇ ਹੋ, ਆਪ ਆਈਸਕ੍ਰੀਮ ਖਾਣਗੇ, ਗਰੀਬ ਖੜਾ ਪੈਸੇ ਮੰਗਦਾ ਹੁੰਦਾ ਕਿ ਪਰੇ ਹਟ ਪਰੇ ਹਟ, ਬਈ ਇੱਕ ਆਈਸਕ੍ਰੀਮ ਇਹਨੂੰ ਵੀ ਦੇ ਦੇ ਬਈ। ਦੂਜੇ ਦਾ ਵੀ ਖਿਆਲ। ਬਸ ਇੱਕ ਗੱਲ ਯਾਦ ਰੱਖੋ, ਸਰੀਰ ਨਾ ਦੇਖੋ, ਅਮੀਰ ਨਾ ਦੇਖੋ, ਗਰੀਬ ਨਾ ਦੇਖੋ, ਇਹ ਦੇਖੋ ਇਹਦੇ ਅੰਦਰ ਆਤਮਾ ਹੈ, ਆਪ ਰੱਬ ਆਇਆ। ਸੋ ਇਸ ਕਰਕੇ ਆ ਸਾਰਿਆਂ ਦਾ ਭਲਾ ਕਰੋ, ਬੁਰਾ ਨਾ ਸੋਚੋ। ਬਾਬਾ ਜੀ ਕਹਿੰਦੇ ਸੀ ਕਿ ਅੰਤਰਮੁਖ ਬਿਰਤੀ ਦੀ ਗੱਲ ਕਰਦੇ ਸੀ। ਅੰਤਰਮੁਖ ਬਿਰਤੀ ਬਾਣੀ ਨੂੰ ਸ਼ਰਵਣ ਕਰਨ ਨਾਲ ਹੁੰਦੀ ਹੈ, ਰਾਤਾਂ ਨੂੰ ਬਹਿਣ ਨਾਲ ਹੁੰਦੀ ਹੈ। ਅੰਤਰਮੁਖ ਹੁੰਦੀ ਤਾਂ ਜੇ ਪਾਠ ਕਰੀ ਜਾਓ, ਪਾਠ ਨੂੰ ਸੁਣੀ ਜਾਓ। ਕੋਈ ਜ਼ਰੂਰੀ ਨਹੀਂ ਕਿ ਗਿਣਤੀ ਕਰਨੀ ਆ, ਇਹ ਕੋਈ ਜ਼ਰੂਰੀ ਨਹੀਂ ਹੈ। ਕਈ ਵਾਰ ਮੈਂ ਜਪਜੀ ਸਾਹਿਬ ਦੀ ਇੱਕ ਪੌੜੀ ਹੀ ਪੜ੍ਹਦਾ ਰਾਤ ਨੂੰ ਬੈਠ ਕੇ, ਉਹ ਵੀ ਕਿੰਨੀ ਵਾਰ ਹੌਲੀ ਹੌਲੀ ਪੜ੍ਹਦਾ, ਵਿਚਾਰ ਕੇ ਪੜ੍ਹਦਾ। ਆਪਾਂ ਜਿੰਨੀ ਵੀ ਬਾਣੀ, ਰਹਿ ਰਾਸ ਕਿੰਨੀਆਂ ਰਹਿ ਰਾਸ ਆ, ਕੋਈ 10 ਪੜ੍ਹਨੀਆਂ। ਰਹਿ ਰਾਸ ਇੱਕ ਰਹਿ ਰਾਸ ਹੈ, ਉਹ ਵੀ ਜਦੋਂ ਸ਼ੁਰੂ ਕਰਦੇ ਆ ਇੰਨੀ ਸਪੀਡ ਵੱਧ ਜਾਂਦੀ ਹੈ, ਦਿਲ ਦੀ ਧੜਕਣ ਵੱਧ ਜਾਂਦੀ, ਛੇਤੀ ਮੁਕਾਓ ਰਹਿ ਰਾਸ। ਰਹਿ ਰਾਸ ਦਾ ਅਰਥ ਹੈ ਬੇਨਤੀ। ਹਰ ਕੀਰਤ ਰਹਿ ਰਾਸ ਹਮਾਰੀ। ਇਸ ਕਰਕੇ ਰਹਿ ਰਾਸ ਕਰਨ ਵੇਲੇ ਅੱਧਾ ਘੰਟਾ ਪੌਣਾ ਘੰਟਾ ਖਾਲੀ ਕਰ ਹੌਲੀ। ਇੱਕ ਵਾਰ ਕੋਈ ਗੁਰਮੁਖ ਸੀਗੇ, ਉਹਨਾਂ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਬੈਠ ਜਾਂਦੇ ਕਦੇ ਕਦੇ, ਪਟਿਆਲੇ ਦੀ ਗੱਲ ਹੈ। ਉਹ ਕਹਿੰਦੇ ਅੱਜ ਮਹਾਰਾਜ ਜੀ ਆ ਗਏ ਰਹਿ ਰਾਸ ਵੇਲੇ, ਕਹਿੰਦੇ ਚੱਲ ਭਾਈ ਆਪਾਂ ਇਕੱਠੇ ਪੜ੍ਹਦੇ। ਮੈਂ ਵੀ ਬੈਠ ਕੇ ਪੜ੍ਹਦਾ। ਕਹਿੰਦੇ ਮੈਂ ਉਹੀ ਰੂਟੀਨ 'ਚ 15 ਮਿੰਟ 'ਚ ਪੜ੍ਹੀ, ਗੁਟਕਾ ਪੋਥੀ ਰੱਖਤੀ। ਕਹਿੰਦੇ ਮਹਾਰਾਜ ਹਲੇ ਹੋਰ ਅੱਧਾ ਘੰਟਾ ਲੱਗੇ ਰਹੇ। ਮਹਾਰਾਜ ਜੀ ਕਹਿੰਦੇ ਆਪ ਜੀ ਨੇ ਤਾਂ ਛੇਤੀ ਮੁਕਾ ਲਈ। ਮਿੱਠਾ ਬਹੁਤ ਬੋਲਦੇ ਮਹਾਰਾਜ, ਸੀ ਉਹ ਬੱਚਾ ਹੀ। ਆਪ ਜੀ ਨੇ ਤਾਂ ਛੇਤੀ ਹੀ ਪਾਠ ਕਰ ਲਿਆ, ਅਸੀਂ ਤਾਂ ਦੇਖੋ ਭਾਈ 40-45 ਮਿੰਟ ਲਾਤੇ। ਕਹਿੰਦੇ ਭਾਈ ਇੰਨੀ ਕਿੰਨੀ ਕੁ ਤੇਜ਼ ਪੜ੍ਹਦੇ ਆ, ਸੁਣਨੀ ਨਹੀਂ ਸੀ ਇਹ? ਕਹਿੰਦੇ ਮਹਾਰਾਜ ਇਸ ਤੋਂ ਹੀ ਇਹੀ ਪੜ੍ਹਦੇ। ਕਹਿੰਦੇ ਨਹੀਂ, ਕਹਿੰਦੇ ਮੈਂ ਤੈਨੂੰ ਸੁਣਾਉਣਾ ਰਹਿ ਰਾਸ ਕਿਵੇਂ ਪੜ੍ਹਨੀ ਹੈ। ਕਹਿੰਦੇ ਹੌਲੀ ਪੜ੍ਹੋ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਕਹਿੰਦੇ ਫੇਰ ਇਹ ਜਾਂਦੀ ਅੰਦਰ। ਕਹਿੰਦੇ ਤੂੰ ਤਾਂ ਤਰ ਕਰਕੇ ਪੜ੍ਹਤੀ, ਤੇਰੇ ਅੰਦਰ ਤਾਂ ਗਈ ਨਹੀਂ ਇਹ। ਤੂੰ ਤਾਂ ਇੱਕ ਫਾਰਮੈਲਿਟੀ ਕਰਤੀ, ਮੈਂ ਰਹਿ ਰਾਸ ਕਰ ਲਈ, ਮੈਂ 5 ਬਾਣੀਆਂ ਕਰ ਲਈਆਂ, ਮੈਂ ਸਹਿਜ ਪਾਠ ਨਹੀਂ ਕਰਦਾ, ਪਰ ਮੈਂ ਤਾਬਿਆ ਬਹਿ ਕੇ ਜਿੱਥੋਂ ਵੀ ਪ੍ਰਕਾਸ਼ ਹੋ ਗਿਆ 4-5 ਅੰਗ ਕਰਨੇ, ਜ਼ਿਆਦਾ ਨਹੀਂ ਕਰਦਾ ਮੈਂ। ਉਹਦੇ ਵਿੱਚੋਂ ਜੋ ਮੈਨੂੰ ਮਿਲਣਾ ਹੈ
मैं वो खोज के आपदी डायरी च लिख लेना। और मैं हैरान ਹੁੰਦਾ भी ਇੰਨਾ ਕੁਛ ਹੈ ਜ਼ਿੰਦਗੀ 'ਚ। 46ਵਾਂ ਸਾਲ ਚੱਲਦਾ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ, ਇੰਨੀ ਕਥਾ ਕਰਤੀ ਸਭ, ਹਲੇ ਵੀ ਹੋਰ ਨਵਾਂ ਨਿਕਲ ਆਉਂਦਾ, ਫਿਰ ਨਵਾਂ ਨਿਕਲ ਆਉਂਦਾ, ਬੜਾ ਕੁਛ ਨਿਕਲਦਾ ਵੀ ਹੈਰਾਨ ਹੋ ਜਾਈਦਾ। ਮਹਾਰਾਜ ਦੇ ਵਿੱਚੋਂ ਇੰਨਾ ਖਜ਼ਾਨਾ ਨਿਕਲਦਾ ਹੀ ਤੁਰਿਆ ਹੁੰਦਾ। ਫਿਰ ਮੈਂ ਅੰਦਾਜ਼ਾ ਲਾਇਆ ਭਾਵੇਂ ਲੱਖਾਂ ਜਨਮ ਹੋ ਜਾਣ ਨਾ, ਬਾਣੀ ਦਾ ਨਹੀਂ ਅੰਤ ਪੈਣਾ। ਇਹ ਤਾਂ ਹੋਰ 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 ਅੱਗੇ ਨਿਕਲੇ। ਕਿਉਂਕਿ ਬਾਣੀ ਨੂੰ ਜਿੰਨਾ ਤੁਸੀਂ ਧਿਆਨ ਨਾਲ ਪੜ੍ਹੋ, ਹੌਲੀ ਪੜ੍ਹੋ, ਸੁਣੀ ਜਾਓ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ। ਜਦੋਂ ਬਾਣੀ ਨੂੰ ਸੁਣਦੇ ਆ, ਇਹ ਸੁਣ ਕੇ ਫਿਰ ਠੰਡ ਪੈਂਦੀ ਅੰਦਰ, ਸ਼ਾਂਤੀ ਆਉਂਦੀ ਆ। ਟਿਕਾਓ ਇੱਕ ਵਾਰ ਤੜਕੇ ਤੜਕੇ ਕਰ ਲਓ। ਇਹ ਤੜਕੇ ਅੱਧਾ ਘੰਟਾ ਦੇਖੋ, ਸਵੇਰ ਦਾ ਘਰ 'ਚ ਦਿੱਤਾ ਝਾੜੂ, ਸਵੇਰ ਦਾ ਧੋਤਾ ਹੋਇਆ ਫਰਸ਼, ਸਵੇਰ ਦੀ ਧੋਤੀ ਹੋਈ ਗੱਡੀ, ਚਮਕਾਈ ਹੋਈ ਰਸੋਈ, ਪ੍ਰੈਸ ਕੀਤੇ ਕੱਪੜੇ ਇੱਕ ਵਾਰ ਕਰਤੇ, ਸਾਰੇ ਮੌਜਾਂ ਕਰੋ ਬਸ। ਸਵੇਰੇ ਮਨ ਨੂੰ ਇੱਕ ਵਾਰ ਟਿਕਾ ਲਓ। ਸਾਰਾ ਦਿਨ ਜੇ ਗੁੱਸਾ ਵੀ ਆ ਜੇ, ਜੇ ਕੋਈ ਕੌੜਾ ਵੀ ਬੋਲ ਜੇਗਾ, ਮੇਰੀ ਸੇਫਟੀ ਪਹਿਲਾਂ ਹੀ ਕੀਤੀ ਹੋਈ ਹੈ, ਮੈਨੂੰ ਫਿਰ ਗੁੱਸਾ ਨਹੀਂ ਆਉਣਾ, ਕਿਉਂ ਮੈਂ ਪਹਿਲਾਂ ਹੀ ਠੰਡਾ ਕਰ ਲਿਆ ਸੀ। ਜੇ ਤੜਕੇ ਹੀ ਆਪਾਂ ਸਪੀਡ 'ਤੇ ਬਾਣੀ ਪੜ੍ਹੀ ਸੀ, ਉਹ ਅੰਦਰ ਗਈ ਨਹੀਂ, ਅਤੇ ਗੁੱਸਾ ਫਿਰ ਚੜ੍ਹਦਾ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ। ਅੰਤਰਮੁਖ ਬਿਰਤੀ ਆ ਗਈ ਅੰਦਰ ਨੂੰ, ਇੱਕ ਹੁੰਦੀ ਬਾਹਰ ਮੁਖੀ। ਵੈਸੇ ਤੁਹਾਡੀ ਤਾਂ 99% ਲੋਕਾਂ ਦੀ ਬਾਹਰ ਮੁਖੀ ਜ਼ਿਆਦਾ ਹੈ, ਬਾਹਰ ਨੂੰ ਜ਼ਿਆਦਾ ਝੱਕਣਗੇ। ਦੇਖੇ ਹੋਏ ਮੇਰੇ ਸਾਰੇ, ਮੈਂ ਕਹਿੰਦਾ ਨਹੀਂ, ਇਹ ਕੰਮ ਦਾ ਬੰਦਾ ਨਹੀਂ ਹੈ। ਅਸੀਂ ਕਿਸੇ ਦੇ ਘਰ ਜਾਂਦੇ ਹਾਂ, ਤੁਰੇ ਜਾਂਦੇ ਹਾਂ, ਮੈਂ ਕਦੇ ਖਿਆਲ ਨਹੀਂ ਕੀਤਾ ਐਂ ਕਰਕੇ। ਕਿਸੇ ਦੇ ਘਰ ਗਏ ਆ, ਕੀ ਹੋ ਰਿਹਾ ਮੈਂ ਕਦੇ ਦੇਖਿਆ ਹੀ ਨਹੀਂ, ਕੀ ਕੰਮ ਚੱਲ ਰਿਹਾ। ਜੇ ਸਾਡੇ ਘਰੇ ਕੋਈ ਕੰਮ ਚੱਲਦਾ, ਜੇ ਕੋਈ ਚੀਜ਼, ਕੀ ਬਣਾ ਰਹੇ ਹੋ, ਇਹ ਕੀ ਆ, ਇਹ ਕੀ ਆ, ਉਹ ਜਾਨ ਖਾ ਜਾਂਦੇ ਸਾਡੀ। ਮੈਂ ਕਿਹਾ ਤੂੰ ਉਹ ਜਿਹੜੀ ਚੀਜ਼ ਨੂੰ ਲੈਣਾ ਉਹ ਤਾਂ ਲੈਂਦਾ ਨਹੀਂ ਤੂੰ, ਫਿਰ ਕੀ ਹੋ ਜੂ ਪੁੱਛਿਆ। ਪਾਪਾ ਪੁੱਛਣ 'ਚ ਹੀ ਟਾਈਮ ਲਗਾ ਦਿੰਦੇ ਆ। ਇਸ ਕਰਕੇ ਪੁੱਛਿਆ ਨਾ ਕਰੋ ਜ਼ਿਆਦਾ, ਐਂ ਜਾਣੋ ਟਾਈਮ ਥੋੜ੍ਹਾ ਹੈ, ਅਤੇ ਮੈਂ ਜਿੰਨਾ ਸਿਮਰਨ ਕਰ ਲਾਂ ਓਨਾ ਹੀ ਥੋੜ੍ਹਾ। ਬਾਣੀ ਪੜ੍ਹੋ ਵੱਧ ਤੋਂ ਵੱਧ, ਮਹਾਰਾਜ ਕਿਰਪਾ ਕਰਨ। ਸੋ ਬਾਬਾ ਜੀ ਕਹਿੰਦੇ ਸੀ ਵੀ 12:15 ਹੋਏ 1:15, ਮੈਂ ਜੇ ਤਾਂ ਬਣ ਗਿਆ ਟਿਕਾਓ, ਫਿਰ ਤਾਂ ਚਾਹੇ 2-3 ਘੰਟੇ ਲਵਾ ਲਓ, ਅਤੇ ਜੇ ਟਿਕਾ ਹੋ ਜੇ ਖਰਾਬ ਮੇਰਾ, ਜੇ ਸੰਗਤ ਇਹ ਥੋੜ੍ਹੇ ਦੇ ਹੁੰਦਾ। ਜਦ ਤੱਕ ਤਾਂ ਤੁਸੀਂ ਐਂ ਬੈਠੇ ਐ ਟਿਕਾ ਕੇ, ਉਦੋਂ ਤੱਕ ਮੈਂ ਵੀ ਟਿਕਾ ਕੇ ਬੈਠਾ। ਜੇ ਦੇਖਿਆ ਵੀ ਹੁਣ ਉੱਠਣੇ ਸ਼ੁਰੂ ਹੋ ਗਏ, ਫਿਰ ਮੈਂ ਵੀ ਫਤਿਹ ਬੁਲਾ ਦਿੰਦਾ। ਗਾਹਕ ਹੈ, ਬਿਨ ਗੁਣ ਗਾਹਕ ਵੇਚੀਏ ਤਉ ਗੁਣ ਸਹਿੰਗ ਹੋ ਜਾਏ। ਸੁਣੋ ਮੈਂ ਕੀ ਸੁਣਾ ਰਿਹਾ, ਮੈਂ ਆਪਣੀ ਬੜੀ ਕੀਮਤੀ ਚੀਜ਼ ਦੇ ਰਿਹਾ ਉਹਨਾਂ ਤੁਹਾਨੂੰ। ਇੱਕ ਵਾਰ ਮਹਾਰਾਜ ਨੂੰ ਅਸੀਂ ਕਿਹਾ ਸੀ ਨਾਮਦਾਨ ਬਖਸ਼ੋ, ਕਿਸੇ ਮਹਾਤਮਾ ਨੂੰ ਕਿਹਾ, ਮੈਂ ਕਿਹਾ ਮੇਰੇ ਸਿਰ 'ਤੇ ਵੀ ਹੱਥ ਰੱਖੋ। ਮਹਾਰਾਜ ਕਹਿੰਦੇ ਆਹ ਨਾਮਦਾਨ ਹੀ ਹੈ, ਜਿਹੜੀ ਕਥਾ ਤੁਹਾਨੂੰ ਦਿੱਤੀ ਹੋਈ ਨੇ ਨਾਮਦਾਨ ਹੀ ਹੈ, ਇਹ ਮੈਂ ਤੁਹਾਨੂੰ ਵੰਡਣ ਨੂੰ ਦਿੱਤੀ ਹੈ। ਅੱਗੇ ਕਥਾ ਹੋਇਆ, ਕੀਰਤਨ ਹੈ, ਨਿਤਨੇਮ ਹੈ, ਸਹਿਜ ਪਾਠ ਹੈ, ਇਹ ਨਾਮਦਾਨ ਹੀ ਹੈ। ਸੰਗਤ ਨੂੰ ਵੱਧ ਤੋਂ ਵੱਧ ਵੰਡਿਆ ਕਰੋ। ਇਹ ਜਦੋਂ ਅਸੀਂ ਕਥਾ ਕਰ ਰਹੇ ਹੁੰਦੇ ਹਾਂ, ਉਦੋਂ ਤੁਹਾਨੂੰ ਦੇ ਰਹੇ ਹੁੰਦੇ ਹਾਂ, ਮੈਂ ਨਹੀਂ ਦੇ ਰਿਹਾ, ਉਹ ਆਪ ਹੀ ਅੰਦਰੋਂ ਆਤਮਾ 'ਚੋਂ ਦੇਈ ਜਾਂਦੇ ਸਾਰਿਆਂ ਨੂੰ। ਹੁਣ ਜਿਹੜੀ ਅੱਜ ਤੁਹਾਨੂੰ ਦੇਤੀ ਚੀਜ਼, ਇਹ ਪੂਰੀ ਜ਼ਿੰਦਗੀ ਨਹੀਂ, ਸੱਚਖੰਡ ਤੱਕ ਕੰਮ ਆਈ ਜਾਣੀ। ਬਹੁਤ ਵੱਡੀ ਚੀਜ਼ ਹੈ। ਚਾਹੇ ਸਾਰੀ ਕਥਾ ਨਹੀਂ, ਅੱਧੀ ਅੱਧੀ ਨਾਲ ਉਦੋਂ ਅੱਧੀ, ਉਸ ਤੋਂ ਵੀ ਅੱਧੀ ਕਹਿੰਦੇ ਇੱਕ ਕਰੀ ਆਧੀ ਨੂੰ ਫੁਨਿਆਦ ਹੋ ਜਾਏ। ਭਾਵੇਂ ਇੱਕ ਗੱਲ ਵੀ ਮਨ 'ਚ ਬਹਿ ਗਈ ਨਾ ਵੀ ਹਾਂ, ਮੈਂ ਇੱਕ ਗੱਲ ਨੂੰ ਬੰਨ੍ਹ ਕੇ ਲੈ ਜਾਓ ਪੱਲੇ ਵੀ ਜਿਹੜੀ ਮੈਂ ਆ ਪੰਗਤੀ ਪੜ੍ਹੀ ਹੈ, ਜਿਹੜਾ ਮੈਂ ਵਾਹਿਗੁਰੂ ਕਿਹਾ, ਜਿਹੜਾ ਮੂਲ ਮੰਤਰ ਪੜ੍ਹਿਆ, ਸ਼ਬਦ ਸੁਣਿਆ ਕੋਈ ਵੀ, ਜੇ ਮੈਂ ਇਹ ਸੁਣਿਆ ਨਹੀਂ ਨਾ, ਤਾਂ ਇਹ ਬਸ ਸਮਝ ਲਓ ਮੈਂ ਪੜ੍ਹਿਆ ਹੀ ਨਹੀਂ। ਰਾਮਪੁਰ ਖੇੜੇ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਇਹ ਕਹਿੰਦੇ ਹੁੰਦੇ ਸੀ, ਕਹਿੰਦੇ 10ਵੇਂ ਪਾਤਸ਼ਾਹ ਇੱਕ ਦਿਨ, ਉਹ ਤਾਂ ਅਕਸਰ ਹੀ ਆ ਜਾਂਦੇ ਮਹਾਰਾਜ ਉਹਨਾਂ ਕੋਲ, ਕਹਿੰਦੇ ਇੱਕ ਦਿਨ ਮਹਾਰਾਜ ਖੜ੍ਹ ਕੇ ਆ ਕੇ ਕਹਿੰਦੇ ਹਰਨਾਮ ਸਿੰਘ ਭਾਈ ਗਲ 'ਚ ਪਰਨਾ ਪਾ ਲਿਆ ਕਰੋ ਪਾਠ ਕਰਨ ਵੇਲੇ, 7 ਬਚਨ ਮਹਾਰਾਜ। ਭਾਈ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ,
ਜਿਹੜੀ ਕੰਨਾਂ ਨਾਲ ਸੁਣੋਗੇ ਉਹੀ ਪ੍ਰਵਾਨ ਹੈ ਸਾਨੂੰ। ਜੇ ਤੁਸੀਂ ਕੰਨਾਂ ਨਾਲ ਨਹੀਂ ਸੁਣਦੇ, ਉਹੀ ਪੜ੍ਹੀ ਗਏ, ਸਾਡੇ ਦਰ 'ਤੇ ਪ੍ਰਵਾਨ ਨਹੀਂ ਹੁੰਦੀ ਤੁਹਾਡੀ। ਕਲਗੀਧਰ ਮਹਾਰਾਜ ਨੇ ਬਹੁਤ ਕੁਛ ਉਹਨਾਂ ਨੂੰ ਸਿਖਾਇਆ। ਅੱਜ ਮੇਰੇ ਮਨ 'ਚ ਸੀ ਲੈ ਕੇ ਜਾਵਾਂ ਇੱਥੇ, ਉਹ ਬਸ ਕੁਦਰਤੀ ਆਉਣ ਲੱਗੇ। ਕਈ ਵਾਰ ਸਰੀਰ ਹੋਰ ਤਰ੍ਹਾਂ ਦਾ ਹੋ ਜਾਂਦਾ, ਢਿੱਲਾ ਜਿਹਾ, ਉਹ ਭੁੱਲ ਹੀ ਗਏ। ਮੈਂ ਉਹਨਾਂ ਦੇ 2 ਪੋਥੀਆਂ ਜੀਵਨ ਦੀਆਂ ਮੈਂ ਕਿਹਾ ਚਲੋ ਸੰਗਤ 'ਚ ਵੰਡਾਂਗੇ, ਵੀ ਸੰਗਤ ਜਿਹੜੇ ਅਭਿਆਸੀ ਪੁਰਸ਼ ਨੇ ਪੜ੍ਹਨਗੇ, ਲਾਹਾ ਠਾਉਣਗੇ। ਕੋਈ ਨਹੀਂ, ਫੇਰ ਕਿਤੇ ਸਹੀ, ਮਹਾਰਾਜ ਕਿਰਪਾ ਕਰਨ, ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਆਓ ਹੁਣ ਆ ਗਈ ਅਸਲੀ ਘੜੀ। ਜਦੋਂ ਲਿਖਿਆ ਹੁੰਦਾ ਜਲੇਬੀਆਂ ਦਾ ਲੰਗਰ ਟੁੱਟ ਵਰਤੇਗਾ, ਉਹ ਵੱਡੀ ਪੰਕਤੀ ਲਿਖੀ ਥੱਲੇ ਇਸ਼ਤਿਹਾਰ ਦੇ। ਮੈਨੂੰ ਵੀ ਪਹਿਲਾਂ ਜਾਂ ਦਾਲ ਆਊਗੀ, ਫਿਰ ਸਬਜ਼ੀ ਆਊਗੀ, ਖਾਂਦੇ ਨੇ ਹੋਰ ਆਊ ਚੀਜ਼। ਆਪਾਂ ਇਹ ਦੇਖਦੇ ਹਾਂ ਜਲੇਬੀ ਵਾਲਾ ਨਹੀਂ ਆਇਆ। ਖਾਣ ਤਾਂ ਜਲੇਬੀ ਹੈ, ਇਹ ਤਾਂ ਰੋਜ਼ ਘਰੇ ਵੀ ਖਾਂਦੇ ਹਾਂ। ਜਦ ਉਹ ਆ ਜਾਂਦਾ ਫਿਰ ਆਪਾਂ ਨੂੰ ਖੁਸ਼ੀ ਹੁੰਦੀ ਹੈ, ਇੱਥੇ ਪਾ ਵੀ, ਇੱਥੇ ਪਾ, ਅੱਜ ਤਾਂ ਰੱਜ ਕੇ ਖਾਊਂਗਾ। ਦੁਕਾਨ 'ਤੇ ਇਹ ਫਿਕਰ ਹੁੰਦਾ ਵੀ ਜੇ ਹੋਰ ਖਾਧੀਆਂ ਬਿੱਲ ਹੋਰ ਬਣੂ, ਇੱਥੇ ਬਿੱਲ ਨਹੀਂ ਬਣਨਾ, ਚਾਹੇ ਘਰੇ ਵੀ ਡੋਲੂ ਭਰ ਕੇ ਲੈ ਜਾਓ। ਇਸ ਕਰਕੇ ਇਹ ਜਿਹੜੀ ਜਲੇਬੀ ਹੈ ਇਹ ਹੁਣ ਤੁਹਾਨੂੰ ਮਿਲਣੀ ਹੈ। ਖਾ ਲਿਆ ਸਭ ਕੁਛ, ਆਓ 2-4 ਮਿੰਟ ਹੁਣ ਸਿਮਰਨ ਕਰੋ। ਇਹ ਜਲੇਬੀ ਆਪਣੀ, ਇਹ ਹੀ ਮਠਿਆਈ ਹੈ। ਇਹਨੂੰ ਬੋਲਣਾ, ਇਹਨੂੰ ਸੁਣਨਾ, ਇਹਨੂੰ ਅੰਦਰ ਲੈ ਕੇ ਜਾਣਾ। ਪਾ ਲਓ, ਸ਼ਾਂਤੀ ਲੈ ਲਓ, ਠੰਡ ਲੈ ਲਓ, ਟਿਕਾਓ ਲੈ ਲਓ। ਬਸ ਪਿਆਰ ਨਾਲ ਸਾਰੇ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ ਧੰਨ ਵਾਹਿਗੁਰੂ। 4 ਵਾਰੀ ਬੋਲਣਾ ਹੈ, ਇਸ ਕਰਕੇ ਮੈਂ ਫਿਰ ਦੁਬਾਰਾ ਬੋਲੂँਗਾ। ਆਪ ਸੰਗਤਾਂ ਨੇ ਉਹ ਲੈ ਨੂੰ ਪੜ੍ਹਨਾ। ਆਓ ਪਹਿਲਾਂ ਸੁਣ ਲਓ, ਫਿਰ ਸੁਣ ਕੇ ਫਿਰ ਉਹਨੂੰ ਉਸ ਤਰ੍ਹਾਂ ਹੀ ਬੋਲਣਾ। 4 ਵਾਰੀ ਮੈਂ ਵਾਹਿਗੁਰੂ ਕਹੂੰਗਾ, ਅਖੀਰ 3 ਵਾਰ ਕਹਿ ਕੇ ਫਿਰ ਧੰਨ ਕਹੂੰ, ਫਿਰ ਵਾਹਿਗੁਰੂ ਕਹੂੰਗਾ। ਧੰਨ ਦਾ ਅਰਥ ਹੁੰਦਾ ਸ਼ਾਬਾਸ਼। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜਿਉ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜਿਉ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਵਾਹਿਗੁਰੂ 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 ਵਾਹਿਗੁਰੂ।
ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਸੁਖ ਕਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਸਾਹਿਬ ਕੌਰ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ 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 ਧੰਨ ਵਾਹਿਗੁਰੂ 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 ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ ਧੰਨ ਗੁਰੂ ਗ੍ਰੰਥ ਸਾਹਿਬ ਤੂੰ ਹੀ ਨਿਰੰਕਾਰ 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 ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ। ਸੋ ਇਸ ਤਰ੍ਹਾਂ ਸਾਧ ਸੰਗਤ ਅਭਿਆਸ ਕਰਦੇ ਰਹੋ। ਪਹਿਲਾਂ ਰਸ ਨਹੀਂ ਆਉਂਦਾ, ਪਹਿਲਾਂ ਅਲੂਣੀ ਸਿਲ ਹੈ ਨਾ, ਪਹਿਲਾਂ ਨਹੀਂ ਰਸ ਆਉਂਦਾ। ਕੈਸਾ ਇੱਕ ਸਿੰਘ ਨੇ ਹਰਿਮੰਦਰ ਸਾਹਿਬ ਦੇ ਉੱਤੇ ਬਹਿ ਕੇ 40 ਦਿਨ ਮੂਲ ਮੰਤਰ ਕੀਤਾ, 32 ਮਾਲਾ ਰੋਜ਼। ਦਰਸ਼ਨ ਹੋਏ ਗੁਰੂ ਅਰਜਨ ਦੇਵ ਜੀ ਦੇ ਹੋਣ। ਦੂਜੀ ਵਾਰ ਕੀਤਾ, ਨਹੀਂ ਹੋਏ। ਤੀਜੀ ਵਾਰ 38ਵੇਂ ਦਿਨ ਮਹਾਰਾਜ ਸਾਹਮਣੇ ਖੜ੍ਹ ਗਏ। ਸਿੰਘ ਨੇ ਪਹਿਲਾਂ ਹੀ ਇਹੀ ਬੇਨਤੀ, ਮਹਾਰਾਜ ਪਹਿਲੇ 2 ਚਲੀਸਿਆਂ 'ਚ ਆਪ ਆਏ ਨਹੀਂ। ਮਹਾਰਾਜ ਕਹਿੰਦੇ ਇਸ ਤਾਂ ਇੱਥੇ ਹੀ ਖੜ੍ਹੇ ਸੀ। ਉਹ ਜਿਹੜੇ ਇੱਕ ਜਨ ਤੂੰ 100 ਗਊ ਮਾਰੀ ਸੀ, ਉਹ ਪਾਪ ਤੇਰਾ ਐਂ ਖੜ੍ਹ ਗਿਆ। ਪਹਿਲਾਂ ਸਾਡਾ ਹਿਸਾਬ ਕਰਾਓ। ਇੱਕ ਸਾਰਾ ਚਲੀਸਾ ਤੇਰਾ ਉਹਨਾਂ 'ਤੇ ਲਾਇਆ। ਫਿਰ ਇੱਕ ਜਨਮ ਵਿੱਚ ਤੂੰ ਇੱਕ ਮਹਾਂਪੁਰਖ ਦੀ ਹੱਤਿਆ ਕਰਤੀ ਸੀ, ਚੰਗੇ ਪੁਰਸ਼ ਦੀ, ਫਿਰ ਉਹ ਲਾਹਿਆ। 38 ਦਿਨਾਂ 'ਚ ਇਸ ਜਨਮ ਦੇ ਪਾਪ ਕੀਤੇ।
जब शीशा साफ हो गया मैं सामने खड़ गया। ਹੁਣ ਤੁਸੀਂ ਕਹੋ ਜੀ ਮੂਲ ਮੰਤਰ ਥੋੜ੍ਹੇ ਦਿਨ ਕਰਕੇ ਕਿਰਪਾ ਤਾਂ ਹੋਈ ਨਹੀਂ। ਨਿਗਾਹ ਮਾਰੋ ਪਿੱਛੇ ਕਿੰਨਾ ਕੁ ਹਿਸਾਬ ਜਮ੍ਹਾਂ ਪਿਆ, ਪਹਿਲਾਂ ਉਹ ਕਲੀਅਰ ਕਰ ਲਓ। ਠੀਕ ਆ, ਪਿਛਲਾ ਹਿਸਾਬ ਕਲੀਅਰ ਕਰ ਲਓ। ਜਦੋਂ ਪਿਛਲਾ ਕਲੀਅਰ ਹੋ ਗਿਆ, ਮਹਾਰਾਜ ਤਾਂ ਇੱਥੇ ਹੀ ਹੈ, ਤੁਸੀਂ ਤਾਂ ਕੋਲੇ ਹੀ ਸੀ, ਲਾਇਆ ਤਾਂ ਅੰਦਰ ਹੀ ਸੀਗੇ। ਤੁਸੀਂ ਤਾਂ ਅੰਦਰ ਰੱਬ ਹੈਗਾ, ਪਰ ਤੁਸੀਂ ਉਹ ਜਾਣਦੇ ਨਹੀਂ, ਸਮਝਦੇ ਨਹੀਂ। ਇਹ ਗੱਲਾਂ ਨੂੰ ਨੋਟ ਕਰੋ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। 14 ਦਸੰਬਰ ਯਾਦ ਰੱਖਿਓ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਦਾ ਇਕੱਠਾ ਜਨਮ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਹੀ ਮਨਾਉਣਾ ਆਪਾਂ ਨੇ। ਸਾਰੀਆਂ ਸੰਗਤਾਂ ਹੁਮ ਹੁਮਾ ਕੇ ਦਰਸ਼ਨ ਦੇਣਾ। ਬਹੁਤ ਪ੍ਰਕਾਰ ਦੇ ਪਦਾਰਥ ਬਣਨਗੇ, ਜਨਮ ਦਿਨ ਮਨਾਏ ਜਾਣਗੇ। ਇਕੱਲਾ ਆਉਣਾ ਹੀ ਨਹੀਂ ਹੈ, ਘਰੋਂ ਧਾਰ ਕੇ ਆਉਣਾ ਵੀ ਮੈਂ ਅੱਜ ਸਾਰਾ ਦਿਨ ਉੱਥੇ ਸੇਵਾ ਕਰਨੀ ਹੈ, ਸੰਗਤ ਨੂੰ ਲੰਗਰ ਵਰਤਾਉਣਾ। ਖਾਲੀ ਹੱਥ ਨਹੀਂ ਆਉਣਾ। ਦੁੱਧ ਲਿਆਓ, ਕੋਈ ਖੰਡ ਲਿਆਓ, ਕੋਈ ਚੌਲ ਲਿਆਓ, ਕੋਈ ਦਾਲਾਂ ਲਿਆਓ, ਕੋਈ ਦੇਸੀ ਘਿਓ ਲਿਆਓ, ਪਦਾਰਥ ਵੀ ਲਿਆਉਣੇ ਨਾਲ। ਹੁਣ ਉਹ ਇੱਕ ਮੌਕਾ, ਪਿਛਲੀ ਵਾਰ ਪਹਿਲਾਂ ਜੇ ਸ਼ੁਰੂ ਕੀਤਾ ਉਹ ਥੋੜ੍ਹੇ ਸੰਗਤ ਸੀ। ਪਿਛਲੇ ਸਾਲ 1 ਲੱਖ ਤੋਂ ਉੱਤੇ ਸੰਗਤ ਟੱਪ ਗਈ ਸੀ। ਪਹਿਲਾਂ ਸਾਡੇ 14 ਪੀਪੇ ਦੇਸੀ ਘਿਓ ਲੱਗੇ, ਉਦੋਂ ਪਹਿਲਾਂ ਥੋੜ੍ਹੇ ਲੱਗੇ। ਉਹ ਪਿਛਲੀ ਵਾਰ ਸਾਨੂੰ 20-22 ਪੀਪੇ ਲੱਗ ਗਏ ਘਿਓ ਦੇ, ਦੇਸੀ ਦੇ। ਤੇ ਇਸ ਕਰਕੇ ਸੰਗਤ ਦਿਨੋਂ ਦਿਨ ਵੱਧਦੀ ਹੈ। ਸ਼ਹੀਦੀ ਦਿਨ ਹਮੇਸ਼ਾ ਮਨਾਉਂਦੇ ਆ, ਰੋਂਦੇ ਜਾਂਦੇ ਆ, ਰੋਂਦੇ ਆਉਂਦੇ ਆ, ਬਰਾਗ ਆਉਂਦਾ ਅੱਖਾਂ 'ਚ। ਗੁਰੂ ਸਾਹਿਬ ਨੇ ਅੰਦਰੋਂ ਪ੍ਰੇਰਨਾ ਦਿੱਤੀ ਵੀ ਜਨਮ ਦਿਨ ਹੀ ਮਨਾ ਲਓ, ਕਾਹਨੂੰ ਰੋਣਾ? ਉਹ ਵੀ ਤਾਂ ਕਰ ਲਿਆ ਕਰੋ। ਹੰਸਾਲੀ ਵਾਲੇ ਸੰਤਾਂ ਨੇ ਇੱਕ ਵਾਰ ਕਿਹਾ ਸੀ, ਕਹਿੰਦੇ ਜੇ ਜਨਮ ਹੈ ਤਾਂ ਸ਼ਹੀਦੀ ਹੋਈ ਆ, ਕਹਿੰਦੇ ਉਹ ਵੀ ਦੇਖ ਲਿਆ ਕਰੋ, ਜਨਮ ਦਿਨ ਮਨਾ ਲਿਆ ਕਰੋ। ਫਿਰ ਜਨਮ ਦਿਨ ਮਨਾਇਆ। ਇਸ ਕਰਕੇ ਆ ਜਾਓ। ਚਮਕੌਰ ਸਾਹਿਬ ਵੀ ਅਸੀਂ ਦੋਨਾਂ ਵੱਡਿਆਂ ਦੇ ਮਨਾਉਂਦੇ ਆ, ਇੱਥੇ ਵੀ ਮਨਾਉਂਦੇ ਆ। ਸਾਰੀ ਸੰਗਤ ਆਓ, ਤਨ ਮਨ ਧਨ ਕਰਕੇ ਸਾਰੀ ਨਾਲ ਮਦਦ ਵੀ ਕਰ ਦਿਆ ਕਰੋ। ਠੀਕ ਆ, ਮੈਂ ਲੋੜ ਚੱਕ ਲੈਂਦਾ। ਕੁਛ ਸੰਗਤ ਨੂੰ ਬਾਹਰਲੇ ਦੇਸ਼ਾਂ 'ਚ ਕਹੇ ਵੀ, ਪਰ ਤੁਸੀਂ ਵੀ ਤਾਂ ਕੁਛ ਕਰਿਆ ਕਰੋ। ਚੂਨ ਭੂਨ ਆਪਣਾ ਦਸਵੰਧ ਕੋਈ ਹੋਰ ਉੱਥੇ ਸਮਾਨ ਇਕੱਠਾ ਕਰਕੇ ਦੇ ਕੇ ਆਇਆ ਕਰੋ। ਨਾਲੇ ਸਾਰਾ ਦਿਨ ਆਨੰਦ ਲਓ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਦੱਸਣੋਂ। ਇਸ ਕਰਕੇ ਚਲੋ ਇੰਨਾ ਹੀ ਭਲਾ ਇਸ ਸਮੇਂ 'ਤੇ ਉੱਥੇ ਪਹੁੰਚ ਕੇ ਜ਼ਰੂਰ ਪਹੁੰਚੋ। ਜੇ ਇੱਕ ਇਹ ਚੀਜ਼ ਜ਼ਰੂਰ ਕਰਨੀ ਪਈ, ਗੁਰੂ ਨਾਨਕ ਸਾਹਿਬ ਨੇ ਇੱਕ ਵਾਰ ਉਲਾਂਭਾ ਦਿੱਤਾ ਸੀ। ਕਹਿੰਦੇ ਕਿਸੇ ਸਿੰਘ ਨੂੰ ਦਰਸ਼ਨ ਦਿੱਤੇ ਸੀ, ਕਹਿੰਦੇ ਮਹਾਰਾਜ ਅੱਜ ਇਕੱਲੇ ਹੀ, ਬਾਲਾ ਮਰਦਾਨਾ ਜੀ ਨਾਲ ਨਹੀਂ ਹੈਗੇ। ਮਹਾਰਾਜ ਕਹਿੰਦੇ ਤੁਸੀਂ ਕਿਹੜਾ ਉਹਨਾਂ ਨੂੰ ਯਾਦ ਕਰਦੇ ਹੋ? ਨਾ ਅਖੰਡ ਪਾਠ ਉਹਨਾਂ ਦਾ, ਨਾ ਕੋਈ ਵਸਤਰ ਲੀੜਾ ਉਹਨਾਂ ਨੂੰ ਹੈ। ਸਾਡਾ ਹੀ ਪਾਠ ਕਰਾਉਂਦੇ, ਅਸੀਂ ਆਵਾਂਗੇ। ਫਿਰ ਮੇਰੇ ਸਾਥੀਆਂ ਦਾ ਤਾਂ ਕਰਾਉਂਦੇ। ਫਿਰ 9ਵੇਂ ਪਾਤਸ਼ਾਹ ਮਹਾਰਾਜ ਸ਼ਹੀਦ ਹੋਏ, ਉਹਨਾਂ ਦੇ ਨਾਲ 3 ਸਿੱਖ ਵੀ ਸੀ, 4 5, ਉਹਨਾਂ ਦਾ ਪਾਠ ਤਾਂ ਕਰਾਉਂਦੇ ਨਹੀਂ ਹੈਗੇ। ਇਹ ਗੱਲ ਖਿਆਲ ਰੱਖਿਆ ਕਰੋ। ਥੋੜ੍ਹਾ ਜਿਹਾ ਦਿਮਾਗ ਨੂੰ ਉੱਥੇ ਹੀ ਨਾ ਖੜਾਇਆ ਕਰੋ। ਸਾਰੇ ਸੋਚਿਆ ਕਰੋ, ਸਾਰਿਆਂ ਦਾ ਸੋਚ ਕੇ ਫਿਰ ਪਾਠ ਕਰਾਇਆ ਕਰੋ। ਭੁੱਲਾਂ ਚੁੱਕਾਂ ਬੇਅਦਬੀ ਦੀ ਮਾਫੀ ਬਖਸ਼ਣੀ। ਜੋ ਆਇਆ ਮਨ 'ਚ ਮਹਾਰਾਜ ਨੇ ਲਿਆਂਦਾ ਉਹ ਸੁਣਾਤਾ। ਯਾਦ ਕੁਛ ਕਰਕੇ ਨਹੀਂ ਆਉਂਦੇ, ਸੁੱਤੇ ਸਿੱਧੀ ਹੁੰਦਾ ਹੈ ਸਾਰਾ ਕੁਛ। ਸੋ ਆਓ ਫਿਰ ਲਾਹਾ ਖੱਟੋ ਹੁਣ ਫਤਿਹ ਦਾ। ਪਿਆਰ ਸਤਿਕਾਰ ਨਾਲ ਸਰਬੱਤ ਮਾਈ ਭਾਈ ਪਿਆਰ ਨਾਲ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।